This is Sherry Punjab Radio, AM 600, Vancouver. ਸ਼ੋਅ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਜੀ ਆਇਆਂ ਨੂੰ ਕਹਿੰਦੀ ਹਾਂ। ਮੈਂ ਕਿਤੇ ਪੜ੍ਹਿਆ ਸੀ, ਕਹਿੰਦੇ ਕਿ ਕਿਸੇ ਔਰਤ ਨਾਲ ਸਿਰਫ 3 ਗੱਲਾਂ ਜਾਂ 3 ਚੀਜ਼ਾਂ ਕਰਨੀਆਂ ਹੀ ਸੰਭਵ ਹੁੰਦੀਆਂ ਨੇ। ਤੁਸੀਂ ਉਸ ਨੂੰ ਪਿਆਰ ਕਰ ਸਕਦੇ ਹੋ, ਉਸ ਨੂੰ ਦੁੱਖ ਦੇ ਸਕਦੇ ਹੋ, ਜਾਂ ਫਿਰ ਉਸ ਨੂੰ ਸਾਹਿਤ ਵਿੱਚ ਬਦਲ ਸਕਦੇ ਹੋ। ਅਤੇ ਅੱਜ ਦੀ ਜਿਹੜੀ ਸਾਡੀ ਸ਼ਖਸੀਅਤ ਹੈ, ਇਹ ਸਾਹਿਤ ਦੇ ਖੇਤਰ ਦੇ ਨਾਲ ਹੀ ਜੁੜੀ ਹੋਈ ਹੈ। ਇਹਨਾਂ ਬਾਰੇ ਮੈਂ ਬਹੁਤ ਸਾਰੀਆਂ ਗੱਲਾਂ ਕਰ ਸਕਦੀ ਹਾਂ। ਇਹਨਾਂ ਨੂੰ ਮੈਂ ਪੜ੍ਹਿਆ, ਬਹੁਤ ਜ਼ਿਆਦਾ ਨਹੀਂ ਪੜ੍ਹਿਆ। ਮੈਂ ਕਹਾਂਗੀ ਕਿ ਮੈਂ ਬਹੁਤ ਥੋੜ੍ਹਾ ਪੜ੍ਹਿਆ, ਪਰ ਜਿੰਨਾ ਪੜ੍ਹਿਆ ਉਹ ਪੜ੍ਹ ਕੇ ਮੈਨੂੰ ਇਹ ਗੱਲ ਮਹਿਸੂਸ ਹੋਈ ਹੈ ਕਿ ਇਹ ਖਿਆਲਾਂ ਦੀ ਹਾਣੀ ਹੈ, ਅਹਿਸਾਸਾਂ ਦੀ ਬਾਣੀ ਹੈ ਅਤੇ ਪਹਿਚਾਣ ਦੇ ਸੰਘਰਸ਼ ਦੀ ਕਹਾਣੀ ਹੈ, ਸ਼ਬਦਾਂ ਦੀ ਰਾਣੀ ਹੈ। ਮੈਂ ਅੱਜ ਜ਼ਿਕਰ ਕਰ ਰਹੀ ਹਾਂ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਪਾਲ ਕੌਰ ਹੁਣਾਂ ਦਾ। ਪਾਲ ਕੌਰ ਹੁਣਾਂ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਉਹਨਾਂ ਬਾਰੇ ਜ਼ਰੂਰ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਉਹਨਾਂ ਦਾ ਪੰਜਾਬੀ ਸਾਹਿਤ ਦੇ ਵਿੱਚ ਵੱਡਾ ਨਾਮ ਹੈ। ਪਾਲ ਕੌਰ ਪੰਜਾਬੀ ਕਵਿੱਤਰੀ ਹੋਣ ਤੋਂ ਪਹਿਲਾਂ ਇੱਕ ਅਜਿਹਾ ਸੰਵੇਦਨਸ਼ੀਲ ਇਨਸਾਨ ਵੀ ਹੈ ਜਿਸ ਦੇ ਅੰਦਰ ਔਰਤ ਹੋਣ, ਔਰਤ ਬਾਰੇ ਸੋਚਣ, ਔਰਤ ਦੇ ਲਈ ਮਹਿਸੂਸ ਕਰਨ ਦੇ ਅਹਿਸਾਸ ਨੇ। ਬਹੁਤ ਖੂਬਸੂਰਤ ਰਚਨਾਵਾਂ ਲਿਖਵਾਈਆਂ ਉਹਨਾਂ ਦੇ ਕੋਲੋਂ। ਪੰਜਾਬੀ ਸਾਹਿਤ ਦੇ ਪਾਠਕਾਂ ਨੂੰ ਉਹਨਾਂ ਨੇ ਜਿਹੜੀਆਂ ਕਿਤਾਬਾਂ ਦਿੱਤੀਆਂ, ਉਹਨਾਂ ਦੇ ਵਿੱਚ ਮੁੱਖ ਤੌਰ 'ਤੇ ਖਲਾਵਾਸੀ, ਮੈਂ ਮੁਖਾਤਿਬ ਹਾਂ, ਸਵੀਕਾਰ ਤੋਂ ਬਾਅਦ, ਇੰਜ ਨਾ ਮਿਲੀ, ਬਾਰਿਸ਼ ਅੰਦਰੇ ਅੰਦਰ, ਪੀਂਘ, ਪੌਣ ਤੜਾਗੀ, ਹੁਣ ਤੱਕ, ਇਹ ਜਿਹੜੀਆਂ ਕਾਵ ਸੰਗ੍ਰਹਿ ਨੇ ਉਹ ਪੰਜਾਬੀ ਪਾਠਕਾਂ ਦੀ ਉਹਨਾਂ ਨੇ ਝੋਲੀ ਪਾਏ ਨੇ। ਆਲੋਚਨਾ ਦੀਆਂ ਵੀ ਉਹਨਾਂ ਦੀਆਂ ਕਿਤਾਬਾਂ ਛਪੀਆਂ ਨੇ। ਕਈ ਕਿਤਾਬਾਂ ਉਹਨਾਂ ਨੇ ਐਡਿਟ ਵੀ ਕੀਤੀਆਂ ਨੇ, ਜਿਨ੍ਹਾਂ ਦੇ ਵਿੱਚ ਬਲਦੇ ਖਤਾਂ ਦੇ ਸਿਰਨਾਮੇ, ਪਰਿੰਦੇ, ਕਲਪਨਾ ਦੇ ਦੇਸ਼ ਦੇ, ਪਾਸ਼, ਜਿੱਥੇ ਕਵਿਤਾ ਖਤਮ ਨਹੀਂ ਹੁੰਦੀ, ਉਹ ਇਹਨਾਂ ਨੇ ਕੋ ਐਡਿਟ ਕੀਤੀ ਹੈ। ਇਸ ਤੋਂ ਇਲਾਵਾ ਇਹਨਾਂ ਦੀ ਇੱਕ ਹੋਰ ਕਿਤਾਬ ਕਟਹਿਰੇ ਵਿੱਚ ਔਰਤ, ਅੰਮ੍ਰਿਤਾ ਪ੍ਰੀਤਮ ਦੇ ਅੰਗ ਸੰਗ, ਉਹ ਵੀ ਬਹੁਤ ਪੜ੍ਹੀ ਜਾਂਦੀ ਹੈ ਕਿਤਾਬ। ਆਪਣੀ ਮਾਂ ਬਾਪ ਦਾ 8ਵਾਂ ਤੇ ਅਣਚਾਹਿਆ ਬੱਚਾ ਸੀ ਪਾਲ ਕੌਰ। 5 ਵੱਡੀਆਂ ਭੈਣਾਂ ਤੇ 2 ਵੱਡੇ ਭਰਾਵਾਂ ਤੋਂ ਸਭ ਤੋਂ ਛੋਟੀ, ਲਾਡਲੀ ਹੀ ਹੋਵੇਗੀ ਕਿਉਂਕਿ ਛੋਟਾ ਬੱਚਾ ਸਭ ਤੋਂ ਵੱਧ ਲਾਡਲਾ ਹੁੰਦਾ ਹੈ। ਆਮ ਕਰਕੇ ਆਪਾਂ ਇਹੀ ਮੰਨ ਕੇ ਚੱਲਦੇ ਹਾਂ। ਪਰ ਪਾਲ ਕੌਰ ਹੁਣਾਂ ਦੀ ਕਹਾਣੀ ਅਤੇ ਪਾਲ ਕੌਰ ਹੁਣਾਂ ਦੀਆਂ ਕਵਿਤਾਵਾਂ, ਉਸ ਸਿਲਸਿਲੇ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਹੈ ਉਹਨਾਂ ਦੇ ਨਾਲ ਕਰਾਂਗੇ। ਅੱਜ ਕੱਲ੍ਹ ਉਹ ਕੈਨੇਡਾ ਆਏ ਹੋਏ ਨੇ, ਕਈ ਥਾਈਂ ਘੁੰਮ ਚੁੱਕੇ ਨੇ। ਉਹਨਾਂ ਨੂੰ ਸੱਦਾ ਦਿੱਤਾ ਸੀ ਕਿ ਤੁਸੀਂ BC ਵੀ ਜ਼ਰੂਰ ਆਓ। ਖੈਰ, ਆਪਣੇ ਰੁਝੇਵਿਆਂ ਕਰਕੇ ਆ ਨਹੀਂ ਸਕੇ, ਇਸ ਕਰਕੇ ਅੱਜ ਟੈਲੀਫੋਨ ਲਾਈਨ 'ਤੇ ਆਪਣੇ ਨਾਲ ਮੈਂ ਸ਼ਾਮਿਲ ਕਰਨ ਲੱਗੀ ਹਾਂ ਪਾਲ ਕੌਰ ਹੁਣਾਂ ਨੂੰ। ਪਾਲ ਕੌਰ ਜੀ ਆਇਆਂ ਨੂੰ। ਹਾਂਜੀ, ਥੈਂਕ ਯੂ ਜੀ, ਸ਼ੁਕਰੀਆ ਨਵਜੋਤ ਜੀ, ਬਹੁਤ ਅੱਛਾ ਲੱਗ ਰਿਹਾ ਕੈਨੇਡਾ ਦੇ ਸਰੋਤਿਆਂ ਨਾਲ ਗੱਲ ਕਰਕੇ। ਸਾਰੇ ਸਰੋਤਿਆਂ ਨੂੰ, ਦੋਸਤਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਸੋ ਪਾਲ ਕੌਰ ਜੀ, ਹੋ ਰਹੀ ਹੈ ਤੁਹਾਡੇ ਪ੍ਰੋਗਰਾਮ 'ਚ ਸ਼ਾਮਲ ਹੋ ਕੇ। ਇਹੀ ਮੈਂ ਤੁਹਾਨੂੰ ਪੁੱਛਣ ਲੱਗੀ ਸੀ ਕਿ ਫਿਲਹਾਲ ਜਿਹੜਾ ਜਿੰਨੀਆਂ ਥਾਵਾਂ ਤੁਸੀਂ ਕੈਨੇਡਾ 'ਚ ਘੁੰਮ ਚੁੱਕੇ ਹੋ, ਸਫ਼ਰ ਕਿਹੋ ਜਿਹਾ ਰਿਹਾ? ਕਿੰਨਾ ਕੁ ਆਨੰਦ ਮਾਣ ਰਹੇ ਹੋ? ਬਹੁਤ ਆਨੰਦ ਮਾਣ ਰਹੀ ਹਾਂ। ਜਿਹੜੀਆਂ ਕੁਦਰਤ ਦੀਆਂ ਖੂਬਸੂਰਤ ਚੀਜ਼ਾਂ ਨੇ, ਸਾਫ਼ ਸੁਥਰੀਆਂ, ਉਹ ਮੈਨੂੰ ਇੱਥੇ ਆ ਕੇ ਮਿਲੀਆਂ ਨੇ। ਬੜੇ ਖੂਬਸੂਰਤ ਪਹਾੜ, ਸਮੁੰਦਰ, ਹਵਾ, ਪਾਣੀ, ਜਿਨ੍ਹਾਂ ਨਾਲ ਜੋ ਮਨੁੱਖ ਹੈ ਉਹ ਬੜੀ ਜ਼ਿਆਦਤੀ ਕਰ ਰਿਹਾ ਹੈ, ਪਰ ਇੱਥੇ ਬਹੁਤ ਹੀ ਅੱਛੀ ਤਰ੍ਹਾਂ ਉਹਨਾਂ ਦਾ ਰੱਖ ਰਖਾਵ ਹੋ ਰਿਹਾ ਹੈ। ਤੇ ਉਹੀ ਖੂਬਸੂਰਤੀ ਜਿਹੜੀ ਹੈ ਉਹ ਮੈਨੂੰ ਕੈਨੇਡਾ ਦੀ ਬਹੁਤ ਹੀ ਅੱਛੀ ਲੱਗੀ ਹੈ। ਪਾਲ ਕੌਰ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਇਹ ਗੱਲ ਮਹਿਸੂਸ ਕੀਤੀ ਹੈ, ਦੇਖੀ ਹੈ। ਅਤੇ ਕੁਝ ਲੋਕ ਜਿਹੜੇ ਇਸ ਚੀਜ਼ ਦੇ ਵਿੱਚ ਕੋਤਾਹੀ ਕਰਦੇ ਆ ਜਾਂ ਕੁਦਰਤ ਦੇ ਨਾਲ ਗਲਤ ਤਰ੍ਹਾਂ ਦਾ ਵਿਹਾਰ ਕਰਦੇ ਆ, ਮੈਨੂੰ ਲੱਗਦਾ ਕਿ ਤੁਹਾਡਾ ਇਹ ਸੁਨੇਹਾ ਸੁਣ ਕੇ ਉਹ ਵੀ ਇਸ ਗੱਲ ਤੋਂ ਗੁਰੇਜ਼ ਕਰਨਗੇ। ਮੈਂ ਨਾ ਰੋਜ਼ ਥੋੜ੍ਹੀ ਜਿਹੀ ਗੱਲ ਕਰਦੀ ਹਾਂ ਵਾਤਾਵਰਨ ਬਾਰੇ, ਰੋਜ਼ ਕਰਦੀ ਹੁੰਦੀ ਹਾਂ। ਅੱਜ ਤੁਸੀਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਕਰ ਦਿੱਤੀ ਹੈ ਅਤੇ ਮੈਨੂੰ ਹੋਰ ਵੀ ਜ਼ਿਆਦਾ ਵਧੀਆ ਲੱਗਾ। ਥੈਂਕ ਯੂ ਜੀ। ਆਪਣੇ ਮੈਂ ਸੁਣਨ ਵਾਲਿਆਂ ਨੂੰ ਦੱਸਦੇ ਹਾਂ ਕਿ ਇਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ ਬਹੁਤ ਮਕਬੂਲ ਹੋਈਆਂ। ਬੇਸ਼ੱਕ ਇਹਨਾਂ ਦੀਆਂ ਕਵਿਤਾਵਾਂ ਬਾਰੇ ਅਕਸਰ ਉਹਨਾਂ ਨੂੰ ਇੱਕ ਖਾਸ ਕੈਟੇਗਰੀ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਨਾਰੀਵਾਦੀ ਕਵਿਤਾਵਾਂ ਲਿਖਦੇ ਨੇ ਜਾਂ ਇਹ ਕਵਿੱਤਰੀ ਹੋਣ ਕਰਕੇ ਇਹੋ ਜਿਹੀਆਂ ਕਾਵਿ ਰਚਨਾਵਾਂ ਕਰਦੇ ਹੈਗੇ ਆ।
ਇਹਨਾਂ ਦੀ ਜਿਹੜੀ ਇੱਕ ਬਹੁਤ ਵੱਡੀ ਪਹਿਚਾਣ ਹੈ। ਮੈਨੂੰ ਲੱਗਦਾ ਕਿ ਪਾਲ ਕੌਰ ਜੀ, ਖੱਬਲ ਜਿਹੜੀ ਕਵਿਤਾ ਹੈ ਤੁਹਾਡੀ, ਉਹ ਇੰਨੀ ਕੁ ਜ਼ਿਆਦਾ ਮਕਬੂਲ ਹੋਈ ਆ ਜਿਹਦੇ ਕਰਕੇ ਤੁਸੀਂ ਬਹੁਤ ਜ਼ਿਆਦਾ ਜਾਣੇ ਜਾਂਦੇ ਹੋ, ਪੜ੍ਹੇ ਜਾਂਦੇ ਹੋ। ਖੱਬਲ ਦਾ ਜ਼ਿਕਰ ਸਭ ਤੋਂ ਪਹਿਲਾਂ ਆਉਂਦਾ ਤੇ ਮੈਂ ਵੀ ਇਹ ਕਰਨੋਂ ਰਹਿ ਨਹੀਂ ਸਕੀ। ਮੈਨੂੰ ਲੱਗਦਾ ਕਿ ਜੇ ਕਿਤੇ ਤੁਸੀਂ ਆਪਣੇ ਨਾਮ ਦੇ ਨਾਲ ਤਖੱਲਸ ਲਿਖਦੇ ਆਪਣਾ, ਸ਼ਾਇਦ ਖੱਬਲ ਹੀ ਰੱਖਣਾ ਸੀ ਤੁਸੀਂ। ਬਸ ਕੁੜੀਆਂ ਔਰਤਾਂ ਸਭ ਖੱਬਲ ਹੀ ਹੁੰਦੀਆਂ ਨੇ। ਬਚਿੰਤ ਕੌਰ ਦੀ ਸਵੈਜੀਵਨੀ ਹੈ ਜਿਹਦਾ ਨਾਮ ਹੈ ਖੱਬਲ। ਤੇ ਖੈਰ ਮੈਂ ਤੇ ਬਹੁਤ ਪਹਿਲਾਂ ਦੀ ਕਵਿਤਾ ਲਿਖੀ ਹੋਈ ਹੈ। ਖੱਬਲ ਜਿਹੜਾ ਹੈ ਘਾਹ ਹੈ ਜਿਹੜਾ ਆਪਣੇ ਆਪ ਪਲਦਾ ਹੈ। ਸੋ ਕੁੜੀ ਵੀ ਜਿਹੜੀ ਹੈ ਉਹ ਜ਼ਬਰਦਸਤੀ ਕੁੱਕੇ ਪੈ ਗਏ ਤੇ ਜ਼ਬਰਦਸਤੀ ਪਲ ਜਾਂਦੀ ਹੈ ਕੁਦਰਤ ਵਾਂਗੂ। ਸੋ ਇਹ ਕਵਿਤਾ ਮੇਰੀ, ਮੈਂ ਤੁਹਾਡੀ ਇਜਾਜ਼ਤ ਦੇ ਨਾਲ ਇਹ ਜਿਹੜੀ ਖੱਬਲ ਆ ਇਹ ਸਾਂਝੀ ਕਰਨਾ ਚਾਹੁੰਦੀ ਹਾਂ, ਤੁਹਾਡੀ ਇਜਾਜ਼ਤ ਦੇ ਨਾਲ ਆਪਣੀ ਸੁਣਨ। ਜ਼ਰੂਰ, ਵੈਲਕਮ। ਹਾਂਜੀ, ਪਾਲ ਕੌਰ ਹੁਣੀ ਲਿਖ ਰਹੇ ਨੇ ਖੱਬਲ, ਜਿਨ੍ਹਾਂ ਨੇ ਨਹੀਂ ਸੁਣੀ ਨਹੀਂ ਪੜ੍ਹੀ, ਮੈਂ ਉਹਨਾਂ ਦੇ ਲਈ ਪੜ੍ਹ ਰਹੀ ਹਾਂ। ਕਹਿੰਦੇ, ਸੁਣਿਆ ਏ ਕਿ ਜਦੋਂ ਮੈਂ ਜੰਮੀ ਸਾਂ ਤਾਂ ਮੈਨੂੰ ਵੇਖ ਕੇ ਕਿਸੇ ਨੇ ਮੂੰਹ ਫੇਰ ਲਿਆ ਸੀ ਤੇ ਕਿਸੇ ਨੇ ਪਿੱਠ ਕਰ ਲਈ ਸੀ। ਤੇ ਜਿਵੇਂ ਕਹਿੰਦੇ ਨੇ ਕਿ ਬੱਚਾ 21 ਦਿਨਾਂ ਵਿੱਚ ਪਿਓ ਦੀ ਪੱਗ ਪਛਾਣ ਲੈਂਦਾ ਹੈ, ਮੈਂ ਪਿੱਠ ਪਛਾਣ ਲਈ ਸੀ। ਉਦੋਂ ਹੀ ਮੈਂ ਪਿੱਠਾਂ ਨੂੰ ਵੇਖਣ ਤੇ ਜਰਨ ਦੀ ਆਦੀ ਹੋ ਗਈ ਤੇ ਜਦੋਂ ਵੀ ਅੱਖਾਂ 'ਚ ਰੋਹ ਭਰਿਆ ਤਾਂ ਮੈਂ ਉਹਨਾਂ ਪਿੱਠਾਂ ਉੱਪਰ ਆਪਣੀ ਉਦਾਸ ਇਬਾਰਤ ਲਿਖ ਦਿੱਤੀ, ਜਿਸ ਨੂੰ ਉਹ ਪਿੱਠਾਂ ਵਾਲੇ ਕਦੇ ਵੀ ਨਹੀਂ ਪੜ੍ਹ ਸਕੇ। ਮੈਂ ਤਾਂ ਕਿਆਰੀ ਵਿੱਚ ਹੋਰਨਾਂ ਪੌਦਿਆਂ ਨਾਲ ਕਿਸੇ ਖੱਬਲ ਵਾਂਗ ਉੱਗ ਪਈ ਸਾਂ ਤੇ ਖੱਬਲ ਵਾਂਗ ਹੀ ਪਲ ਗਈ ਹਾਂ। ਮਾਲੀ ਨੇ ਜਦੋਂ ਵੀ ਚਾਹਿਆ ਮੈਨੂੰ ਪੁੱਟ ਕੇ ਸੁੱਟਣ ਦੀ ਕੋਈ ਕਸਰ ਨਹੀਂ ਛੱਡੀ, ਪਰ ਮੈਂ ਉਹਨਾਂ ਪੌਦਿਆਂ ਦੀਆਂ ਜੜ੍ਹਾਂ ਨਾਲ ਮੁੜ ਉੱਗ ਪਈ। ਪੌਦਿਆਂ ਨੂੰ ਗੋਡੀ ਹੁੰਦੀ, ਮੇਰੇ ਅੰਗ ਜ਼ਖਮੀ ਵੀ ਹੋ ਜਾਂਦੇ ਤਾਂ ਮੈਂ ਮੂਕ ਰਹਿੰਦੀ। ਮੇਰੀਆਂ ਬਿਮਾਰ ਤਿੜਾਂ ਪੀੜ ਨਾਲ ਕੁਰਲਾਉਂਦੀਆਂ, ਪਰ ਮੈਂ ਦੰਦਾਂ ਥੱਲੇ ਜੀਭ ਦੇ ਕੇ ਅੱਥਰੂ ਹੋਈ ਪਈ ਰਹਿੰਦੀ। ਖੱਬਲ ਵਰਗੀ ਹੋਂਦ ਨੇ ਪਿਆਰ ਭਰੇ ਹੱਥ ਦੇ ਪੋਟਿਆਂ ਦੀ ਛੋਹ ਲਈ। ਮੇਰੀ ਸਹਿਕ ਨੇ ਤੇ ਕਣਛਾਵਾਂ ਬੂਟਾ ਹੁੰਦਿਆਂ ਸੁੰਦਿਆਂ ਮੇਰੇ ਹਿੱਸੇ ਆਈ। ਤਿੱਖੀ ਧੁੱਪ ਦੇ ਅਹਿਸਾਸ ਨੇ ਮੈਨੂੰ ਮੰਗਤੀ ਬਣਾ ਦਿੱਤਾ। ਮੈਂ ਛਾਂ ਦੇ ਇੱਕ ਕਤਰੇ ਲਈ ਉੱਡਦੇ ਬਾਜ਼ਾਂ ਮਗਰ ਵੀ ਭੱਜੀ ਹਾਂ। ਮੈਂ ਛਾਂ ਦੇ ਇੱਕ ਕਤਰੇ ਲਈ ਉੱਡਦੇ ਬਾਜ਼ਾਂ ਮਗਰ ਵੀ ਭੱਜੀ ਹਾਂ ਤੇ ਦਰੋਂ ਬੇਦਰ ਹੋ ਕੇ ਕਈ ਵਾਰ ਬੇਆਬਰੂ ਵੀ ਹੋਈ ਹਾਂ। ਮੈਨੂੰ ਨਹੀਂ ਪਤਾ ਕਿ ਕਦੋਂ ਪੌ ਫੁੱਟੀ ਸੀ, ਕਦੋਂ ਸਵੇਰ ਹੋਈ ਸੀ ਤੇ ਦੁਪਹਿਰਾ ਕਿਵੇਂ ਢਲ ਗਿਆ। ਮੈਂ ਤਾਂ ਜਦੋਂ ਤੋਂ ਆਪਣਾ ਚਿਹਰਾ ਸ਼ੀਸ਼ੇ 'ਚ ਤੱਕਿਆ ਹੈ, ਮੈਨੂੰ ਇਸ ਉੱਪਰ ਝੁਰੜੀਆਂ ਹੀ ਦਿਸੀਆਂ ਨੇ। ਮੈਂ ਖੱਬਲ ਵਾਂਗ ਮੁੜ ਅਤੇ ਬਦੋ-ਬਦੀ ਉੱਗੀ ਹਾਂ ਤੇ ਬਦੋ-ਬਦੀ ਪਲੀ ਹਾਂ। ਪਾਲ ਕੌਰ ਜੀ, ਬਹੁਤ ਖੂਬਸੂਰਤ ਰਚਨਾ, ਬਹੁਤ ਅੱਛੀ ਤਰ੍ਹਾਂ ਪੇਸ਼ਕਸ਼ ਕੀਤਾ ਤੁਹਾਡੀ, ਬੜੀ ਅੱਛੀ। ਹਾਂਜੀ, ਧੰਨਵਾਦ ਤੁਹਾਡਾ। ਇਹ ਖੱਬਲ ਕਦੋਂ ਰਚੀ ਸੀ ਤੁਸੀਂ? ਕਿੰਨੀ ਕੁ ਉਮਰ ਸੀ ਤੁਹਾਡੀ ਜਿਸ ਵੇਲੇ ਖੱਬਲ ਲਿਖੀ ਸੀ? ਮੈਂ BA 'ਚ ਪੜ੍ਹਦੀ ਸੀ ਹਾਲੇ, ਕਿਉਂਕਿ ਮੈਂ ਇਹ ਸਾਰਾ ਜੋ ਅਹਿਸਾਸ ਹੈ ਮੈਂ ਬਹੁਤ ਬਚਪਨ 'ਚ ਸੁਣ ਲਿਆ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਥੋੜਾ ਲਿਖਣਾ ਸ਼ੁਰੂ ਕੀਤਾ ਤੇ ਮੈਂ ਇਸ ਅਹਿਸਾਸ ਨੂੰ ਕਰੀਬਨ 20 ਸਾਲ ਦੀ ਉਮਰ 'ਚ ਸ਼ਾਇਦ ਲਿਖ ਦਿੱਤਾ ਹੋਏਗਾ। ਪਾਲ ਕੌਰ ਜੀ, ਸ਼ਬਦਾਂ ਦੇ ਨਾਲ ਕਿਹੋ ਜਿਹਾ ਰਿਸ਼ਤਾ ਹੈ? ਕਿਵੇਂ ਜੁੜ ਗਿਆ ਸ਼ਬਦਾਂ ਦੇ ਨਾਲ ਇਹੋ ਜਿਹਾ ਰਿਸ਼ਤਾ ਜਿਹੋ ਜਿਹਾ ਇਸ ਵੇਲੇ ਤੁਹਾਡਾ ਬਣਿਆ ਹੋਇਆ? ਥੋੜਾ ਇਹਦੇ ਬਾਰੇ ਬਿਆਨ ਕਰੋ। ਹਾਂਜੀ, ਮੇਰੇ ਪਿਤਾ ਲਿਖਦੇ ਸੀਗੇ, ਧਾਰਮਿਕ ਕਵਿਤਾ ਲਿਖਦੇ ਸੀ ਤੇ ਉਹ ਘਰ ਦੇ ਵਿੱਚ ਸਾਰੇ ਉਹਨਾਂ ਨੂੰ ਸਾਰੇ ਕਵੀ ਵੀ ਕਹਿੰਦੇ ਸੀ ਔਰ ਘਰ 'ਚ ਕਵਿਤਾ ਦੀ ਗੱਲ ਹੁੰਦੀ ਸੀ। ਔਰ ਫਿਰ ਮੇਰੇ ਵੱਡੇ ਭਰਾ ਸੀ ਜਿਹੜੇ ਉਹ ਕਾਮਰੇਡ ਸੀਗੇ ਔਰ ਉਹ ਘਰ ਦੇ ਵਿੱਚ ਸਾਹਿਤ ਲਿਆਉਣਾ ਸ਼ੁਰੂ ਕੀਤਾ ਉਹਨਾਂ ਨੇ, ਕਵਿਤਾ ਦੀਆਂ, ਨਾਵਲਾਂ ਦੀਆਂ ਕਿਤਾਬਾਂ। ਤੇ ਜਦੋਂ ਮੈਂ ਉਹ ਪੜ੍ਹੀਆਂ ਤੇ ਮੈਨੂੰ ਲੱਗਿਆ ਕਿ ਮੈਂ ਆਪਣੀ ਗੱਲ ਜਿਹੜੀ ਹੈ, ਜੋ ਮੈਂ ਮਹਿਸੂਸ ਕਰਦੀ ਹਾਂ, ਉਹ ਮੈਂ ਕਹਿ ਸਕਦੀ ਹਾਂ ਕਵਿਤਾ 'ਚ। ਸੋ ਬੜੀ ਛੋਟੀ ਉਮਰ ਤੋਂ ਹੀ ਸਕੂਲ 'ਚ ਹੁੰਦੀਆਂ ਮੈਂ ਲਾਈਨਾਂ ਜਿਹੜੀਆਂ ਨੇ ਤੁਕਾਂ ਜੋੜਨੀਆਂ ਸ਼ੁਰੂ ਕੀਤੀਆਂ ਸੀ, ਪਰ BA ਕਰਦਿਆਂ ਫਿਰ ਮੈਂ ਕਵਿਤਾ ਲਿਖਣੀ ਸ਼ੁਰੂ ਕੀਤੀ। ਮੈਨੂੰ ਲੱਗਿਆ ਇਹੀ ਮੇਰੀ ਸਾਥੀ ਹੈ, ਇਹਦੇ ਰਾਹੀਂ ਹੀ ਮੈਂ
ਆਪਣੀ ਗੱਲ ਕਰ ਸਕਦੀ ਹਾਂ। ਤੇ ਹੁਣ ਤੇ ਮੈਂ ਇਹ ਵੀ ਮਹਿਸੂਸ ਕਰਦੀ ਹਾਂ ਕਿ ਕਈ ਵਾਰੀ ਕਿਸੇ ਨੇ ਪੁੱਛਿਆ ਕਿ ਕਵਿਤਾ ਤੁਹਾਡੇ ਲਈ ਕੀ ਹੈ, ਤੇ ਮੈਂ ਕਹਿੰਦੀ ਕਵਿਤਾ ਮੇਰੇ ਲਈ ਹਥਿਆਰ ਹੈ ਜ਼ਿੰਦਗੀ ਦਾ ਯੁੱਧ ਲੜਨ ਲਈ। ਵਾਹ। ਅੱਛਾ, ਮੈਂ 2018 ਦੇ ਵਿੱਚ ਇੱਕ ਨਿਰੂਪਮਾ ਦੱਤ ਹੁਣਾਂ ਨੇ ਆਰਟੀਕਲ ਲਿਖਿਆ ਸੀ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿੱਚ, ਅੰਗਰੇਜ਼ੀ ਦੇ ਵਿੱਚ ਉਹ ਛਪਿਆ ਸੀ। ਉਹਦੇ ਵਿੱਚ ਉਹਨਾਂ ਦਾ ਜਿਹੜਾ ਟਾਈਟਲ ਸੀ, ਉਹਦੇ 'ਚ ਉਹਨਾਂ ਨੇ ਲਿਖਿਆ ਸੀ ਪੰਜਾਬੀ ਪੋਇਟ ਪਾਲ ਕੌਰ's ਵਰਡ ਵਾਰ। ਪੰਜਾਬੀ ਕਵਿਤਰੀ ਪਾਲ ਕੌਰ ਹੁਣਾਂ ਦੀ ਸ਼ਬਦਿਕ ਜੰਗ। ਇਹ ਸ਼ਬਦਿਕ ਜੰਗ ਜਿਹੜੀ ਆ, ਇਹ ਤੁਹਾਨੂੰ ਕਿਵੇਂ ਲੱਗਦੀ ਆ? ਹੈ ਹੀ ਹੈ, ਬਹੁਤ ਸੰਘਰਸ਼ ਕਰਨਾ ਪਿਆ ਜ਼ਿੰਦਗੀ 'ਚ ਆਪਣੇ ਹੱਕ ਹਾਸਲ ਕਰਨ ਲਈ। ਘਰ ਤੋਂ ਸ਼ੁਰੂ ਕੀਤੇ ਤੇ ਸਮਾਜ ਤੱਕ ਤੇ ਸਿਸਟਮ ਤੱਕ, ਜਿੱਥੇ ਕਿਤੇ ਵੀ ਗਈ ਮੈਂ ਟੱਕਰ ਲੈਣੀ ਪੈਂਦੀ ਹੈ। ਸੋ ਉਹ ਲਿਖਿਆ ਵੀ ਉਸ ਜੋ ਜੀਵਿਆ, ਜੋ ਮਹਿਸੂਸ ਕੀਤਾ ਉਹਨੂੰ ਲਿਖਿਆ ਤੇ ਸਮਾਜ ਨੂੰ ਦੱਸਿਆ ਕਿ ਕੋਈ ਔਰਤ, ਕੋਈ ਕੁੜੀ ਕੀ ਮਹਿਸੂਸ ਕਰਦੀ ਹੈ। ਤੇ ਇਹ ਜੰਗ ਜਿਹੜੀ ਹੈ ਇਹ ਸ਼ਬਦਾਂ ਦੇ ਪੱਧਰ ਤੇ ਵੀ ਹੈ ਔਰ ਨਿੱਜੀ ਪੱਧਰ ਤੇ ਵੀ ਹੈ। ਅੱਛਾ, ਜਦੋਂ ਹੁਣ ਕੁੜੀਆਂ ਦੀ ਗੱਲ ਕਰਦੇ ਹਾਂ ਆਪਾਂ, ਕੁੜੀਆਂ ਦੇ ਨਾਲ ਫਰਕ ਬੜਾ, ਜਿਸ ਜ਼ਮਾਨੇ ਦੀ ਤੁਸੀਂ ਗੱਲ ਕਰਦੇ ਹੋ, ਜਦੋਂ ਤੁਸੀਂ ਬਚਪਨ ਦੇ ਵਿੱਚ ਹੋਵੋਗੇ, ਉਹ ਜਿਹੜਾ ਫਰਕ ਸੀ ਬੜਾ ਆਮ ਸੀ, ਉਹ ਨੋਰਮਲ ਸੀ। ਪਰ ਤੁਹਾਡੇ ਮਨ ਦੇ ਵਿੱਚ ਸਵਾਲ ਕਿਵੇਂ ਪੈਦਾ ਹੋਣੇ ਸ਼ੁਰੂ ਹੋ ਗਏ ਕੁੜੀਆਂ ਦੀ ਹੋਂਦ ਬਾਰੇ ਜਾਂ ਕੁੜੀਆਂ ਦੇ ਨਾਲ ਹੁੰਦੇ ਵਿਹਾਰ ਬਾਰੇ? ਕਿਹੋ ਜਿਹੇ ਸਵਾਲ ਸੀ ਤਾਂ ਕਿਵੇਂ ਪੈਦਾ ਹੋਏ? ਹਾਂ, ਇਹ ਸਾਡਾ ਜੋ ਸਮਾਜਿਕ ਪਿਛੋਕੜ ਹੈ ਉਹਦੇ ਵਿੱਚ ਵਿਤਕਰੇ ਤੇ ਹੁੰਦੇ ਹੀ ਨੇ। ਉਹ ਵਿਤਕਰੇ ਸੀ ਨਾ ਜਿਹੜੇ ਕਿ ਹਰ ਗੱਲ ਤੇ ਕਹਿ ਦੇਣਾ ਵੀ ਕੁੜੀਆਂ ਇਹ ਨਹੀਂ ਕਰਦੀਆਂ ਹੁੰਦੀਆਂ, ਕੁੜੀਆਂ ਇੱਥੇ ਨਹੀਂ ਬੈਠਦੀਆਂ, ਕੁੜੀਆਂ ਉੱਥੇ ਨਹੀਂ ਬੈਠਦੀਆਂ, ਕੁੜੀਆਂ ਇਹ ਨਹੀਂ ਖਾਂਦੀਆਂ। ਤਾਂ ਉਹ ਸੀ ਜਿਹੜੀਆਂ ਵਰਜਣਾਵਾਂ ਸੀਗੀਆਂ, ਉਹ ਮੇਰੇ ਅੰਦਰ ਸਵਾਲ ਬਣਦੀਆਂ ਗਈਆਂ। ਤੇ ਮੇਰੇ ਅੰਦਰ ਜ਼ਿੱਦ ਵੀ ਸੀ ਕਿ ਵੀ ਇਹਨਾਂ ਨੂੰ ਤੋੜਨਾ ਹੈ, ਵੀ ਇਹ ਕੁਛ ਐਸਾ ਨਹੀਂ ਵੀ ਕੁੜੀ ਇਹ ਨਹੀਂ ਕਰ ਸਕਦੀ, ਕੁੜੀ ਉਹ ਨਹੀਂ ਕਰ ਸਕਦੀ। ਸੋ ਉਹ ਮੈਨੂੰ ਖੁਸ਼ੀ ਹੈ ਕਿ ਉਹ ਕਾਫੀ ਕਰ ਸਕੀ ਮੈਂ, ਤੇ ਉਹਦੇ ਨਾਲ ਸਿੱਝ ਸਕੀ ਮੈਂ। ਔਰ ਸਮਾਜ ਦੇ ਵਿੱਚ ਅੱਧੀ ਸਦੀ ਦਾ ਫਰਕ ਹੈ ਅੱਜ ਔਰ ਜਦੋਂ ਅਸੀਂ ਸੰਘਰਸ਼ ਸ਼ੁਰੂ ਕੀਤਾ ਹੈ, ਅੱਧੀ ਸਦੀ ਦਾ ਫਰਕ ਹੈ। ਤੇ ਅੱਧੀ ਸਦੀ ਵਿੱਚ ਕਾਫੀ ਕੁਛ ਬਦਲ ਗਿਆ ਹੈਗਾ। ਪਰ ਫਿਰ ਵੀ ਹਾਲੇ ਵੀ ਸਮਾਜ ਦੇ ਬਹੁਤ ਸਾਰੇ ਹਿੱਸੇ ਨੇ ਜਿੱਥੇ ਕੁੜੀਆਂ ਨੂੰ ਹਾਲੇ ਵੀ ਆਪਣੇ ਲਈ ਉਹ ਆਪਣੇ ਫੈਸਲੇ ਲੈ ਸਕਣ, ਆਪਣੀ ਮਰਜ਼ੀ ਅਨੁਸਾਰ ਕੁਛ ਕਰ ਸਕਣ। ਉਹਦੇ ਲਈ ਹਾਲੇ ਵੀ ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ। ਪਾਲ ਕੌਰ ਜੀ, ਤੁਸੀਂ ਥੋੜ੍ਹਾ ਜਿਹਾ ਜ਼ਿਕਰ ਕੀਤਾ ਕਿ ਜਿਹੜੀ ਲੜਾਈ ਹੈ ਇਹ ਨਿੱਜੀ ਪੱਧਰ ਤੇ ਵੀ ਹੈ, ਇਹ ਸਮਾਜਿਕ ਪੱਧਰ ਤੇ ਵੀ ਹੈ, ਪਰ ਇਹ ਬੜੀ ਇੰਨੀ ਸੌਖੀ ਲੜਾਈ ਨਹੀਂ ਹੈਗੀ। ਖਾਸ ਕਰਕੇ ਤੁਸੀਂ ਉਸ ਪਰਿਵਾਰ ਦੇ ਵਿੱਚੋਂ ਜਿੱਥੇ ਤੁਹਾਡੇ ਤੋਂ ਅੱਗੇ ਪਹਿਲਾਂ 5 ਭੈਣਾਂ ਵੀ ਸਨ ਤੇ ਉਸ ਤੋਂ ਬਾਅਦ ਤੁਹਾਡੇ 2 ਵੱਡੇ ਭਰਾ ਵੀ ਸਨ, ਤੁਸੀਂ ਸਭ ਤੋਂ ਛੋਟੇ ਸੀ। ਮੈਂ ਸ਼ੁਰੂ 'ਚ ਗੱਲ ਕੀਤੀ ਆ, ਮੈਂ ਕਿਹਾ ਵੀ ਲਾਜ਼ਮੀ ਹੈ ਕਿ ਸਭ ਤੋਂ ਛੋਟਾ ਬੱਚਾ ਲਾਡਲਾ ਹੁੰਦਾ। ਤੁਹਾਡਾ ਬਚਪਨ ਕਿਹੋ ਜਿਹਾ ਰਿਹਾ? ਕਿਉਂਕਿ ਸਾਡੇ ਸੁਣਨ ਵਾਲੇ ਅੱਜ ਤੁਹਾਨੂੰ ਪਹਿਲੀ ਵਾਰੀ ਸੁਣ ਰਹੇ ਆ, ਜ਼ਰੂਰ ਇਹ ਗੱਲਾਂ ਬਾਤਾਂ ਸ਼ੇਅਰ ਕਰੋ। ਹਾਂਜੀ, ਹਾਂ, ਇਹ ਠੀਕ ਹੈ ਵੀ ਕਹਿੰਦੇ ਨੇ ਲਾਡਲਾ ਹੁੰਦਾ, ਪਰ ਸਾਡੇ ਸਮਾਜ ਦੇ ਵਿੱਚ ਕੁੜੀ ਦੇ ਨਾਲ ਸ਼ਾਇਦ ਇਹ ਨਹੀਂ ਸੀ ਹੁੰਦਾ। ਤੇ ਮੇਰੀ ਅਸਲ 'ਚ ਭੈਣਾਂ ਵੱਡੀਆਂ ਦੇ ਵਿਆਹ ਹੋ ਚੁੱਕੇ ਸੀ, 5 ਭੈਣਾਂ ਦੇ। ਜਦੋਂ ਮੇਰੀ ਪਾਲਣ ਪੋਸ਼ਣ ਹੋਇਆ ਤੇ ਉਦੋਂ ਮੇਰੇ ਨਾਲ 2 ਵੱਡੇ ਭਰਾ ਹੀ ਸੀਗੇ। ਸੋ ਉਹ ਵਿਤਕਰੇ ਹੁੰਦੇ ਮੈਂ ਜਿਹੜੇ ਦੇਖੇ, ਤੇ ਉਹ ਘਰੋਂ ਹੀ ਸ਼ੁਰੂ ਹੁੰਦੇ ਨੇ। ਉਹ ਵਿਤਕਰੇ ਆਪਣੇ ਮਾਂ-ਬਾਪ ਹੀ ਸੋਚਦੇ ਨੇ ਕਿ ਵੀ ਮੁੰਡੇ ਜ਼ਿਆਦਾ ਮਹੱਤਵਪੂਰਨ ਨੇ ਤੇ ਕੁੜੀਆਂ ਦਾ ਕੀ ਹੈ, ਚਲੋ ਆਪੇ ਕੁੜੀਆਂ ਤੇ ਐਂ ਕਹਿੰਦੇ ਨੇ ਰੁਲਦੀਆਂ ਗੁਲਦੀਆਂ ਪਲ ਜਾਂਦੀਆਂ, ਐਂ ਕਹਿ ਦਿੰਦੇ ਸੀ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੇਰੇ ਤੇ ਅਸਰ ਕਰਦੀਆਂ ਰਹੀਆਂ ਨੇ, ਜਿਨ੍ਹਾਂ ਨੂੰ ਫਿਰ ਮੈਂ ਬਾਅਦ 'ਚ ਲਿਖਿਆ, ਮੈਟਾਫਰਸ ਦੇ ਵਿੱਚ ਵੀ ਆਉਂਦੀਆਂ ਰਹੀਆਂ। ਖੱਬਲ ਇਸੇ ਕਰਕੇ ਉਹਦਾ ਇੱਕ ਮੈਟਾਫਰ ਬਣਿਆ ਜਿਹਦੇ ਤੇ ਮੈਂ ਲਿਖਿਆ। ਮਾਂ-ਬਾਪ ਦੇ ਨਾਲ ਰਿਲੇਸ਼ਨਸ਼ਿਪ ਕਿਹੋ ਜਿਹੀ ਸੀ? ਆਮ ਵਰਗਾ ਹੀ ਸੀ ਰਿਲੇਸ਼ਨਸ਼ਿਪ ਤਾਂ, ਜਿਵੇਂ ਦਾ ਆਮ ਹੁੰਦਾ ਹੈ। ਉਹ ਜਿਹੜੀ ਜਿਵੇਂ ਮੈਂ ਕਵਿਤਾ 'ਚ ਲਿਖਿਆ, ਉਹ ਪਿਤਾ ਦੇ ਨਾਲ ਉਹ ਮੇਰੇ ਜਦੋਂ ਮੈਂ ਹੋਈ ਹਾਂ ਤਾਂ ਨਹੀਂ ਕੁੜੀ ਕਿਉਂ ਹੋ ਗਈ, ਮੇਰੀ ਮਾਂ ਨਾਲ ਬੋਲਦੇ ਨਹੀਂ ਸੀ ਕਾਫੀ ਦੇਰ, ਮੇਰੇ ਨਾਲ ਕਾਫੀ ਸਾਲ ਨਹੀਂ ਬੋਲੇ। ਅੱਛਾ, ਬਸ ਉਹ ਇੱਕ ਉਹ ਸਮਾਂ ਹੀ ਐਸਾ ਸੀਗਾ ਇੱਕ। ਤੇ ਫਿਰ ਮੈਂ ਸ਼ਾਇਦ 6-7 ਸਾਲ ਦੀ ਹੋਵਾਂਗੀ ਜਦੋਂ ਥੋੜਾ ਬਹੁਤ ਉਹਨਾਂ ਨਾਲ ਬੋਲਣਾ ਸ਼ੁਰੂ ਹੋਇਆ।
ਪਰ ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਮੈਂ ਤਾਂ ਤੁਹਾਡੇ ਕੋਲੋਂ ਪੁੱਛ ਰਹੀ ਹਾਂ ਕਿਉਂਕਿ ਯਕੀਨਨ ਤੌਰ 'ਤੇ ਉਹਨਾਂ ਚੀਜ਼ਾਂ ਨੇ ਬਹੁਤ ਅਸਰ ਕੀਤਾ ਹੋਊਗਾ। ਹੁਣ ਬਚਪਨ ਦੇ ਵਿੱਚ ਸਾਡੇ ਸਭ ਤੋਂ ਪਹਿਲੇ ਜਿਹੜੇ ਰੋਲ ਮਾਡਲਸ ਆ ਉਹ ਸਾਡੇ ਮਾਂ ਤੇ ਬਾਪ ਹੀ ਹੈਗੇ ਆ। ਸਭ ਤੋਂ ਜੇ ਸਾਡੇ ਲਈ ਸੁਰੱਖਿਅਤ ਥਾਂ ਹੁੰਦੀ ਆ ਤਾਂ ਉਹਨਾਂ ਦੀ ਗੋਦ ਹੀ ਸੁਰੱਖਿਅਤ ਥਾਂ ਹੁੰਦੀ ਹੈ। ਤੇ ਤੁਸੀਂ ਜ਼ਿਕਰ ਕਰ ਰਹੇ ਸੀ, ਮੈਂ ਤੁਹਾਡੇ 1-2 ਇੰਟਰਵਿਊਜ਼ ਵੀ ਦੇਖਿਆ ਜਿਹਦੇ ਵਿੱਚ ਤੁਸੀਂ ਇਹ ਗੱਲ ਖਾਸ ਤੌਰ 'ਤੇ ਕਹੀ ਹੈ ਕਿ ਬਾਪ ਨੇ ਤਾਂ ਮਾਂ ਨੂੰ ਵੀ ਨਹੀਂ ਉਸ ਵੇਲੇ ਬੁਲਾਇਆ ਸੀ ਜਿਸ ਵੇਲੇ ਤੁਸੀਂ ਪੈਦਾ ਹੋ ਗਏ ਸੀ। ਸ਼ਾਇਦ ਤੁਹਾਨੂੰ ਪੈਦਾ ਹੋਣ ਤੋਂ ਪਹਿਲਾਂ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਵਾਕਈ ਉਹ ਜਿਹੜੀ ਖੱਬਲ ਨਿਕਲੀ ਆ ਉਹਦੇ ਵਿੱਚੋਂ ਹੀ ਨਿਕਲੀ ਹੈ। ਬਾਕੀ ਛੋਟੀਆਂ ਤੁਹਾਡੀਆਂ ਗੱਲਾਂ, ਜਿਹੜੀ ਇੰਡੀਪੈਂਡੈਂਟ ਹੋਣ ਦੀ ਲੜਾਈ ਤੁਹਾਡੀ ਸ਼ੁਰੂ ਹੋ ਗਈ, ਮੈਨੂੰ ਬੜੀ ਇੰਟਰਸਟਿੰਗ ਉਹ ਗੱਲ ਲੱਗੀ ਤੁਹਾਡੀ ਜਿਹਦੇ 'ਚ ਤੁਸੀਂ ਜ਼ਿਕਰ ਕਰਦੇ ਹੋ ਕਿ ਵੀ ਮੈਂ ਕਮਾਈ ਕਰਨਾ ਚਾਹੁੰਦੀ ਸੀ। ਤੁਸੀਂ ਛੋਟੇ ਹੁੰਦੇ ਜਿਹੜੇ ਔਰਤਾਂ ਮਿਰਚਾਂ ਤੋੜਦੀਆਂ ਸੀ ਉਹਨਾਂ ਦੇ ਨਾਲ ਜਾ ਕੇ ਮਿਰਚਾਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਤੁਹਾਡੇ ਹੱਥ ਦੇ ਵਿੱਚ ਕੁਝ ਪੈਸੇ ਆ ਸਕਣ। ਹੌਲੀ ਹੌਲੀ ਤੁਸੀਂ ਵੱਡੇ ਹੋਏ, ਸਰਫ ਵੇਚਣ ਦਾ ਕੰਮ ਸ਼ੁਰੂ ਕੀਤਾ। ਪੜ੍ਹਾਈ ਲਿਖਾਈ ਦਾ ਜਿਹੜਾ ਸਿਲਸਿਲਾ ਸੀ ਉਹ ਬਾਅਦ ਦੀਆਂ ਗੱਲਾਂ ਸੀ। ਜੇ ਕੁਝ ਉਹ ਜਿਹੜੀਆਂ ਤੁਹਾਡੀਆਂ ਖਾਹਿਸ਼ਾਂ ਸਨ ਜਿਹੜੀਆਂ ਤੁਸੀਂ ਉਸ ਤਰੀਕੇ ਦੇ ਨਾਲ ਪੂਰੀਆਂ ਕਰਨਾ ਚਾਹੁੰਦੇ ਸਨ, ਉਹ ਕੀ ਸੀ? ਉਹ ਤੇ ਇੱਕ ਬੜੀ ਬਾਲੜੀ ਜੀ ਖਾਹਿਸ਼ ਸੀ ਕਿ ਮੇਰਾ ਭਰਾ ਜਿਹੜਾ ਉਹ ਗੋਲੀਆਂ ਖੇਡਦਾ ਸੀਗਾ, ਬੰਟੇ, ਤੇ ਉਹ ਮੇਰਾ ਵੀ ਜੀ ਕਰਦਾ ਸੀ ਵੀ ਮੈਂ ਵੀ ਖੇਡਣੀ ਹੈ। ਉਹ ਕਹਿੰਦੇ ਨਹੀਂ, ਕੁੜੀਆਂ ਨਹੀਂ ਖੇਡਦੀਆਂ ਹੁੰਦੀਆਂ। ਤੇ ਉਹ ਫਿਰ ਮੈਂ ਇੱਕ ਦਿਨ ਮਤਲਬ ਕੁੜੀਆਂ ਨਾਲ ਚਲੀ ਗਈ ਮਿਰਚਾਂ ਚੁਗਣ ਵਾਸਤੇ, ਕਿਉਂਕਿ ਉਹ ਮਿਰਚਾਂ ਜਦੋਂ ਚੁਗਦੇ ਸੀਗੇ ਤੇ ਉਹਦੇ ਵਿੱਚੋਂ ਚੁਗਣ ਦਾ ਜਿਹੜਾ ਹਿੱਸਾ ਸੀਗਾ ਮਾਲਕ ਉਹ ਦੇ ਦਿੰਦਾ ਸੀਗਾ ਤੇ ਉਹ ਫਿਰ ਵੇਚ ਕੇ ਮਿਰਚਾਂ ਤੇ ਉਹਦੇ ਪੈਸੇ ਮਿਲਦੇ ਸੀ। ਤੇ ਉਹ ਫਿਰ ਮੈਂ ਪਿੰਡ ਚਲੀ ਗਈ ਉਹਨਾਂ ਕੁੜੀਆਂ ਨਾਲ ਮਿਰਚਾਂ ਚੁਗ ਕੇ ਸ਼ਾਮ ਨੂੰ ਜਿਸ ਵੇਲੇ ਆਈ ਤੇ ਉਹਦੇ ਪੈਸੇ ਮਿਲੇ, ਉਹਨਾਂ ਨਾਲ ਮੈਂ ਗੋਲੀਆਂ ਖਰੀਦੀਆਂ। ਅੱਛਾ, ਗੋਲੀਆਂ ਤਾਂ ਖਰੀਦੀਆਂ, ਗੋਲੀਆਂ ਫਿਰ ਤੁਸੀਂ ਖੇਡੇ ਹੋਗੇ। ਇਹ ਆਪਣਾ ਪਹਿਲਾ ਸ਼ੌਕ ਸੀ ਜਿਹੜਾ ਮੈਂ ਪੂਰਾ ਕੀਤਾ ਬੰਟੇ ਖੇਡਣ ਦਾ ਕਮਾਈ ਨਾਲ। ਅੱਛਾ, ਆਪਣੇ ਔਰ ਆਪਣੀ ਆਪਣਾ ਆਪ ਕਮਾਈ। ਉਹਦਾ ਮਤਲਬ ਇਹ ਸੀ ਵੀ ਜੇ ਤੁਸੀਂ ਨਹੀਂ ਕਰੋਗੇ ਤੇ ਮੈਂ ਆਪੇ ਕਰਾਂਗੀ। ਤਾਂ ਇਸੇ ਤਰ੍ਹਾਂ ਹੀ ਫਿਰ ਮੈਂ ਜਦੋਂ BA 'ਚ ਪੜ੍ਹਦੀ ਸੀਗੀ ਉਹ ਮੈਨੂੰ ਪੜ੍ਹਾਉਂਦੇ ਨਹੀਂ ਸੀ। ਪੰਜਵੀਂ ਤੋਂ ਬਾਅਦ ਹੀ ਕਹਿਣ ਲੱਗੇ ਸੀ ਹੋਰ ਨਹੀਂ ਪੜ੍ਹਾਉਣਾ। ਤੇ ਉਹ ਵੀ ਘਰ 'ਚ ਕਈ ਵਾਰੀ ਫਿਰ ਹੋਣਾ, ਬਹਿਸ ਬੂਸ ਹੋਣੀ ਤੇ ਪੜ੍ਹਾਇਆ। BA ਤੱਕ ਮੈਂ ਜਦੋਂ ਪਹੁੰਚੀ, BA ਫਸਟ ਈਅਰ 'ਚੋਂ ਫੇਰ ਕਹਿੰਦੇ ਹੁਣ ਅੱਗੇ ਨਹੀਂ ਪੜ੍ਹਾਉਣਾ। ਤੇ BA ਫਸਟ ਈਅਰ ਦੇ ਮੈਂ ਜਿਸਲੇ ਪੇਪਰ ਦਿੱਤੇ ਉਹਦੇ ਤੇ ਉਸ 2 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਸੀਗੀਆਂ ਤੇ ਉਹ ਛੁੱਟੀਆਂ 'ਚ ਫਿਰ ਮੈਂ ਉਹ ਸਰਫ ਵੇਚਣ ਵਾਲੀ ਕੰਪਨੀ ਸੀ ਤੇ ਉਹ ਜਾ ਕੇ ਉਹਦੇ 'ਚ ਕਰ ਲਈ ਨੌਕਰੀ। 150 ਰੁਪਇਆ ਮਹੀਨਾ ਮਿਲਦਾ ਸੀਗਾ ਤੇ ਉਹ ਸਾਰਾ ਦਿਨ ਸਰਫ ਘਰਾਂ 'ਚ ਵੇਚਣੀ ਹੁੰਦੀ ਸੀ ਜਾ ਕੇ। ਉਹ 2 ਮਹੀਨੇ ਮੈਂ ਸਰਫ ਵੇਚੀ ਤੇ 300 ਰੁਪਏ ਮੈਨੂੰ ਮਿਲੇ ਉਹਦੇ ਤੇ ਉਹ ਮੈਂ ਜਾ ਕੇ ਦਾਖਲਾ ਭਰਤਾ। ਪਰ ਘਰੋਂ ਜਾਣ ਦੀ, ਘਰੋਂ ਇਸ ਤਰ੍ਹਾਂ ਕੰਮ ਕਰਨ ਦੀ ਇਜਾਜ਼ਤ ਹੈ ਸੀ ਉਹਨਾਂ ਦਿਨਾਂ ਦੇ ਵਿੱਚ? ਨਹੀਂ, ਬਸ ਲੜ ਲੁੜ ਕੇ ਤੁਰ ਜਾਂਦੀ ਸੀ। ਕਹਿੰਦੀ ਸੀ ਮੈਂ ਨੌਕਰੀ ਕਰਨ ਲੱਗੀ ਆ ਤੇ ਹਰ ਗੱਲ ਲਈ ਘਰੋਂ ਜਾਣ ਲਈ ਵੀ ਲੜਨਾ ਪੈਂਦਾ ਸੀ। ਇੰਨੀਆਂ ਸੌਖੀਆਂ ਨਹੀਂ ਕਵਿਤਾਵਾਂ ਬਣ ਜਾਂਦੀਆਂ, ਸਾਹਿਤ ਇੰਨਾ ਸੌਖਾ ਨਹੀਂ ਰਚਿਆ ਜਾਂਦਾ। ਤੁਸੀਂ ਬੜੀ ਖੂਬਸੂਰਤ ਇੰਟਰੋਡਕਸ਼ਨ ਦਿੱਤੀ ਹੈ ਵੀ ਔਰਤ ਨੂੰ ਦਰਦ ਦਿਓ ਤੇ ਫਿਰ ਉਹਨੂੰ ਸਾਹਿਤਕਾਰ ਬਣਾ ਲਓ। ਤੇ ਹੈ ਹੀ ਹੈ, ਹਰ ਔਰਤ ਜਦੋਂ ਲਿਖਦੀ ਹੈ ਤੇ ਉਹਦੇ ਪਿੱਛੇ ਬਹੁਤ ਲੰਬੀਆਂ ਕਹਾਣੀਆਂ ਹੁੰਦੀਆਂ ਨੇ। ਔਰ ਦੁਨੀਆ ਭਰ 'ਚ ਔਰਤਾਂ ਨੇ ਜਦੋਂ ਲਿਖਿਆ ਤੇ ਉਹਨਾਂ ਦੇ ਪਿੱਛੇ ਇੰਨੇ ਸੰਘਰਸ਼ ਨੇ ਸਭ ਦੇ ਪਿੱਛੇ। ਮੈਨੂੰ ਆਪਣਾ ਤਾਂ ਬਹੁਤ ਛੋਟਾ ਹੀ ਲੱਗਦਾ ਹੈ। ਪਾਲ ਕੌਰ ਜੀ, ਇੱਕ ਕਮਰਸ਼ੀਅਲ ਬ੍ਰੇਕ ਤੇ ਖਬਰਾਂ ਦੇ ਲਈ ਆਪਾਂ ਨੂੰ ਰੁਕਣਾ ਪੈਣਾ, ਉਸ ਤੋਂ ਬਾਅਦ ਆਪਾਂ ਇਹ ਗੱਲਬਾਤ ਜਾਰੀ ਰੱਖਾਂਗੇ। ਮੈਂ ਆਪਣੀ ਸੁਣਨ ਵਾਲਿਆਂ ਨੂੰ ਦੱਸ ਦਿਆਂ ਕਿ ਪਾਲ ਕੌਰ ਹੁਣੀ ਇਹਨਾਂ ਨੇ MCM DAV ਕਾਲਜ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕੀਤੀ। ਉਸ ਤੋਂ ਬਾਅਦ ਕੁਰੂਕਸ਼ੇਤਰਾ ਤੋਂ ਇਹਨਾਂ ਨੇ ਮਾਸਟਰਸ ਡਿਗਰੀ ਕੀਤੀ, PhD ਕੀਤੀ ਤੇ ਅੰਬਾਲਾ ਸ਼ਹਿਰ ਦੇ SA ਜੈਨ ਕਾਲਜ ਦੇ ਵਿੱਚ ਇਹ ਪੰਜਾਬੀ ਪੜ੍ਹਾਉਂਦੇ ਰਹੇ। ਇੱਕ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਉਸ ਤੋਂ ਬਾਅਦ ਬਚਪਨ ਦੇ ਵਿੱਚ ਜਿਹੜਾ ਮਾਹੌਲ ਸੀ ਕੋਈ ਬਹੁਤਾ ਉਹਨਾਂ ਨੂੰ ਇਸ ਤਰ੍ਹਾਂ ਦਾ ਨਹੀਂ ਲੱਗਾ ਕਿ ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਉਹ ਖੁੱਲ੍ਹ ਕੇ ਪਲ ਸਕਦੇ ਸਨ, ਖੁੱਲ੍ਹ ਕੇ ਆਪਣੀ ਗੱਲ ਕਹਿ ਸਕਦੇ ਸਨ। ਪਰ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੇ ਕਵਿਤਾ ਕਹਿਣੀ, ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਮੈਂ ਇੱਕ ਗੱਲ ਹੋਰ ਮਹਿਸੂਸ ਕਰਦੀ ਹਾਂ ਕਿਉਂਕਿ ਕਈ ਵਾਰ ਪੜ੍ਹੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਤੁਹਾਨੂੰ ਯਾਦ ਰਹਿ ਜਾਂਦੀਆਂ, ਤੁਹਾਡੇ ਮਨ 'ਤੇ ਅਸਰ ਵੀ ਕਰਦੀਆਂ। ਇੱਕ ਥਾਂ 'ਤੇ ਮੈਂ ਪੜ੍ਹਿਆ ਸੀ, ਕਹਿੰਦੇ ਕਿ ਔਰਤ ਦੇ ਅੰਦਰ ਇੱਕ ਰਾਣੀ ਹੁੰਦੀ ਹੈ, ਰਾਣੀ ਨਾਲ ਗੱਲ ਕਰੋਗੇ ਤਾਂ ਰਾਣੀ ਜਵਾਬ ਦੇਵੇਗੀ। ਸਾਡੇ ਨਾਲ ਅੱਜ ਸ਼ਬਦਾਂ ਦੀ ਰਾਣੀ ਹੈ ਪਾਲ ਕੌਰ ਜੀ। ਤੁਸੀਂ ਜ਼ਿਕਰ ਕਰ ਰਹੇ ਸੀ ਕਿ ਤੁਹਾਡੇ ਆਪਣੇ ਪਿਤਾ ਜੀ ਵੀ ਕਵਿਤਾਵਾਂ ਲਿਖਿਆ ਕਰਦੇ ਸੀ, ਤੁਸੀਂ ਵੀ ਕਵਿਤਾਵਾਂ ਲਿਖਦੇ ਹੋ
ਦੇਖੋ, ਤੁਸੀਂ ਜ਼ਿਕਰ ਕੀਤਾ ਕਿ ਉਹ ਧਾਰਮਿਕ ਕਵਿਤਾਵਾਂ ਲਿਖਦੇ ਸੀ, ਉਹ ਆਜ਼ਾਦੀ ਦੇ ਨਾਲ ਸੰਬੰਧਿਤ ਕਵਿਤਾਵਾਂ ਲਿਖਦੇ ਹੁੰਦੇ ਸੀ, ਤੁਸੀਂ ਵੀ ਕਵਿਤਾਵਾਂ ਲਿਖਦੇ ਹੋ, ਪਰ ਉਹਨਾਂ ਦੇ ਖਿਆਲਾਤ ਤੇ ਤੁਹਾਡੇ ਖਿਆਲਾਤ ਬਿਲਕੁਲ ਵੱਖੋ ਵੱਖਰੇ ਖਿਆਲ ਸੀ। ਸੋ ਇੱਕ ਆਦਮੀ ਦਾ ਕਵੀ ਹੋਣਾ ਤੇ ਇੱਕ ਔਰਤ ਦਾ ਕਵਿਤਰੀ ਹੋਣਾ, ਜਾਂ ਫਿਰ ਦੂਸਰੇ ਸ਼ਬਦਾਂ 'ਚ ਇਹ ਕਹਿ ਲਓ ਕਿ ਤੁਹਾਨੂੰ ਸ਼ਾਇਦ ਨਾਰੀਵਾਦੀ ਜਦੋਂ ਕਵਿਤਰੀ ਕਿਹਾ ਜਾਂਦਾ, ਇਹਦੇ ਨਾਲ ਦਾਇਰਾ ਵੱਡਾ ਹੋ ਜਾਂਦਾ ਜਾਂ ਛੋਟਾ ਹੋ ਜਾਂਦਾ? ਦਾਇਰਾ ਤੇ ਦੇਖੋ, ਨਾਰੀਵਾਦੀ ਕਹਿ ਕੇ ਦਾਇਰਾ ਛੋਟਾ ਹੀ ਹੁੰਦਾ ਹੈ, ਕਿਉਂਕਿ ਮੈਂ ਤੇ ਸਭ ਵਿਸ਼ਿਆਂ ਤੇ ਕਵਿਤਾ ਲਿਖੀ ਹੈ ਜੀ। ਪਰ ਜਦੋਂ ਤੁਸੀਂ ਔਰਤ ਦੇ ਹੱਕਾਂ ਦੀ ਗੱਲ ਕਰਦੇ ਹੋ, ਕੁੜੀਆਂ ਦੇ ਦੁੱਖ ਦਰਦ ਦੀ ਗੱਲ ਕਰਦੇ ਹੋ, ਜਦੋਂ ਤੁਸੀਂ ਆਪਣੀ ਜੀਣ ਦੇ ਫੈਸਲੇ ਕਰਨ ਦਾ ਹੱਕ ਮੰਗਦੇ ਹੋ, ਤੇ ਸਾਰੇ ਕਹਿ ਦਿੰਦੇ ਨੇ ਵੀ ਇਹ ਨਾਰੀਵਾਦੀ ਕਵਿਤਰੀ ਹੈ। ਲੇਕਿਨ ਉਹਦੇ ਨਾਲ ਮੈਂ ਜਦੋਂ ਪੰਜਾਬ ਦੇ ਹਾਲਾਤ, ਜੋ 80ਵਾਂ ਦਹਾਕਾ ਸੀ ਪਿਛਲੀ ਸਦੀ ਦਾ, ਤੇ ਪੰਜਾਬ ਦਾ ਜਿਹੜਾ ਦੁਖਾਂਤ ਸੀ, ਉਹਦੇ ਨਾਲ ਸੰਬੰਧਿਤ ਮੇਰੀ ਇੱਕ ਕਿਤਾਬ ਦਾ ਨਾਮ ਤੁਸੀਂ ਲਿਆ ਸੀ, ਬਲਦੇ ਖਤਾਂ ਦੇ ਸਰਨਾਵੇਂ, ਤਾਂ ਉਹਦੇ ਵਿੱਚ ਪੰਜਾਬ ਨਾਲ ਸੰਬੰਧਿਤ ਕਵਿਤਾਵਾਂ ਸੀ। ਔਰ ਪਿਛਲੇ ਕੁਝ ਸਮੇਂ ਤੋਂ ਮੈਂ ਲਿਖ ਰਹੀ ਹਾਂ ਜੋ ਇਸ ਵੇਲੇ ਦੇਸ਼ ਦੇ ਸਾਡੇ ਦੇ ਹਾਲਾਤ ਨੇ, ਉਹਨਾਂ ਬਾਰੇ ਲਿਖ ਰਹੀ ਹਾਂ। ਤਾਂ ਉਹ ਕਈ ਵਾਰੀ ਇਹ ਹੋ ਜਾਂਦਾ ਵੀ ਇਹ ਕਵਿਤਾਵਾਂ ਜਿਹੜੀਆਂ ਨੇ, ਔਰਤ ਜੋ ਕਵਿਤਰੀਆਂ ਨੇ, ਉਹਨਾਂ ਦੀਆਂ ਇਹ ਕਵਿਤਾਵਾਂ ਅਣਗੌਲੀਆਂ ਰਹਿ ਜਾਂਦੀਆਂ। ਪਰ ਪਿਛਲੇ ਕੁਝ ਸਮੇਂ ਤੋਂ ਹੋਰ ਵੀ ਮੇਰੇ ਨਾਲ ਕਈ ਕਵੀ ਔਰਤਾਂ ਨੇ ਜਿਹੜੀਆਂ ਸਮਕਾਲੀ ਵਿਸ਼ਿਆਂ ਤੇ ਵੀ ਲਿਖ ਰਹੀਆਂ ਨੇ। ਸੋ ਥੋੜਾ ਨਿਖਰ ਕੇ ਉਹਨਾਂ ਨੇ ਵੀ ਆਉਣਾ ਸ਼ੁਰੂ ਕੀਤਾ। ਪਹਿਲੇ ਸਮਿਆਂ 'ਚ ਜ਼ਿਆਦਾਤਰ ਨਹੀਂ ਸੀ ਮੰਨਿਆ ਜਾਂਦਾ, ਸਿਰਫ ਨਾਰੀਵਾਦੀ ਕਵਿਤਾ ਹੀ ਉਹਨਾਂ ਦੀ ਮੰਨੀ ਜਾਂਦੀ ਸੀ। ਸੋ ਨਾਰੀਵਾਦੀ ਕਿਹਾ ਦਾਇਰਾ ਤਾਂ ਛੋਟਾ ਹੁੰਦਾ ਹੀ ਹੈ, ਦਾਇਰਾ ਛੋਟਾ ਹੁੰਦਾ। ਕਵੀ ਨੂੰ ਕਵੀ ਮੰਨਣਾ ਚਾਹੀਦਾ ਮੇਰੇ ਹਿਸਾਬ ਨਾਲ। ਤੇ ਮੇਰਾ ਦਿਲ ਕਰਦਾ ਕਿ ਤੁਹਾਡੀਆਂ ਕਵਿਤਾਵਾਂ ਇੱਕ ਤੋਂ ਇੱਕ ਵੱਧ ਕੇ ਆ। ਮੇਰਾ ਦਿਲ ਕਰੀ ਜਾ ਰਿਹਾ ਕਿ ਮੈਂ ਉਹ ਕਵਿਤਾਵਾਂ ਸੁਣਨ ਵਾਲਿਆਂ ਦੇ ਨਾਲ ਸਾਂਝੀਆਂ ਕਰਾਂ। ਮੈਂ ਤੁਹਾਨੂੰ ਵੀ ਮੌਕਾ ਨਹੀਂ ਦੇ ਰਹੀ, ਇਹ ਨਹੀਂ ਕਹਿ ਰਹੀ ਕਿ ਆਪਣੀ ਕਵਿਤਾ ਸੁਣਾਓ। ਇੱਕ ਕਵਿਤਾ ਹੈ ਜੀ ਪਾਲ ਕੌਰ ਹੋਣਾ ਦੀ, ਜਿਹਦਾ ਟਾਈਟਲ ਹੈ ਪਛਾਣ ਪੱਤਰ। ਕਹਿੰਦੇ ਬਹੁਤ ਖੂਬਸੂਰਤ ਹੈ, ਮੈਂ ਸਾਂਝੀ ਕਰਨ ਲੱਗੀ ਇਹ ਵੀ ਆਪਣੇ ਸੁਣਨ ਵਾਲਿਆਂ ਦੇ ਨਾਲ। ਛੋਟੀਆਂ ਛੋਟੀਆਂ ਕਵਿਤਾਵਾਂ ਨੇ ਪਰ ਬਹੁਤ ਡੂੰਘੀਆਂ ਨੇ। ਬੇਵਸਾਹੀ ਹਾਂ ਬੜੀ ਜ਼ਰੂਰੀ ਦਸਤਾਵੇਜ਼ ਦੀ, ਬੇਵਸਾਹੀ ਹਾਂ ਬੜੀ ਜ਼ਰੂਰੀ ਦਸਤਾਵੇਜ਼ ਦੀ, ਪਛਾਣ ਪੱਤਰ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਵੋਟਰ ਕਾਰਡ, ਅਲਾਣਾ ਫਲਾਣਾ ਫੋਟੋ ਕਾਪੀ ਹੋ ਜਾਂਦੀ ਏ ਇਨ ਬਿਨ। ਸੋਚਦੀ ਹਾਂ ਅਸਲ ਘਰ ਸਾਂਭਦਿਆਂ, ਸੋਚਦੀ ਹਾਂ ਕਿ ਅਸਲ ਘਰ ਸਾਂਭਦਿਆਂ ਤੇ ਫੋਟੋ ਕਾਪੀ ਨਾਲ ਲਈ ਫਿਰਾਂ। ਨਹੀਂ ਪਛਾਣ ਆਉਂਦੀ ਪਰ ਅਸਲ ਨਕਲ ਦੀ, ਹੁੰਦੀ ਹਾਂ ਰੋਜ਼ ਕਿੰਨੀ ਕਿੰਨੀ ਫੋਟੋ ਸਟੇਟ, ਇੱਥੇ ਉੱਥੇ ਵੰਡੀ ਦੀ। ਸ਼ਾਮ ਨੂੰ ਫਿਰ ਅੰਦਰ ਵੜ ਲੱਭਣ ਲੱਗਦੀ ਅਸਲ ਕਾਪੀ ਆਪਣੀ। ਇਹ ਸੀ ਜੀ ਪਛਾਣ ਪੱਤਰ। ਤੁਸੀਂ ਬਚਪਨ ਤੋਂ ਜੋ ਸਟਰਗਲ ਕਰ ਰਹੇ ਸੀ, ਜਾਂ ਬਚਪਨ 'ਚ ਜਿਹੜੀ ਚੀਜ਼ ਨੇ ਤੁਹਾਨੂੰ ਲਿਖਣ ਲਈ ਵੀ ਪ੍ਰੇਰਿਤ ਕੀਤਾ, ਆਲੇ ਦੁਆਲੇ ਦੇ ਮਾਹੌਲ ਨੇ ਵੀ, ਉਹ ਮਸਲਾ ਪਛਾਣ ਦਾ ਹੀ ਸੀ। ਪਾਲ ਕੌਰ ਜੀ, ਪਛਾਣ ਮਿਲ ਗਈ ਹੈ? ਜੇ ਆਪਣੀ ਪਛਾਣ, ਜੇ ਅਸਲ ਪਛਾਣ ਦੀ ਗੱਲ ਕਰਨੀ ਹੋਵੇ, ਕਿਸੇ ਨੂੰ ਆਪਣੀ ਪਛਾਣ ਦੱਸਣੀ ਹੋਵੇ, ਕੀ ਪਹਿਚਾਣ ਹੈ ਪਾਲ ਕੌਰ ਦੀ? ਮੈਨੂੰ ਲੱਗਦਾ ਤੇ ਹੈ ਮਿਲ ਗਈ ਹੈ ਮੈਨੂੰ। ਹਾਂ, ਕਾਫੀ ਹੱਦ ਤੱਕ ਮਿਲ ਗਈ ਹੈ। ਦੋ ਗੱਲਾਂ ਹੁੰਦੀਆਂ, ਇੱਕ ਉਹ ਚੀਜ਼ ਆ ਜਿਹਨੂੰ ਪਾਲ ਕੌਰ ਨੂੰ ਲੋਕ ਜਾਣਦੇ ਆ, ਲੋਕ ਪੜ੍ਹਦੇ ਆ। ਦੂਸਰਾ ਇਹ ਹੈ ਕਿ ਪਾਲ ਕੌਰ ਆਪਣੇ ਸਾਹਮਣੇ ਜੋ ਹੈ ਆਪਣੇ ਆਪ ਦੇ ਨਾਲ ਹੈ। ਤੁਸੀਂ ਕਿਹਾ ਕਿ ਤੁਸੀਂ ਬਹੁਤ ਜ਼ਿੱਦੀ ਹੋ, ਮੈਨੂੰ ਪਤਾ ਕਿ ਤੁਸੀਂ ਬਹੁਤ ਦ੍ਰਿੜ ਇਰਾਦੇ ਵਾਲੇ ਵੀ ਰਹੇ ਹੋ ਤੇ ਪ੍ਰਤੀਤ ਹੁੰਦੇ ਹੋ, ਇਸ ਵੇਲੇ ਵੀ ਤੁਹਾਡਾ ਉਹ ਇਰਾਦਾ ਕਾਇਮ ਹੈਗਾ। ਪਰ ਜਿਸ ਵੇਲੇ ਸਮਾਜ ਦੇ ਵਿੱਚ ਵਿਚਰਨ ਦੀ ਗੱਲ ਹੁੰਦੀ ਹੈ, ਜਿੰਨੇ ਮਰਜ਼ੀ ਤੁਸੀਂ ਵੋਕਲ ਹੁੰਦੇ ਹੋ, ਜਿੰਨੇ ਮਰਜ਼ੀ ਤੁਸੀਂ ਸਹੀ ਤਰੀਕੇ ਦੇ ਨਾਲ ਸ਼ਬਦਾਂ ਨੂੰ ਲੈ ਕੇ ਆਪਣੀ ਗੱਲਾਂ ਨੂੰ ਐਕਸਪ੍ਰੈਸ ਕਰ ਰਹੇ ਹੋ, ਦੋਗਲੇਪਣ ਦੀ ਹਾਲੇ ਵੀ ਲੋੜ ਪੈਂਦੀ ਆ? ਨਹੀਂ, ਹੁਣ ਨਹੀਂ ਪੈਂਦੀ। ਦੋਗਲੇ ਨਹੀਂ ਹੋ ਤੁਸੀਂ? ਦੋਗਲੀ ਤਾਂ ਮੈਂ ਪਹਿਲਾਂ ਵੀ ਨਹੀਂ ਸੀ। ਪਹਿਲਾਂ ਕਈ ਵਾਰੀ ਐਵੇਂ ਹਾਸੇ 'ਚ ਟਾਲ ਦਈਦਾ ਸੀ ਗੱਲਾਂ, ਤੇ ਹੁਣ ਨਹੀਂ। ਹੁਣ ਆਪਾਂ ਜੋ ਮਹਿਸੂਸ ਕਰਦੇ ਆ ਕਿਸੇ ਨੂੰ, ਕਈ ਵਾਰੀ ਨਾ ਬੰਦਾ ਸੋਚਦਾ ਕਿ ਹੁਣ ਮੈਂ ਆਪਦੀ ਕਹਾਣੀ ਕੀ ਸੁਣਾਵਾਂ, ਤੇ ਉਹ ਤੁਸੀਂ ਟਾਲ ਦਿੰਦੇ ਹੋ। ਤੁਸੀਂ ਹਰ ਇੱਕ ਗੱਲ, ਹਰ ਬੰਦੇ ਕੋਲ ਗੱਲ ਨਹੀਂ ਨਾ ਕਰ ਸਕਦੇ, ਤੇ ਫਿਰ ਤੁਸੀਂ ਥੋੜਾ ਜਿਹਾ ਟਾਲ ਦਿੰਦੇ ਹੋ, ਤੇ ਵੀ ਲੋਕੀ ਸਮਝਣਗੇ ਨਹੀਂ। ਕਿਉਂਕਿ
ਮੈਂ ਕਈ ਵਾਰੀ ਜਿਹੜੀ ਪਛਾਣ ਦੀ ਗੱਲ ਕੀਤੀ ਹੈ ਤੁਸੀਂ, ਤੇ ਜਿਵੇਂ ਕਿਸੇ ਨੇ ਮੇਰੇ ਨਾਲ ਕੀ ਹੁੰਦਾ ਸੀ ਵੀ ਜੋ ਜਿਵੇਂ ਮੇਰੀ ਕੋਈ ਇੰਟਰੋਡਕਸ਼ਨ ਦੇਵੇ ਤੇ ਉਹ ਕਹਿੰਦਾ ਸੀ ਜੀ ਡਾਕਟਰ ਪਾਲ ਕੌਰ ਨੇ, ਇਹ ਕਾਲਜ ਦੇ ਵਿੱਚ ਪ੍ਰੋਫੈਸਰ ਨੇ, ਇਹ ਇਹਨਾਂ ਦਾ ਘਰ ਹੈ, ਉਹ ਤੁਸੀਂ ਕਰ ਲਿਆ, ਸਾਰਾ ਕੁਛ ਹਾਸਿਲ ਕਰ ਲਿਆ। ਤੇ ਫਿਰ ਅਗਲਾ ਅੱਗੋਂ ਪੁੱਛਦਾ ਸੀ ਅੱਛਾ ਇਹਨਾਂ ਦੇ ਪਤੀ? ਤਾਂ ਉੱਥੇ ਜਦੋਂ ਜਿਹੜਾ ਉਹ ਸਵਾਲ ਹੁੰਦਾ ਸੀਗਾ, ਉੱਥੇ ਅਗਲੇ ਦੀਆਂ ਨਾ ਜਿਹੜੀਆਂ ਅੱਖਾਂ 'ਚ ਚਮਕ ਹੁੰਦੀ ਸੀ, ਤਾਂ ਉਹ ਚਮਕ ਜਿਹੜੀ ਆ ਉਹ ਧੀਮੀ ਪੈ ਜਾਂਦੀ ਸੀ। ਅੱਛਾ। ਤਾਂ ਉਹ ਇਹ ਸਾਡੇ ਵੇਲਿਆਂ ਦੀ ਗੱਲ ਹੈ, ਪਰ ਹੁਣ ਇਹਦੀ ਵੀ ਪਹਿਚਾਣ ਜਿਹੜੀ ਆ ਉਹ ਬਣਨ ਲੱਗ ਪਈ ਹੈ ਕਿ ਕੋਈ ਵੀ ਔਰਤ ਆਪਣੀ ਪਛਾਣ ਆਪ ਹੈ, ਕਿਉਂਕਿ ਸਾਡੀ ਪਛਾਣ ਹਮੇਸ਼ਾ ਮੁਤਾਜ ਰਹੀ ਹੈ ਜਾਂ ਪਿਓ ਦੀ ਤੇ ਜਾਂ ਪਤੀ ਦੀ। ਇਹ ਫਲਾਣੇ ਦੀ ਧੀ ਹੈ ਜਾਂ ਫਲਾਣੇ ਦੀ ਪਤਨੀ ਹੈ। ਮੇਰੀ ਲੜਾਈ ਇਹੀ ਸੀਗੀ ਕਿ ਬਈ ਮੈਂ ਕੀ ਹਾਂ, ਵੀ ਮੇਰੀ ਲੜਾਈ ਕੀ ਹੈ ਕਿ ਮੈਨੂੰ ਮੇਰੇ ਨਾਮ ਤੋਂ ਜੇ ਮੈਂ ਕੁਛ ਕੀਤਾ ਹੈ ਤੇ ਮੇਰੇ ਨਾਂ ਤੋਂ ਜਾਣਿਆ ਪਛਾਣਿਆ ਜਾਵੇ, ਚਾਹੇ ਥੋੜਾ ਹੀ ਕੀਤਾ ਹੈ, ਚਾਹੇ ਜ਼ਿਆਦਾ ਕੀਤਾ ਹੈ, ਚਾਹੇ ਥੋੜਾ ਕੀਤਾ ਹੈ, ਉਹਦੀ ਆਪਣੀ ਪਛਾਣ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਸੋ ਉਹ ਮੈਨੂੰ ਲੱਗਦਾ ਕਾਫੀ ਹੱਦ ਤੱਕ ਮਿਲੀ ਹੈ ਮੈਨੂੰ। ਮੇਰੀ ਸਗੋਂ ਇੱਕ ਕਵਿਤਾ ਹੈ ਸਿਆਸਤ ਕਵਿਤਾ ਦੀ, ਤੇ ਉਹਦੇ ਵਿੱਚ ਤੇ ਮੈਂ ਇਹੀ ਕਿਹਾ ਕਿ ਵੀ ਹਾਂ ਹੁਣ ਮੇਰੇ ਨਾਮ ਤੋਂ ਮੇਰੇ ਪਰਿਵਾਰ ਦੀ ਵੀ ਪਛਾਣ ਹੁੰਦੀ ਹੈ। ਅੱਛਾ, ਮੈਨੂੰ ਲੱਗਦਾ ਕਿ ਇਹ ਕਾਫੀ ਵੱਡੀ ਸਾਡੇ ਸਮਾਜ ਵਿੱਚ ਮੈਂ ਔਰਤ ਦੀ ਲੜਾਈ ਦੇ ਪੱਖੋਂ ਕਹਿ ਸਕਦੀ ਹਾਂ ਕਿ ਵੀ ਇਹ ਕਾਫੀ ਵੱਡੀ ਪ੍ਰਾਪਤੀ ਹੈ। ਬਿਲਕੁਲ, ਤੁਹਾਡੀ ਜਿਹੜੀ ਦਹਲੀਜ਼ ਦੇ ਇਸ ਪਾਰ ਕਵਿਤਾ ਉਹ ਇਸ ਗੱਲ ਦੀ ਗਵਾਹੀ ਭਰਦੀ ਹੈ, ਜਿਹਦੇ 'ਚ ਤੁਸੀਂ ਲਿਖਿਆ, ਜੰਮੀ ਤਾਂ ਦਹਲੀਜ਼ ਦੇ ਉਸ ਪਾਰ ਸਾਂ, ਪਰ ਜੀਵੀ ਹਾਂ ਦਹਲੀਜ਼ਾਂ ਤੋਂ ਬਾਹਰ। ਫਿਰ ਸੜਕਾਂ ਗਲੀਆਂ ਤੇ ਘਰਾਂ ਦਰਾਂ ਚੋਂ ਕੱਢੀ ਪਗਡੰਡੀ ਕੋਈ, ਤੇ ਬਣਾ ਲਿਆ ਇੱਕ ਟਿੱਲਾ ਆਪਣਾ। ਕਰਦੀ ਹਾਂ ਯਾਤਰਾ ਰੋਜ਼ ਇਸ ਟਿੱਲੇ ਤੋਂ, ਸੜਕਾਂ ਗਲੀਆਂ ਤੇ ਘਰਾਂ ਦਰਾਂ ਤੀਕ। ਆਪਣੇ ਸਨ ਕੁਝ ਦਹਲੀਜ਼ ਦੇ ਉਸ ਪਾਰ, ਆਪਣੇ ਸਨ ਕੁਝ ਦਹਲੀਜ਼ ਦੇ ਇਸ ਪਾਰ। ਕਦੇ ਜਗਦਾ ਹੈ ਕਦੇ ਬੁਝਦਾ ਹੈ ਟਿੱਲਾ ਮੇਰਾ, ਉਹਨਾਂ ਦਾ ਡਰ ਵੀ ਡਰ ਦਾ ਜਵਾਬ ਵੀ। ਕਰਦੀ ਹਾਂ ਫਿਰ ਵੀ ਇਸ ਟਿੱਲੇ ਤੋਂ, ਸੜਕਾਂ ਗਲੀਆਂ ਤੇ ਦਰਾਂ ਦਹਲੀਜ਼ਾਂ ਦੀ ਯਾਤਰਾ। ਪਰਤਦੀ ਹਾਂ ਤਾਂ ਸਾਰੀ ਝੋਲੀ ਸਮੇਟਦੀਆਂ, ਮੇਰੇ ਗੱਲ ਲੱਗੀਆਂ ਹੁੰਦੀਆਂ ਨੇ ਮੇਰੀਆਂ ਨਜ਼ਮਾਂ। ਬਹੁਤ ਹੀ ਖੂਬਸੂਰਤ। ਹਾਂ, ਇਹ ਹੁਣ ਇਹ ਹੋਇਆ ਕਿ ਜਿਹੜੀ ਹੁਣ ਅਗਲੀ ਪੀੜ੍ਹੀ ਹੈ, ਮੇਰੇ ਪਰਿਵਾਰ ਦੀ ਜਿਹੜੀ ਅਗਲੀ ਪੀੜ੍ਹੀ ਹੈ, ਉਹਨੂੰ ਵੱਧ ਮੌਕੇ ਮਿਲੇ ਨੇ। ਐਸਾ ਵੀ ਹੋਇਆ ਕਈ ਕੁੜੀਆਂ ਨੇ ਜਿਵੇਂ ਮੇਰੀ ਭੈਣਾਂ ਨੇ, ਉਹਨਾਂ ਤੋਂ ਅੱਗੇ ਪਰਿਵਾਰ ਨੇ, ਉਹਨਾਂ ਦੇ ਵੀ ਅੱਗੇ ਪਰਿਵਾਰ ਨੇ, ਤਾਂ ਐਸਾ ਹੋਇਆ ਕਿ ਉਹਨਾਂ ਨੇ ਫਿਰ ਮਿਸਾਲ ਵੀ ਦਿੱਤੀ ਕਿ ਵੀ ਜੇ ਤੁਸੀਂ ਸਾਡੀ ਗੱਲ ਨਹੀਂ ਮੰਨੋਗੇ ਤੇ ਫਿਰ ਅਸੀਂ ਮਾਫੀ ਮੰਗ ਕਰਾਂਗੇ। ਅੱਛਾ। ਉਹ ਵੀ ਆਪਣੇ ਆਪ ਚ ਇੱਕ, ਅਸੀਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ ਅੰਮ੍ਰਿਤਾ ਜੀ ਦੀਆਂ ਲੜਾਈਆਂ ਤੋਂ ਅਸੀਂ ਸਿੱਖਿਆ, ਤੇ ਹੁਣ ਅਸੀਂ ਜਿਹੜੇ ਸੰਘਰਸ਼ ਕੀਤੇ ਨੇ ਉਹ ਅਗਲੀਆਂ ਪੀੜ੍ਹੀਆਂ ਨੂੰ ਥੋੜੀ ਹੋਰ ਹੌਸਲਾ ਮਿਲ ਜਾਂਦਾ ਹੈ। ਪਾਲ ਕੌਰ ਜੀ, ਤੁਸੀਂ ਇਕੱਲੇ ਰਹਿਣ ਦਾ ਜ਼ਿਕਰ ਕੀਤਾ, ਨਾਲ ਥੋੜੀ ਜਿਹੀ ਹੁਣੀ ਤੁਸੀਂ ਗੱਲ ਕੀਤੀ ਹੈ ਕਿ ਕਈ ਵਾਰੀ ਜੇ ਜ਼ਿਆਦਤੀ ਹੁੰਦੀ ਹੈ, ਧੱਕਾ ਹੁੰਦਾ ਸਾਡੇ ਪਰਿਵਾਰ ਦੀਆਂ ਕੁੜੀਆਂ ਨਾਲ, ਜਿਹੜੀ ਤੁਹਾਡੀ ਐਕਸਟੈਂਡਡ ਫੈਮਿਲੀ ਹੋਊਗੀ ਉਹਦੇ ਵਿੱਚ ਕੁੜੀਆਂ ਜਾਂ ਤੁਹਾਡੇ ਆਲੇ ਦੁਆਲੇ ਕਹਿੰਦੇ ਕਿ ਅਸੀਂ ਨਹੀਂ ਤਾਂ ਪਾਲ ਮਾਸੀ ਵਾਂਗੂ ਕਰਾਂਗੀਆਂ, ਹੈ ਨਾ, ਇਹ ਇਸ ਤਰ੍ਹਾਂ ਦੀ ਗੱਲ ਕਰਨੀ। ਇਹ ਤਾਂ ਨਿੱਜੀ ਤੌਰ 'ਤੇ ਗੱਲ ਹੋ ਗਈ, ਪਰ ਜਦੋਂ ਆਪਾਂ ਸਾਹਿਤ ਦੀ ਗੱਲ ਕਰਦੇ ਹਾਂ, ਉਹਦਾ ਜਿਹੜਾ ਇੰਪੈਕਟ ਹੈ, ਦੇਖੋ ਇੰਟਰਵਿਊਜ਼ ਵੱਖ ਨੇ, ਜਿਹੜੇ ਹੁਣ ਆਪਾਂ ਗੱਲ ਕਰ ਰਹੇ ਹਾਂ ਜਾਂ ਤੁਹਾਡੀ ਪਹਿਲਾਂ ਇੰਟਰਵਿਊ ਹੋਏ ਆ, ਉਹਨਾਂ ਤੋਂ ਲੋਕਾਂ ਨੂੰ ਪਤਾ ਲੱਗਣਾ ਉਹ ਇੱਕ ਵੱਖਰੀ ਗੱਲ ਹੈ, ਕਿਉਂਕਿ ਉਹਦੇ ਵਿੱਚ ਤੁਸੀਂ ਨਿੱਜ ਦੀ ਗੱਲ ਵੀ ਕਰ ਰਹੇ ਹੋ, ਆਪਣੇ ਸਾਹਿਤ ਦੀ ਗੱਲ ਕਰ ਰਹੇ ਹੋ, ਤੁਸੀਂ ਸਮਾਜ ਦੀ ਗੱਲ ਕਰ ਰਹੇ ਹੋ। ਮੈਂ ਜੇ ਪਿਓਰਲੀ ਐਕਸਕਲੂਸਿਵਲੀ ਕੱਲੀਆਂ ਕਵਿਤਾਵਾਂ ਦੀ ਗੱਲ ਕਰਾਂ ਜਾਂ ਜਿਸ ਵੀ ਤਰੀਕੇ ਦੇ ਨਾਲ ਆਪਾਂ ਸਾਹਿਤ ਦੇ ਵਿੱਚ ਐਕਸਪ੍ਰੈਸ ਕਰਦੇ ਹਾਂ, ਉਹਦਾ ਜਿਹੜਾ ਇੰਪੈਕਟ ਹੈਗਾ ਉਹ ਕਿਸ ਹੱਦ ਤੱਕ ਤੁਸੀਂ ਮਹਿਸੂਸ ਕਰਦੇ ਹੋ ਕਿ ਇੱਕ ਸਾਹਿਤਕਾਰ ਕਾਫੀ ਹੱਦ ਤੱਕ ਸੁਸਾਇਟੀ ਤੇ ਇੰਪੈਕਟ ਪਾਉਂਦਾ ਹੋਇਆ ਉਹਨੂੰ ਚੇਂਜ ਕਰਨ ਦੇ ਵਿੱਚ ਮਦਦ ਕਰਦਾ ਹੈ? ਦੇਖੋ, ਇਹ ਜਿਹੜਾ ਇੰਪੈਕਟ ਹੈ ਨਾ, ਇਹ ਦਿਖਦਾ ਨਹੀਂ ਹੈ ਵੀ ਅਸੀਂ ਦੱਸ ਦਈਏ ਵੀ ਇਹ ਕੱਲ 19 ਸੀ ਤੇ ਅੱਜ 21 ਹੋ ਗਿਆ, ਲੇਕਿਨ ਇਹ ਅਸਰ ਕਰਦੀਆਂ ਨੇ, ਚੀਜ਼ਾਂ ਕਰਦੀਆਂ ਨੇ, ਅਸਰ ਕਰਦੀਆਂ ਨੇ, ਜਿਵੇਂ ਪਰਿਵਾਰ ਚ ਕੀਤੀਆਂ ਨੇ। ਏਦਾਂ ਜਿਹੜੇ ਮੇਰੀਆਂ ਵਿਦਿਆਰਥਣਾਂ ਜਿਹੜੀਆਂ ਮੇਰੇ ਕੋਲ ਪੜ੍ਹਦੀਆਂ ਸੀਗੀਆਂ, ਉਹਨਾਂ ਨੇ ਵੀ ਦੇਖਿਆ ਸਾਰਾ ਕੁਛ ਤੇ
ਉਹਨਾਂ 'ਚ ਵੀ ਉਹਨਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ, ਉਹਨਾਂ ਨੇ ਵੀ ਹੌਸਲਾ ਹੋਇਆ। ਸੋ ਜਿਹੜਾ ਹੈ ਉਹ ਕਹਿੰਦੇ ਨਾ ਵੀ ਹੌਲੀ ਹੌਲੀ ਮੈਂ ਕਹਿੰਦੀ ਹੁੰਦੀ ਹਾਂ ਕਿ ਜਿਹੜਾ ਸਮਾਜ ਦਾ ਜਿਹੜਾ ਕਿਲ੍ਹਾ ਹੈ ਤੇ ਉਹਦੀ ਅਸੀਂ ਕੋਈ ਕੰਧ ਢਾਹ ਤਾਂ ਨਹੀਂ ਸਕਦੇ, ਪਰ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਇੱਟ ਤੇ ਖਸਕਾ ਹੀ ਸਕਦੇ ਆ। ਬਹੁਤ ਖੂਬ। ਅੱਛਾ, ਜਿਹੜੇ ਤੁਹਾਡੇ ਮੇਲ ਰੀਡਰਸ ਹੈਗੇ ਆ, ਉਹਨਾਂ ਦੇ ਕੁਝ ਰਿਸਪੌਂਸਿਸ ਹੁੰਦੇ ਹੋਣਗੇ, ਜੇ ਉਹ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝੇ ਕਰ ਸਕੋ। ਹੁਣ ਤੱਕ ਆਪਾਂ ਬਹੁਤਾ ਜ਼ਿਕਰ ਕੀਤਾ, ਤੁਸੀਂ ਆਪਣੀਆਂ ਵਿਦਿਆਰਥਣਾਂ ਦਾ ਕੀਤਾ, ਆਪਣੀਆਂ ਭਾਣਜੀਆਂ ਭਤੀਜੀਆਂ ਦਾ ਜ਼ਿਕਰ ਕੀਤਾ। ਮੇਲ ਰੀਡਰਸ ਦਾ ਜਿਹੜਾ ਰਿਸਪੌਂਸ ਹੁੰਦਾ ਤੁਹਾਨੂੰ ਮਿਲ ਕੇ ਜਾਂ ਤੁਹਾਡੀਆਂ ਕਵਿਤਾਵਾਂ ਪੜ੍ਹ ਕੇ, ਉਹ ਵੀ ਜ਼ਰੂਰ ਆਉਂਦਾ ਹੋਊਗਾ। ਹਾਂਜੀ, ਉਹ ਵੀ ਅੱਛਾ ਰਿਸਪੌਂਸ ਰਿਹਾ ਮੈਨੂੰ ਤੇ ਚੰਗਾ ਮਿਲਿਆ ਰਿਸਪੌਂਸ ਹਮੇਸ਼ਾ। ਮੈਂ ਸਪੈਸੀਫਿਕਲੀ ਜਾਣਨਾ ਚਾਹੁੰਦੀ ਉਹਨਾਂ ਕਵਿਤਾਵਾਂ ਬਾਰੇ ਜਿਹੜੀਆਂ ਕੁੜੀਆਂ ਤੇ ਫੋਕਸਡ ਨੇ। ਦੇਖੋ, ਜਿਹੜੀ ਖੱਬਲ ਕਵਿਤਾ ਹੈ ਉਹਨੂੰ ਸਾਰਿਆਂ ਨੇ ਉਹਨੂੰ ਮਤਲਬ ਪੁਰਸ਼ਾਂ ਨੇ, ਆਦਮੀਆਂ ਨੇ ਵੀ ਉਹਨੂੰ ਬਹੁਤ ਪਸੰਦ ਕੀਤਾ ਕਿ ਇਹ ਉਹਨਾਂ ਵੇਲਿਆਂ ਦਾ ਜੋ ਦਰਦ ਹੈ ਸਾਡੇ ਸਮਾਜ ਦਾ, ਇਹਨੂੰ ਪੇਸ਼ ਕਰਦੀਆਂ ਨੇ। ਸੋ ਬਾਕੀ ਕਿਤੇ ਮੇਰੀ ਕਵਿਤਾ ਹੈ ਤਿਉੜੀ, ਉਹ ਕਿਤੇ ਜਿਵੇਂ ਉਹ ਚੁਭਦੀ ਹੈ ਕਈ ਵਾਰੀ, ਜੇ ਮੈਂ ਕਿਤੇ ਸੁਣਾਵਾਂ। ਤੁਹਾਡੇ ਕੋਲ ਹੈਗੀ ਇਸ ਵੇਲੇ? ਮੈਂ ਦੇਖਦੀ ਹਾਂ, ਆਪਾਂ ਕੋਸ਼ਿਸ਼ ਕਰਦੇ ਹਾਂ ਜੇ ਅਗਲੇ ਹਿੱਸੇ ਦੇ ਵਿੱਚ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਆਪਾਂ ਉਹਦੇ ਵਿੱਚ, ਜੇ ਉਸ ਤੋਂ ਬਾਅਦ ਆਪਾਂ ਤਿਉੜੀ ਵੀ ਜ਼ਰੂਰ ਸੁਣਨੀ ਚਾਹਾਂਗੇ। ਸੋ ਅੱਜ ਜਦੋਂ ਆਪਾਂ ਗੱਲਾਂ ਕਰ ਰਹੇ ਨਹੀਂ, ਜਿੱਥੇ ਉਹਨਾਂ ਨੂੰ ਰਿਜੈਕਸ਼ਨ ਲੱਗਦੀ ਹੈ। ਅੱਛਾ, ਜਿਸ ਤਰ੍ਹਾਂ ਮਨਜੀਤ ਟਿਵਾਣਾ ਨੇ ਲਿਖੀ ਸੀ ਕਵਿਤਾ ਵੀ ਆਦਮੀ ਪਤੀ ਇੱਕ ਭੁੱਖਾ ਭੇੜੀਆ ਹੈ, ਉਹਨੇ ਕਿਸੇ ਐਕਸਪੀਰੀਅੰਸ ਚੋਂ ਲਿਖ ਦਿੱਤੀ, ਔਰ ਸਾਰੀ ਉਮਰ ਸਾਰੀ ਕਵੀ ਤੇ ਸਾਰੇ ਆਲੋਚਕ ਉਹਦੇ ਪਿੱਛੇ ਪਏ ਰਹੇ, ਤੇ ਉਹ ਕਿਤੇ ਉਸ ਤਰ੍ਹਾਂ ਦਾ ਵੀ ਰਿਸਪੌਂਸ ਮਿਲਦਾ ਹੈ। ਪਰ ਇਹ ਹੈ ਕਿ ਵੀ ਮੈਂ ਕੋਈ ਆਦਮੀ ਨੂੰ ਰੱਦ ਨਹੀਂ ਕੀਤਾ, ਮੈਂ ਤਾਂ ਇਸ ਸਿਸਟਮ ਨੂੰ ਰੱਦ ਕੀਤਾ। ਮੇਰੀ ਲੜਾਈ ਆਦਮੀ ਨਾਲ ਨਹੀਂ ਹੈ, ਇਸ ਸਿਸਟਮ ਨਾਲ ਹੈ ਜੋ ਸਮਾਜ ਦਾ ਜੋ ਬਣਿਆ ਹੋਇਆ, ਜਿਹਦੇ ਵਿੱਚ ਔਰਤ ਨੂੰ ਉਹਦੀ ਪਛਾਣ ਨਹੀਂ ਮਿਲਦੀ। ਅੱਛਾ, ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਵੀ ਕਈ ਵਾਰ ਤੁਹਾਨੂੰ ਉਸ ਚੀਜ਼ ਦਾ ਇਸ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ, ਜਿਵੇਂ ਹੁਣ ਤੁਸੀਂ ਮਨਜੀਤ ਹੋਣਾ ਦੀ ਕਵਿਤਾ ਦੀ ਗੱਲ ਕੀਤੀ ਹੈ, ਤੁਸੀਂ ਇਕੱਲੇ ਰਹਿੰਦੇ ਹੋ, ਤੁਸੀਂ ਵਿਆਹ ਨਹੀਂ ਕਰਾਇਆ ਹੋਇਆ। ਸਪਸ਼ਟ ਤੌਰ ਤੇ ਜਿਹੜੀ ਇਹ ਗੱਲ ਹੈਗੀ ਆ, ਇਕੱਲੇ ਰਹਿਣਾ ਬੜਾ ਵੱਡਾ ਚੈਲੰਜ ਹੈ। ਸਾਡੇ ਬਹੁਤ ਸਾਰੇ ਸੁਣਨ ਵਾਲੇ ਆ ਜਿਹੜੇ ਜਦੋਂ ਇਸ ਗੱਲ ਨੂੰ ਸੁਣ ਰਹੇ ਆ ਤੇ ਉਹ ਹੈਰਾਨ ਵੀ ਹੁੰਦੇ ਆ, ਪਰੇਸ਼ਾਨ ਵੀ ਹੁੰਦੇ ਆ ਕਿ ਇੱਥੇ ਵੀ ਕਈ ਵਾਰੀ ਇਹ ਗੱਲ ਚੱਲਦੀ ਹੈ ਕਿ ਵਿਆਹ ਜ਼ਰੂਰੀ ਹੈ, ਵਿਆਹ ਨਹੀਂ ਜ਼ਰੂਰੀ। ਪਰ ਵਹਾਅ ਦੇ ਵਿੱਚ ਵਹਿਣਾ ਤੇ ਵਹਾਅ ਦੇ ਉਲਟ ਵਹਿਣਾ, ਇਹਦੇ ਵਿੱਚ ਬਹੁਤ ਵੱਡਾ ਫਰਕ ਹੈਗਾ। ਤੁਹਾਡੀ ਇਹ ਜਿਹੜੀ ਚੋਇਸ ਹੈਗੀ ਆ, ਇਹ ਤੁਹਾਡੀ ਬਿਲਕੁਲ ਆਪਣੀ ਨਿੱਜੀ ਚੋਇਸ ਹੈਗੀ ਸੀ, ਪਰ ਚੈਲੰਜਿੰਗ ਵੀ ਸੀ। ਜਿਹਨਾਂ ਔਰਤਾਂ ਨੇ ਖਾਸ ਕਰਕੇ ਵਿਆਹ ਨਹੀਂ ਕਰਾਏ ਹੁੰਦੇ, ਉਹਨਾਂ ਨੂੰ ਬਹੁਤ ਵਾਰੀ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ। ਮੈਂ ਇਹ ਨਹੀਂ ਪੁੱਛਾਂਗੀ ਤੁਹਾਡੇ ਕੋਲ ਕਿ ਕਿਹੋ ਜਿਹੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ, ਜੇ ਥੋੜਾ ਜਿਹਾ ਜ਼ਿਕਰ ਕਰਨਾ ਚਾਹੋ ਆਪਣੀ ਮਰਜ਼ੀ ਦੇ ਨਾਲ ਕਿ ਕਿੰਨੀ ਕੁ ਵਾਰੀ ਤੁਹਾਨੂੰ ਇਸ ਇਸ਼ੂ ਦੇ ਉੱਤੇ ਸਵਾਲ ਸੁਣਨੇ ਪਏ। ਬਹੁਤ ਵਾਰੀ, ਅਣਗਿਣਤ ਇਹ ਸਵਾਲ ਸੀ ਜਦੋਂ ਯੰਗ ਏਜ ਵਿੱਚ ਤੇ ਜ਼ਿਆਦਾ ਹੀ ਸੁਣਨੇ ਪਏ। ਹੁਣ ਫਿਰ ਜਿਵੇਂ ਜਿਵੇਂ ਉਮਰ ਹੋ ਗਈ, ਫਿਰ ਲੋਕਾਂ ਨੂੰ ਪਤਾ ਲੱਗ ਗਿਆ ਵੀ ਹੁਣ ਤੇ ਕਰਾਣਾ ਹੀ ਨਹੀਂ ਇਹਨੇ। ਅੱਛਾ, ਉਹ ਫਿਰ ਹੌਲੀ ਹੌਲੀ ਬੰਦ ਹੋ ਗਏ ਹੋਣੇ। ਸੋ ਜਿਵੇਂ ਮੈਂ ਪਰਿਵਾਰ ਤੋਂ ਸ਼ੁਰੂ ਹੋਏ ਵੀ ਤੂੰ ਕਿਸ ਤਰ੍ਹਾਂ, ਉਹਨਾਂ ਨੇ ਬੜੀ ਮੁਸ਼ਕਿਲ ਨਾਲ ਇਸ ਚੀਜ਼ ਨੂੰ ਸਵੀਕਾਰ ਕੀਤਾ। ਲੇਕਿਨ ਉਹ ਉੱਥੇ ਵੀ ਜਿਵੇਂ ਮੈਂ ਪੜ੍ਹਾਈ ਕੀਤੀ ਜ਼ੋਰ ਜ਼ਬਰਦਸਤੀ, ਉੱਥੇ ਵੀ ਮੈਂ ਬੜੀ ਛੇਤੀ MA ਕਰਨ ਤੋਂ ਬਾਅਦ ਘਰੋਂ ਬਾਹਰ ਨਿਕਲ ਗਈ ਸੀ ਤੇ ਫਿਰ ਮੈਂ ਬਾਹਰ ਹੀ ਰਹੀ ਜ਼ਿਆਦਾ ਦੇਰ। ਤੇ ਉਸ ਤੋਂ ਬਾਅਦ ਮੈਂ ਘਰ ਬਣਾ ਕੇ ਜਦੋਂ ਰਹਿਣ ਲੱਗੀ ਅੰਬਾਲੇ ਦੇ ਵਿੱਚ, ਉਹ ਇੱਕ ਜਿਹੜਾ ਨਾ ਵੱਖਰਾ ਲੋਕਾਂ ਵਾਸਤੇ ਵੱਖਰਾ ਐਕਸਪੀਰੀਅੰਸ ਸੀਗਾ ਵੀ ਕੋਈ ਕੁੜੀ ਜਿਹੜੀ ਹੈ ਉਹ ਘਰ ਬਣਾ ਕੇ ਤੇ ਰਹਿ ਰਹੀ ਹੈ ਔਰ ਉਹਨੇ ਵਿਆਹ ਨਹੀਂ ਕਰਾਇਆ। ਤਾਂ ਉਹ ਬੜਾ ਐਕਸਪੀਰੀਅੰਸ ਉਸ ਵੇਲੇ ਲੋਕਾਂ ਲਈ ਬੜਾ ਸ਼ੌਕਿੰਗ ਸੀ ਉਹਨਾਂ ਲਈ। ਸੋ ਇਸ ਕਰਕੇ ਉਹ ਹੈਰਾਨ ਹੁੰਦੇ ਸੀ, ਕਦੀ ਉਹਨਾਂ ਨੂੰ ਲੱਗਦਾ ਜੇ ਕੋਈ ਮੇਰੇ ਘਰ ਆਉਂਦਾ ਸੀ ਉਹਨਾਂ ਨੂੰ ਨਹੀਂ ਲੱਗਦਾ ਸ਼ਾਇਦ ਮੇਰੇ ਇਹਦੇ ਨਾਲ ਕੋਈ ਸੰਬੰਧ ਨੇ, ਤਾਂ ਬੰਦਾ ਕੋਈ ਮੇਰੇ ਘਰ ਆਇਆ, ਜਿਹੜਾ ਵੀ ਲੱਗਦਾ ਸੀ ਉਹਨਾਂ ਨੂੰ ਆਇਆ। ਇੱਕ ਮੈਂ ਹੋਰ ਕਹਿੰਦੀ, ਜੋ ਐਕਸਪੀਰੀਅੰਸ ਮੈਨੂੰ ਆਪਣੇ, ਜਿਵੇਂ ਮੈਂ ਪੜ੍ਹਾਉਂਦੀ ਸੀਗੀ ਕੋ ਐਜੂਕੇਸ਼ਨ 'ਚ, ਤਾਂ ਜਿਹੜੀਆਂ ਮੇਰੇ ਨਾਲ ਕੁਲੀਗਸ ਸੀਗੀਆਂ, ਤੇ ਜੇ ਮੇਰੀ ਕਿਸੇ ਨਾਲ ਦੋਸਤੀ ਹੋ ਜਾਂਦੀ ਤੇ ਉਹਨਾਂ ਦੇ ਪਤੀ ਡਰਨ ਲੱਗ ਜਾਂਦੇ ਸੀਗੇ। ਬਿਲਕੁਲ, ਮੈਂ ਅਗਲਾ ਸਵਾਲ ਇਹੀ ਪੁੱਛਣ ਲੱਗੀ ਸੀ ਤੁਹਾਨੂੰ ਕਿ ਇਹ ਇਨਸਿਕਿਉਰਿਟੀ ਔਰਤਾਂ ਨੂੰ ਹੀ ਹੋਣ ਲੱਗ ਜਾਂਦੀ ਹੈ ਕਈ ਵਾਰੀ,
ਏਦਾਂ ਦੇ ਵੀ ਹੈ ਤਜਰਬੇ ਹੋਏ? ਹਾਂਜੀ, ਵੀ ਨਹੀਂ ਉਹਨਾਂ ਦੇ ਪਤੀਆਂ ਨੂੰ ਇਨਸਿਕਿਉਰਿਟੀ ਹੋ ਗਈ ਕਿ ਸਾਡੀ ਬੀਵੀਆਂ ਨਾ ਵਿਗੜ ਜਾਣ ਇਹਦੇ ਨਾਲ ਮਿਲ ਕੇ। ਇਹ ਦੋ ਹੀ ਪਾਸਿਓਂ ਹੋ ਗਿਆ ਕੰਮ ਖਰਾਬ। ਦੂਜੇ ਪਾਸੋਂ ਇਹ ਹੋ ਗਿਆ ਕਿ ਵੀ ਹਾਂ ਜਿਹੜੇ ਕੁਲੀਗਸ ਆਦਮੀ ਕੁਲੀਗ ਸੀਗੇ ਉਹਨਾਂ ਦੀਆਂ ਪਤਨੀਆਂ ਨੂੰ ਹੋ ਜਾਂਦੀ ਸੀ ਕਿ ਵੀ ਇਹਦੇ ਨਾਲ ਕਿਵੇਂ ਬੈਠਦਾ ਉੱਠਦਾ ਹੈ, ਕਿਧਰੇ ਗੜਬੜ ਨਾ ਹੋ ਜੇ। ਅੱਛਾ, ਸੋ ਇਸ ਤਰ੍ਹਾਂ ਦੇ ਐਕਸਪੀਰੀਅੰਸ ਵੀ ਹੋਏ ਜਦੋਂ ਮੈਂ ਬਾਹਰ ਰਹੀ ਹਾਂ, ਜਦੋਂ ਘਰ ਬਣਾ ਕੇ ਰਹੀ ਹਾਂ। ਆਂਢ ਗੁਆਂਢ ਤੋਂ ਵੀ ਸਵਾਲ ਏਦਾਂ ਦੇ ਕੁਛ ਸਵਾਲ ਕਰਦੇ ਸੀ, ਕੁਛ ਫਿਰ ਆਪਸ ਚ ਗੁਜ਼ਰ ਕਰਦੇ ਸੀ। ਸੋ ਚੱਲਦਾ ਰਿਹਾ ਏਦਾਂ। ਸੋ ਇਹ ਹੈ ਤਾਂ ਚੈਲੰਜਿੰਗ ਸੀ, ਸਿੰਗਲ ਔਰਤ ਰਹਿਣਾ ਬਹੁਤ ਵੱਡਾ ਇਹ ਚੈਲੰਜ ਹੈ। ਸੋ ਗੱਲਾਂ ਸੁਣਨੀਆਂ ਵੀ ਪਈਆਂ ਤੁਹਾਨੂੰ ਇਸ ਤਰ੍ਹਾਂ ਜਿਹੜੇ ਰਿਲੇਸ਼ਨਸ਼ਿਪ। ਕਮਾਲ ਦੀ ਗੱਲ ਹੈ, ਸਿਚੁਏਸ਼ਨ ਇਹੋ ਜਿਹੀ ਹੈ ਜਿੱਥੇ ਔਰਤਾਂ ਵੀ ਤੁਹਾਡੇ ਕੋਲ ਡਰ ਰਹੀਆਂ ਨੇ ਤੇ ਆਦਮੀ ਵੀ ਡਰ ਰਹੇ ਨੇ। ਵੈਰੀ ਇੰਟਰਸਟਿੰਗ। ਇੱਕ ਕਵਿਤਾ ਹੈ ਤਿਉੜੀ, ਉਹਦਾ ਜ਼ਿਕਰ ਕੀਤਾ ਸੀ, ਮੈਂ ਉਹ ਵੀ ਸੁਣਨਾ ਚਾਹੂੰਗੀ। ਉਸ ਤੋਂ ਪਹਿਲਾਂ ਮੈਨੂੰ ਇੱਕ ਅਮਰੀਕਨ ਪੋਇਟ ਹੋਏ ਆ ਤੇ ਸਿਵਲ ਰਾਈਟਸ ਐਕਟਿਵਿਸਟ ਵੀ ਹੋਏ ਆ, ਮਾਇਆ ਐਂਜਲੋ। ਉਹਨਾਂ ਨੇ ਬੜੀ ਇੱਕ ਗੱਲ ਲਿਖੀ ਸੀ ਖੂਬਸੂਰਤ, ਮੈਨੂੰ ਹਮੇਸ਼ਾ ਇਹ ਯਾਦ ਰਹਿੰਦੀ ਹੈ। ਮੇਰਾ ਦਿਲ ਕਰਦਾ ਕਿ ਅੱਜ ਸਾਂਝੀ ਕਰਾਂ, ਪਤਾ ਨਹੀਂ ਕਿੱਥੋਂ ਯਾਦ ਆ ਗਈ। ਉਹਨਾਂ ਨੇ ਲਿਖਿਆ ਸੀ, ਕਹਿੰਦੇ ਕਿ ਸਿਆਣੀ ਔਰਤ ਕਿਸੇ ਦੀ ਵੀ ਵੈਰੀ ਨਹੀਂ ਹੋਣਾ ਚਾਹੁੰਦੀ, ਸਿਆਣੀ ਔਰਤ ਕਿਸੇ ਦੀ ਸ਼ਿਕਾਰ ਬਣਨ ਤੋਂ ਵੀ ਇਨਕਾਰੀ ਹੁੰਦੀ ਹੈ। ਮੈਨੂੰ ਬੜੀ ਇਹ ਪਿਆਰੀ ਉਹਨਾਂ ਦੀ ਗੱਲ ਲੱਗੀ। ਤੇ ਹੁਣ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਕਿ ਬਹੁਤ ਵਾਰ ਤੁਹਾਨੂੰ ਕੁਝ ਇਹੋ ਜਿਹੀ ਗੱਲਬਾਤ ਵੀ ਸੁਣਨੀ ਪੈਂਦੀ ਹੈ, ਕਈ ਵਾਰ ਸਫਾਈਆਂ ਵੀ ਦੇਣੀਆਂ ਪਈਆਂ ਹੋਣਗੀਆਂ, ਪਰ ਸਭ ਤੋਂ ਪਹਿਲਾਂ ਤਿਉੜੀ ਤੁਹਾਡੀ ਕਵਿਤਾ। ਹਾਂਜੀ ਜੀ ਸੁਣਨੇ ਚਾਹਾਂਗੇ। ਤਿਉੜੀ। ਸੋਚ ਲਿਆ ਜਦ ਚੱਲਣਾ ਹੈ ਬਸ ਆਪਣੇ ਰਾਹੀਂ ਆਪਣੇ ਪੈਰੀਂ, ਚੰਗਾ ਨਹੀਂ ਸੀ ਲੱਗਦਾ ਕਿਸੇ ਪਿੱਛੇ ਬਹਿਣਾ। ਕਿ ਸੋਚ ਲਿਆ ਜਦ ਚੱਲਣਾ ਹੈ ਬਸ ਆਪਣੇ ਰਾਹੀਂ ਆਪਣੇ ਪੈਰੀਂ, ਚੰਗਾ ਨਹੀਂ ਸੀ ਲੱਗਦਾ ਕਿਸੇ ਦੇ ਪਿੱਛੇ ਬਹਿਣਾ। ਬਥੇਰਾ ਚਾਹਿਆ ਉਹਨਾਂ ਬੈਠਾ ਮਗਰ ਮੋਢੇ ਤੇ ਹੱਥ ਧਰ ਕੇ। ਵਾਹ ਵਾਹ। ਹੁਣ ਤਾਂ ਚਾਲਕ ਸੀਟ ਤੇ ਬੈਠੀ ਉਹਨਾਂ ਨੂੰ ਜਾਪਦੀ ਹਾਂ ਵੰਗਾਰ। ਕਿ ਹੁਣ ਤਾਂ ਚਾਲਕ ਸੀਟ ਤੇ ਬੈਠੀ ਉਹਨਾਂ ਨੂੰ ਜਾਪਦੀ ਹਾਂ ਵੰਗਾਰ। ਜੋ ਵੀ ਆਵੇ ਤੋੜਨਾ ਚਾਹੇ ਮੈਨੂੰ, ਕਿ ਸੱਜਿਓਂ ਉੱਠ ਕੇ ਆ ਬੈਠਾ ਮੈਂ ਖੱਬੇ ਉਸਦੇ। ਵਾਹ, ਬਹੁਤ ਖੂਬ। ਇਹ ਖੱਬੇ ਹੋਣਾ ਜਿਹੜਾ ਇਹਦੇ ਡਬਲ ਮੈਟਾਫਰ ਹੈ। ਸਾਡੇ ਉੱਥੇ ਡਰਾਈਵਿੰਗ ਜਿਹੜੀ ਹੈ ਸੱਜੇ ਪਾਸੇ, ਡਰਾਈਵਰ ਸੱਜੇ ਪਾਸੇ ਤੇ ਦੂਸਰਾ ਬੰਦਾ ਖੱਬੇ ਬੈਠਦਾ। ਕਿ ਜੋ ਵੀ ਆਵੇ ਤੋੜਨਾ ਚਾਹੇ ਮੈਨੂੰ, ਕਿ ਸੱਜਿਓਂ ਉੱਠ ਕੇ ਆ ਬੈਠਾ ਮੈਂ ਖੱਬੇ ਉਸਦੇ। ਕਿਤੇ ਸਹਿਜੇ ਹੀ ਕਰ ਲਵਾਂ ਓਵਰਟੇਕ, ਤਾਂ ਐਵੇਂ ਹੀ ਛਿੜ ਜਾਂਦੇ ਨੇ ਤੇ ਲਾ ਲੈਂਦੇ ਨੇ ਰੇਸ। ਵਾਹ। ਘਰ ਹੈ ਬਾਹਰ ਹੈ ਤਿਉੜੀ ਬਣ ਜਾਂਦੀ ਹਾਂ ਉਹਨਾਂ ਲਈ ਸਦਾ, ਅੱਖਾਂ 'ਚ ਸਵਾਲ ਸਦਾ ਕਿ ਮੇਰੇ ਸੱਜੇ ਕੌਣ। ਬਹੁਤ ਵਧੀਆ। ਇਹ ਘਰ ਹੈ ਬਾਹਰ ਹੈ ਤਿਉੜੀ ਬਣ ਜਾਂਦੀ ਹਾਂ ਉਹਨਾਂ ਲਈ ਸਦਾ, ਅੱਖਾਂ 'ਚ ਸਵਾਲ ਸਦਾ ਕਿ ਮੇਰੇ ਸੱਜੇ ਕੌਣ। ਐਵੇਂ ਹੀ ਮਾਰਦੇ ਗੀਟੀਆਂ ਟੁਣਕਾਉਂਦੇ ਵਾਰ-ਵਾਰ, ਫਸ ਜਾਂਦੀ ਹਾਂ ਗਲੇ 'ਚ ਉਹਨਾਂ ਦੇ, ਕਿ ਕੀ ਚੱਲ ਸਕਦੀ ਹੈ ਕੋਈ ਸੱਚਮੁੱਚ ਆਪਣੇ ਪੈਰੀਂ ਆਪਣੇ ਪਾਰ। ਵਾਹ, ਬਹੁਤ ਖੂਬ। ਕਿ ਫਸ ਜਾਂਦੀ ਹਾਂ ਗਲੇ 'ਚ ਉਹਨਾਂ ਦੇ, ਕਿ ਕੀ ਚੱਲ ਸਕਦੀ ਹੈ ਕੋਈ ਸੱਚਮੁੱਚ ਆਪਣੇ ਪੈਰੀਂ ਆਪਣੇ ਪਾਰ। ਬਹੁਤ ਖੂਬ, ਬਹੁਤ ਖੂਬ। ਮਜ਼ਾ ਆ ਗਿਆ ਸੁਣ ਕੇ ਤੁਹਾਡੀ ਜ਼ੁਬਾਨੀ, ਤੁਹਾਡੀ ਇਹ ਕਵਿਤਾ। ਅੱਛਾ, ਇਹ ਤਾਂ ਹੋਇਆ ਦ੍ਰਿਸ਼ਟੀਕੋਣ, ਜਿਵੇਂ ਤੁਸੀਂ ਕਹਿ ਰਹੇ ਸੀ ਕਿ ਇੱਕ ਇਕੱਲੀ ਔਰਤ ਦੇ ਪ੍ਰਤੀ ਵੀ ਜਿਹੜਾ ਦ੍ਰਿਸ਼ਟੀਕੋਣ ਹੈ ਬਹੁਤ ਵੱਖਰੀ ਤਰ੍ਹਾਂ ਦਾ ਹੈ। ਪਰ ਅੱਜ ਮੈਂ ਉਸ ਇਕੱਲੀ ਔਰਤ ਕੋਲੋਂ ਵੀ ਕੁਝ ਗੱਲਾਂ ਜਾਣਨਾ ਚਾਹੁੰਦੀ ਹਾਂ, ਰਿਸ਼ਤਿਆਂ ਪ੍ਰਤੀ ਉਸ ਦਾ ਦ੍ਰਿਸ਼ਟੀਕੋਣ। ਇਕੱਲੀਆਂ ਰਹਿੰਦੀਆਂ ਜ਼ਿਆਦਾਤਰ ਔਰਤਾਂ ਬਾਰੇ ਇਹ ਵੀ ਗੱਲ ਲੋਕ ਮੰਨ ਕੇ ਚੱਲਦੇ ਆ ਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਵਿਆਹੀਆਂ ਹੋਈਆਂ ਸਾਰੀਆਂ ਔਰਤਾਂ ਨੇ ਸਮਝੌਤਾ ਹੀ ਕੀਤਾ ਹੋਇਆ। ਕੀ ਕਹੋਗੇ? ਦੇਖੋ, ਸਮਝੌਤੇ ਤੋਂ ਬਿਨਾਂ ਤੇ ਗੱਡੀ ਵੀ ਨਹੀਂ ਚੱਲਦੀ ਉਹਨਾਂ ਦੀ, ਇਹ ਤੇ ਸੱਚ ਹੈ। ਪਰ ਉਹ ਕਿੰਨੇ ਪਰਸੈਂਟ ਹੈ ਇਹ ਵੱਖਰੇ ਵੱਖਰੇ ਜਿਹੜੇ ਨੇ ਉਹਨਾਂ ਤੇ ਡਿਪੈਂਡ ਕਰਦਾ ਕਿ ਕਿੰਨਾ ਕਿਸਨੇ ਕਿੰਨਾ ਕੀਤਾ ਹੈ। ਆਦਮੀਆਂ ਨੂੰ ਹੀ ਕਰਨਾ ਪੈਂਦਾ, ਮੈਂ ਇਹ ਨਹੀਂ ਕਹਿੰਦੀ। ਦੋਨਾਂ ਦੀ ਗੱਡੀ ਤਾਂ ਹੀ ਚੱਲਦੀ ਹੈ ਜੇ ਉਹ ਸਮਝੌਤਾ ਕਰਦੇ ਨੇ, ਤੇ ਉਹ ਟੁੱਟਦੀ ਤਾਂ ਹੈ ਜਦੋਂ ਸਮਝੌਤੇ ਦੀ ਡਿਗਰੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ, ਬਿਲਕੁਲ ਹੀ ਖਤਮ ਹੋ ਜਾਏ, ਜਾਂ ਇੱਕ ਪਾਸਿਓਂ ਉਮੀਦ ਕੀਤੀ ਜਾਏ ਵੀ ਇੱਕ ਧਿਰ
ਉਮੀਦ ਕਰੇ ਕਿ ਦੂਜੀ ਧਿਰ ਹੀ ਸਮਝੌਤਾ ਕਰੇ, ਮੈਂ ਕਿਉਂ ਕਰਾਂ, ਤਦ ਵੀ ਗੱਡੀ ਨਹੀਂ ਚੱਲਦੀ। ਤੇ ਮੈਂ ਤੇ ਆਪਣਾ ਕੰਮ ਕਰਨਾ ਚਾਹੁੰਦੀ ਸੀ, ਪੜ੍ਹਨ ਲਿਖਣਾ ਕੰਮ ਕਰਨਾ ਚਾਹੁੰਦੀ ਸੀ, ਔਰ ਮੈਂ ਸੱਚਮੁੱਚ ਸਮਾਜ ਨੂੰ ਇੱਕ ਔਰਤ ਦੀ ਪਛਾਣ ਦੇਣਾ ਚਾਹੁੰਦੀ ਸੀ। ਮੈਂ ਦੇਖਿਆ ਵੀ ਕਿ ਮੇਰੇ ਜੋ ਅਨੁਭਵ ਨੇ, ਚਾਹੇ ਤੁਸੀਂ ਜਿਵੇਂ ਮਰਜ਼ੀ ਸਵਾਲ ਪੁੱਛਿਆ ਹੋਵੇ, ਪਰ ਜਿਵੇਂ ਮੇਰੇ ਅਨੁਭਵ ਜਿਵੇਂ ਰਹੇ ਉਹਨਾਂ ਦੇ ਵਿੱਚ ਮੈਂ ਪਿਤਰ ਸਤਾ ਦਾ ਬਹੁਤ ਕਰੂਪ ਰੂਪ ਜਿਹੜਾ ਹੈ ਉਹ ਦੇਖਿਆ ਆਪਣੇ ਆਲੇ ਦੁਆਲੇ। ਤੇ ਮੈਂ ਬੜੀ ਛੋਟੀ ਉਮਰ 'ਚ ਸੋਚ ਲਿਆ ਸੀਗਾ ਕਿ ਮੈਂ ਵਿਆਹ ਨਹੀਂ ਕਰਨਾ। ਇਹ ਫੈਸਲਾ ਬੇਸ਼ੱਕ ਤੁਹਾਡਾ ਆਪਣਾ ਨਿੱਜੀ ਫੈਸਲਾ ਸੀ। ਕਈ ਵਾਰ ਸਮਾਂ ਇਹੋ ਜਿਹਾ ਆਉਂਦਾ ਕਿ ਬੰਦਾ ਰਿਵਿਊ ਵੀ ਕਰਦਾ, ਪੋਸੀਬਲੀ ਇਹੋ ਜਿਹੇ ਪਲ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਆਏ ਹੋਣਗੇ। ਖੈਰ, ਮੈਨੂੰ ਲੱਗਦਾ ਸੀਗਾ ਵੀ ਮੈਂ ਪਹਿਲਾਂ ਲਿਆ ਫੈਸਲਾ, ਫਿਰ ਜਿਸਲੇ ਮੈਂ ਸਾਹਿਤ ਦੇ ਖੇਤਰ 'ਚ ਆਈ, ਉਹ ਵੀ ਦਿਲਚਸਪ ਗੱਲ ਹੈ ਕਿ ਸਾਹਿਤ ਦੇ ਖੇਤਰ 'ਚ ਆਈ ਤੇ ਮੈਨੂੰ ਇਹ ਲੱਗਣ ਲੱਗ ਪਿਆ ਕਿ ਵੀ ਸ਼ਾਇਦ ਕੋਈ ਪੜ੍ਹਨ ਲਿਖਣ ਵਾਲਾ ਜਿਹੜਾ ਹੋਏਗਾ, ਸੰਵੇਦਨਸ਼ੀਲ ਹੋਏਗਾ ਬੰਦਾ, ਤੇ ਜੇ ਉਹ ਹੋਵੇ ਤੇ ਸ਼ਾਇਦ ਗੱਡੀ ਠੀਕ ਚੱਲ ਜਾਵੇ। ਪਰ ਉੱਥੇ ਵੀ ਮੋਹ ਭੰਗ ਹੋਇਆ ਮੇਰਾ, ਤੇ ਆਪਣੇ ਨਿੱਜੀ ਜ਼ਿੰਦਗੀ ਦੇ ਵਿੱਚ ਉੱਥੇ ਵੀ ਜੋ ਮੈਨੂੰ ਵਿਅਕਤੀ ਮਿਲਿਆ ਤਾਂ ਉੱਥੇ ਵੀ ਮੇਰਾ ਮੋਹ ਭੰਗ ਹੋਇਆ। ਸੋ ਫਿਰ ਮੇਰਾ ਫੈਸਲਾ ਪੱਕਾ ਹੋ ਗਿਆ ਉਸ ਤੋਂ ਬਾਅਦ। ਪਾਲ ਕੌਰ ਜੀ, ਬੜੀ ਖੁੱਲ੍ਹ ਕੇ ਤੁਸੀਂ ਗੱਲ ਕਰ ਰਹੇ ਹੋ, ਚੰਗਾ ਲੱਗ ਰਿਹਾ। ਪਰ ਸਾਡੀਆਂ ਕੁਝ ਭਾਵਨਾਤਮਕ ਜਿਹੜੀਆਂ ਲੋੜਾਂ ਹੁੰਦੀਆਂ ਜਾਂ ਸਰੀਰਕ ਲੋੜਾਂ ਹੁੰਦੀਆਂ, ਇਸ ਤੋਂ ਇਲਾਵਾ ਸਾਡੀਆਂ ਰੂਹਾਨੀ ਪੱਖੋਂ ਸਾਨੂੰ ਰਿਸ਼ਤਿਆਂ ਦੀ ਲੋੜ ਮਹਿਸੂਸ ਹੁੰਦੀ ਹੈ। ਆਪਣੇ ਆਲੇ ਦੁਆਲੇ ਕਿਹੋ ਜਿਹੇ ਲੋਕਾਂ ਨੂੰ ਤੁਸੀਂ ਰੱਖਦੇ ਹੋ, ਜਾਂ ਦੂਸਰੇ ਸ਼ਬਦਾਂ ਦੇ ਵਿੱਚ ਕਿਹੋ ਜਿਹੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਮਜ਼ਬੂਤੀ ਵੀ ਦਿੱਤੀ ਹੈ ਤੇ ਉਹਨਾਂ ਦੇ ਨਾਲ ਤੁਸੀਂ ਅੰਗ ਸੰਗ ਰਹਿੰਦੇ ਹੋ? ਹਾਂ, ਮੇਰੀ ਦੋਸਤ ਜ਼ਿਆਦਾਤਰ ਕੁੜੀਆਂ ਵੀ ਰਹੀਆਂ ਨੇ ਤੇ ਆਦਮੀ ਵੀ ਰਹੇ ਨੇ। ਮੈਨੂੰ ਦੋਨੋਂ ਪਾਸਿਓਂ ਦੋਨੋਂ ਤਰ੍ਹਾਂ ਦੇ ਐਕਸਪੀਰੀਅੰਸ ਹੋਏ ਨੇ। ਉਹਨਾਂ ਨੇ ਮੈਨੂੰ ਨਿਰਉਤਸ਼ਾਹਿਤ ਵੀ ਕੀਤਾ ਔਰ ਉਤਸ਼ਾਹਿਤ ਵੀ ਕੀਤਾ। ਦੋਨੋਂ ਤਰ੍ਹਾਂ ਦੇ, ਮੈਂ ਇਹ ਨਹੀਂ ਕਹਾਂਗੀ, ਦੋਨੋਂ ਤਰ੍ਹਾਂ ਦੇ ਐਕਸਪੀਰੀਅੰਸ ਮੈਨੂੰ ਰਹੇ ਨੇ। ਲੇਕਿਨ ਹਾਂ, ਮਤਲਬ ਦੋਸਤਾਂ ਦੇ ਸਾਥ ਦੇ ਨਾਲ ਮੇਰਾ ਸਫ਼ਰ ਜਿਹੜਾ ਉਹ ਸੌਖਾ ਹੋਇਆ। ਕੋਈ ਵੀ ਵਿਅਕਤੀ ਹੈ, ਉਹਨੂੰ ਦੇਖੋ ਸਾਥ ਤੇ ਉਹਨੂੰ ਚਾਹੀਦਾ ਹੈ ਆਪਣਾ ਦੁੱਖ ਸੁੱਖ ਸ਼ੇਅਰ ਕਰਨ ਲਈ। ਸੋ ਮੇਰੀਆਂ ਦੋਸਤ ਹੀ ਰਹੀਆਂ ਨੇ। ਹੁਣ ਵੀ ਮੈਂ ਉੱਥੇ ਰਿਟਾਇਰਮੈਂਟ ਤੋਂ ਬਾਅਦ ਵੀ ਮੇਰੀ ਦੋਸਤ ਹੈ ਜੋ ਉਹਨਾਂ ਨੇ ਫਲੈਟ ਨਾਲ ਲਏ ਹੋਏ ਨੇ, ਇੰਡੀਪੈਂਡੈਂਟ ਵੀ ਆ ਤੇ ਨਾਲ ਵੀ ਹੈਗੇ ਆ। ਸੋ ਏਦਾਂ ਦਾ ਸਾਡਾ ਹੀ ਸੈਟਲਮੈਂਟ ਹੈ, ਤੇ ਰਹਿ ਰਹੇ ਹਾਂ ਅਸੀਂ। ਅੱਛਾ, ਇਹ ਹੈ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਕਈ ਤੁਹਾਡੀਆਂ ਜਿਹੜੀਆਂ ਕਵਿਤਾਵਾਂ ਬਹੁਤ ਸਾਰੀਆਂ ਇਹੋ ਜਿਹੀਆਂ ਸਾਹਮਣੇ ਆਈਆਂ ਜਿਨ੍ਹਾਂ ਦੇ ਨੂੰ ਪੜ੍ਹ ਕੇ ਇਹ ਗੱਲ ਮਹਿਸੂਸ ਹੁੰਦੀ ਸੀ ਕਿ ਵੀ ਹਾਂ, ਇਹ ਇਕੱਲੇ ਔਰਤ ਦੇ ਦਾਇਰੇ ਵਾਲੀ ਗੱਲ ਨਹੀਂ ਹੈਗੀ, ਬਹੁਤ ਡੂੰਘਾ ਸੋਚਦੇ ਨੇ। ਸੋਸ਼ਲ, ਇਕਨੋਮਿਕ, ਪੋਲੀਟੀਕਲ ਪਰਿਸਥਿਤੀਆਂ ਤੇ ਤੁਸੀਂ ਕਵਿਤਾਵਾਂ ਕਹੀਆਂ। ਜੇ ਕੋਈ ਇੱਕ ਦੋ ਕਵਿਤਾਵਾਂ ਉਸ ਐਂਗਲ ਤੋਂ ਵੀ ਜੇ ਸਾਡੇ ਸੁਣਨ ਵਾਲੇ ਦੇ ਨਾਲ ਸਾਂਝੀਆਂ ਕਰ ਸਕੋ। ਇੱਕ ਮੈਨੂੰ ਜੇ ਤੁਹਾਡੇ ਹੱਥਾਂ ਦੇ ਵਿੱਚ ਉਹ ਕਵਿਤਾ ਹੈਗੀ ਆ, ਸੈਲਫੀ ਦਾ ਸਰਦਾਰ, ਜੇ ਉਹ ਹੈਗੀ ਤਾਂ ਉਹ ਵੀ ਜ਼ਰੂਰ ਸਾਂਝੀ ਕਰੋ। ਹਾਂਜੀ। ਮੈਂ ਉਹੀ ਕਵਿਤਾ ਜਿਹੜੀ ਹੈ ਪਿਛਲੇ ਟਾਈਮ ਦੇ ਵਿੱਚ ਜੋ CAA ਦੇ ਵਿੱਚ ਸੀਗਾ, ਉਹ ਵੀ ਉਦੋਂ ਵੀ ਲਿਖੀਆਂ ਨੇ ਮੈਂ ਕਵਿਤਾਵਾਂ। ਤੁਹਾਡੀ ਜ਼ੁਬਾਨੀ ਜਦ ਤੱਕ ਤੁਸੀਂ ਇਹ ਕਵਿਤਾ ਆਪਣੇ ਹੱਥਾਂ 'ਚ ਕਰ ਰਹੇ ਹੋ, ਮੈਂ ਇੱਕ ਕਵਿਤਾ ਤੁਹਾਡੀ ਹੋਰ ਸਾਂਝੀ ਕਰਨ ਦੀ ਇਜਾਜ਼ਤ ਮੰਗਦੀ ਤੁਹਾਡੇ ਕੋਲੋਂ। ਜੀ। ਹਾਂਜੀ, ਇਹ ਕਵਿਤਾ ਦਾ ਟਾਈਟਲ ਹੈ ਉਡਾਨ। ਪੈਰ ਲਛਮਣ ਰੇਖਾ ਨਾਲ ਸਦਾ ਟਕਰਾਏ ਨੇ, ਪੈਰ ਕਦੀ ਰਾਹਾਂ ਤੇ ਲਛਮਣ ਰੇਖਾਵਾਂ ਵਿਚਾਲੇ ਲਮਕ ਕੇ ਰਹਿ ਗਏ ਨੇ, ਤੇ ਪੈਰ ਮੱਚਦੀਆਂ ਰੇਖਾਵਾਂ 'ਚ ਸੜਦੇ ਪਾਰ ਵੀ ਗਏ ਨੇ। ਅੱਖਾਂ ਲਛਮਣ ਰੇਖਾ ਤੋਂ ਪਾਰ ਖੜੇ ਰਾਵਣ ਨੂੰ ਨਹੀਂ ਪਛਾਣਦੀਆਂ। ਦੋ ਮਰਿਆਦਾਵਾਂ ਦੇ ਵਿੱਚ ਘਿਰੇ ਪੈਰ ਇੱਕ ਮਰਿਆਦਾ ਨੂੰ ਰੱਦ ਕਰਦੇ ਬਾਹਰ ਆ ਜਾਂਦੇ ਨੇ, ਪਰ ਜਦੋਂ ਮੋਹ ਭੰਗ ਹੁੰਦਾ ਹੈ ਤਾਂ ਪੈਰ ਫਿਰ ਲਛਮਣ ਰੇਖਾ ਨੂੰ ਜਾ ਗਲੇ ਲਾਉਂਦੇ ਨੇ। ਪਰ ਬੜਾ ਸਾਹ ਘੁੱਟਦਾ ਹੈ ਇਸ ਰੇਖਾ ਦੇ ਅੰਦਰ। ਤਨ ਇਸ ਪਾਰ ਹੁੰਦਾ ਹੈ ਤੇ ਮਨ ਉਸ ਪਾਰ। ਦਾਵਾ ਇਸ ਪਾਰ ਹੁੰਦਾ ਹੈ ਤੇ ਉਡਾਨ ਉਸ ਪਾਰ। ਫਿਰ ਕਦੇ ਤਾਂ ਅਸੀਂ ਪੈਰ ਫੜ ਕੇ ਬਹਿ ਜਾਂਦੇ ਹਾਂ। ਜੀਣ ਨੂੰ ਬਚਾਉਂਦੇ ਰੋਜ਼ ਮਰਦੇ ਹਾਂ। ਕਦੀ ਵਿਸ਼ਾਲ ਆਸਮਾਨ ਨੂੰ ਵਾਜਾਂ ਮਾਰਦਾ ਹੈ, ਕਦੀ ਵਿਸਾਲ ਆਸਮਾਨ ਨੂੰ ਵਾਜਾਂ ਮਾਰਦਾ ਹੈ। ਅਸੀਂ ਮਨ ਨੂੰ ਤਨ ਨਾਲ ਜੋੜਦੇ ਹਾਂ।
ਮੈਂ ਦੁਬਾਰਾ ਪੜ੍ਹ ਰਹੀ ਹਾਂ। ਕਦੀ ਵਿਸਾਲ ਆਸਮਾਨ ਸਾਨੂੰ ਆਵਾਜ਼ਾਂ ਮਾਰਦਾ ਹੈ, ਅਸੀਂ ਮਨ ਨੂੰ ਤਨ ਨਾਲ ਜੋੜਦੇ ਹਾਂ ਤਾਂ ਸਾਡੇ ਪੈਰਾਂ ਵਿੱਚ ਵੀ ਖੰਭ ਉੱਡ ਆਉਂਦੇ ਨੇ, ਉੱਗ ਆਉਂਦੇ ਨੇ। ਪਰ ਕਿਸੇ ਦੇ ਮੋਢਿਆਂ 'ਤੇ ਬਹਿ ਕੇ ਉੱਡਣਾ ਤੇ ਕਿਸੇ ਦਾ ਹੱਥ ਫੜ ਕੇ ਬਾਹਰ ਆਉਣਾ ਤਾਂ ਨਵੇਂ ਪਿੰਜਰੇ ਵੱਲ ਦਾ ਸਫ਼ਰ ਹੈ। ਪੈਰ ਆਪਣੇ ਹੋਣ, ਖੰਭ ਆਪਣੇ ਹੋਣ ਤੇ ਪਾਰ ਕਿਸੇ ਤੇ ਅੱਖ ਨਾ ਹੋਵੇ। ਉਡਾਰੀ ਤਦ ਹੀ ਹੁੰਦੀ ਹੈ, ਮਜ਼ਾ ਉੱਡਣ ਦਾ ਤਾਂ ਹੀ ਆਉਂਦਾ ਹੈ। ਬਹੁਤ ਹੀ ਖੂਬਸੂਰਤ ਕਵਿਤਾ ਉਡਾਨ। ਪਾਲ ਕੌਰ ਜੀ, ਇਹ ਤੁਹਾਡੇ ਜੋ ਸਵਾਲ ਤੁਸੀਂ ਕਰ ਰਹੇ ਸੀ ਜੀ, ਇਸ ਦੇ ਵਿੱਚ ਉਹਦਾ ਜਵਾਬ ਹੈ ਕਿ ਵੀ ਦੋਸਤ ਵੀ ਮਿਲੇ ਜੀ, ਉਹਨਾਂ ਦੇ ਨਾਲ ਅੱਛਾ ਸਮਾਂ ਵੀ ਬਿਤਾਇਆ, ਲੇਕਿਨ ਇਹ ਮਨ 'ਚ ਪੂਰੀ ਤਰ੍ਹਾਂ ਠਾਣਿਆ ਸੀ। ਇੱਕ ਇਕੱਲੀਆਂ ਔਰਤਾਂ ਬਾਰੇ ਆਮ ਤੌਰ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਵੀ ਵੀ ਕਿਸੇ ਤੇ ਡਿਪੈਂਡ ਕਰ ਜਾਂਦੀਆਂ, ਫਿਰ ਉਹਨਾਂ ਦੀ ਇਮੋਸ਼ਨਲ ਐਕਸਪਲੋਇਟੇਸ਼ਨ ਵੀ ਹੁੰਦੀ ਹੈ। ਮੈਂ ਇਹਨਾਂ ਚੀਜ਼ਾਂ ਬਾਰੇ ਬੜੀ ਸੁਚੇਤ ਸੀ ਜੀ, ਬਈ ਕਿਸੇ ਤਰ੍ਹਾਂ ਵੀ ਆਰਥਿਕ ਤੌਰ ਤੇ, ਭਾਵਨਾਤਮਕ ਤੌਰ ਤੇ ਡਿਪੈਂਡ ਨਹੀਂ ਕਰਨਾ ਕਿਸੇ ਤੇ। ਜੇ ਆਪਣੇ ਪੈਰੀਂ ਖੜਨਾ ਹੈ ਤਾਂ ਹਰ ਤਰ੍ਹਾਂ ਨਾਲ ਖੜਨਾ। ਸੋ ਇਹ ਉਹਦੇ ਵਿੱਚੋਂ ਨਿਕਲੀਆਂ ਹੋਈਆਂ ਲਾਈਨਸ ਨੇ ਕਿ ਪੈਰ ਆਪਣੇ ਹੋਣ, ਖੰਭ ਆਪਣੇ ਹੋਣ ਤੇ ਪਾਰ ਕਿਸੇ ਤੇ ਅੱਖ ਨਾ ਹੋਵੇ, ਮਜ਼ਾ ਉੱਡਣ ਦਾ ਤਦ ਹੀ ਆਉਂਦਾ। ਬਹੁਤ ਖੂਬ। ਤੇ ਮੈਂ ਉਡੀਕ ਕਰ ਰਹੀ ਸੀ ਤੁਹਾਡੀ ਸੈਲਫੀ ਦਾ। ਹਾਂਜੀ, ਸੈਲਫੀ ਇਹ ਪੋਲੀਟੀਕਲ ਹੈ। ਚਾਹੇ ਸੈਲਫੀ ਨੂੰ ਜਿਹੜਾ ਹੈ ਆਮ ਜੋ ਅਸੀਂ ਜਿੰਨਾ ਆਪਣੀ ਜੀਵਨ ਦੇ ਵਿੱਚ ਲੈ ਲਿਆ, ਉੱਥੋਂ ਲੈ ਕੇ ਫਿਲੋਸਫੀਕਲੀ ਇਹ ਜਾ ਕੇ ਪੋਲੀਟੀਕਲ ਸਿਸਟਮ ਨਾਲ ਜਾ ਕੇ ਜੁੜਦੀ ਹੈ। ਹਾਂਜੀ ਹਾਂਜੀ ਜੀ, ਜ਼ਰੂਰ। ਕਿ ਜਨੂਨ ਹੈ ਖੁਦ ਪ੍ਰਸਤੀ ਦਾ। ਮੈਂ ਸੈਲਫੀ ਨੂੰ ਇਹ ਕਿਹਾ, ਅੱਛਾ, ਕਿ ਜਨੂਨ ਹੈ ਖੁਦ ਪ੍ਰਸਤੀ ਦਾ। ਬ੍ਰਹਿਮੰਡ, ਧਰਤੀ ਹੋਰ ਪਰੇ ਹੋਰ, ਧਰਤੀ ਪੈਰਾਂ ਹੇਠਲੀ, ਦੁਆਲੇ ਫੈਲੀ ਹਵਾ, ਸਭ ਕੁਝ ਇੱਕ ਪੋਟੇ ਦੀ ਛੋਹ ਨਾਲ ਕਰ ਦਿੱਤਾ ਹੈ ਪਾਰ। ਵਾਹ। ਕਿ ਸਭ ਕੁਝ ਇੱਕ ਪੋਟੇ ਦੀ ਛੋਹ ਨਾਲ ਕਰ ਦਿੱਤਾ ਹੈ ਪਾਰ। ਮੁਗਧ ਹਾਂ ਖੁਦ ਉੱਪਰ, ਜੀ, ਮੁਗਧ ਹਾਂ ਖੁਦ ਉੱਪਰ। ਆਪਣਾ ਆਪ ਚਿਤਾਰਦੇ, ਆਪਣੇ ਹੀ ਅਕਸ ਉਤਾਰਦੇ, ਨਹੀਂ ਵੇਖਦੇ ਫਿਰ ਵੀ ਆਪਣਾ ਹੀ ਨਕਸ਼ ਕੋਈ। ਕਿ ਆਪਣਾ ਆਪ ਚਿਤਾਰਦੇ, ਆਪਣੇ ਹੀ ਅਕਸ ਉਤਾਰਦੇ, ਨਹੀਂ ਵੇਖਦੇ ਫਿਰ ਵੀ ਆਪਣਾ ਹੀ ਨਕਸ਼ ਕੋਈ। ਖੁਦ ਪ੍ਰਸਤੀ 'ਚ ਡੁੱਬੇ ਇਕੱਲੇ ਅਸੀਂ, ਜ਼ਰਾ ਕੁ ਵੇਖਦੇ ਪਾਰ ਤਾਂ ਸਾਡਾ ਫੋਕਸ ਜ਼ਰਾ ਜਿਹਾ ਫੈਲਦਾ ਮੈਂ ਤੋਂ ਮੇਰੇ ਤੱਕ। ਕਿ ਖੁਦ ਪ੍ਰਸਤੀ 'ਚ ਡੁੱਬੇ ਅਸੀਂ ਇਕੱਲੇ ਅਸੀਂ, ਜ਼ਰਾ ਕੁ ਵੇਖਦੇ ਪਾਰ ਤਾਂ ਸਾਡਾ ਫੋਕਸ ਜ਼ਰਾ ਜਿਹਾ ਫੈਲਦਾ ਮੈਂ ਤੋਂ ਮੇਰੇ ਤੱਕ। ਮੇਰਾ ਬਲ, ਮੇਰਾ ਦਲ, ਮੇਰਾ ਛਲ, ਮੇਰੀ ਕਮੀਜ਼ ਸਭ ਤੋਂ ਸਫੈਦ। ਵਾਹ ਵਾਹ। ਮੇਰਾ ਬਲ, ਮੇਰਾ ਦਲ, ਮੇਰਾ ਛਲ, ਮੇਰੀ ਕਮੀਜ਼ ਸਭ ਤੋਂ ਸਫੈਦ। ਤੁਹਾਡਾ ਨਹੀਂ ਸੁਣਨਾ, ਤੁਹਾਡਾ ਨਹੀਂ ਵੇਖਣਾ, ਤੁਹਾਡਾ ਨਹੀਂ ਬੋਲਣਾ, ਮੈਂ ਤਾਂ ਕਰਨੀ ਹੈ ਸਿਰਫ ਆਪਣੇ ਮਨ ਕੀ ਬਾਤ। ਬਹੁਤ ਖੂਬ। ਕਿ ਤੁਹਾਡਾ ਨਹੀਂ ਸੁਣਨਾ, ਤੁਹਾਡਾ ਨਹੀਂ ਵੇਖਣਾ, ਤੁਹਾਡਾ ਨਹੀਂ ਬੋਲਣਾ, ਮੈਂ ਤਾਂ ਕਰਨੀ ਹੈ ਸਿਰਫ ਆਪਣੇ ਮਨ ਕੀ ਬਾਤ। ਅੱਜ ਦਾ ਨਾਇਕ ਸੈਲਫੀ ਦਾ ਸਰਦਾਰ। ਅੱਜ ਦਾ ਨਾਇਕ ਸੈਲਫੀ ਦਾ ਸਰਦਾਰ, ਲੋਕਾਂ ਵੱਲ ਕਰਕੇ ਪਿੱਠ, ਆਪਣੇ ਹੀ ਨਕਸ਼ਾਂ ਤੋਂ ਬੇਪਰਵਾਹ, ਨਵੇਂ ਸ਼ੀਸ਼ੇ ਵਿੱਚ ਉਤਾਰਦਾ ਆਪਣੇ ਅਕਸ। ਤੇ ਉਹ ਜਿਹਨਾਂ ਵਿਖਾਉਣਾ ਸੀ ਸਾਨੂੰ ਚਿਹਰਾ ਦਾ, ਪੱਤਰਕਾਰ ਵੱਲ ਇਸ਼ਾਰਾ ਹੈ ਪੱਤਰਕਾਰਾਂ, ਤੇ ਉਹ ਜਿਹਨਾਂ ਵਿਖਾਉਣਾ ਸੀ ਸਾਨੂੰ ਚਿਹਰਾ ਉਸਦਾ, ਚਿਤਰਨੇ ਸਨ ਉਸਦੇ ਨਕਸ਼ ਆਪਣੇ ਅੱਖਰਾਂ ਦੇ ਨਾਲ, ਆਪ ਜਾ ਖਲੋਂਦੇ ਉਸਦੇ ਨਾਲ, ਕਰਕੇ ਸਭਨਾਂ ਦੇ ਵੱਲ ਪਿੱਠ, ਉਤਾਰਦੇ ਆਪਣਾ ਆਪਣਾ ਚਿੱਤਰ ਉਸ ਨਾਲ। ਕਿ ਆਪ ਜਾ ਖਲੋਂਦੇ ਉਸਦੇ ਨਾਲ, ਕਰਕੇ ਸਭਨਾਂ ਦੇ ਵੱਲ ਪਿੱਠ, ਉਤਾਰਦੇ ਆਪਣਾ ਆਪਣਾ ਚਿੱਤਰ ਉਸ ਨਾਲ, ਤੇ ਪੂਰਾ ਪੈ ਕਰਦੇ ਖੁਦ ਪ੍ਰਸਤੀ ਦਾ ਸੰਸਾਰ। ਤੇ ਪੂਰਾ ਪੈ ਕਰਦੇ ਖੁਦ ਪ੍ਰਸਤੀ ਦਾ ਸੰਸਾਰ। ਬਹੁਤ ਖੂਬ। ਕੁਝ ਇਸੇ ਤਰ੍ਹਾਂ ਦੀਆਂ ਕਵਿਤਾਵਾਂ ਤੁਹਾਡੀਆਂ ਜਿਹੜੀਆਂ ਰਾਜ ਤਿਲਕਿਆ, ਵੰਡ ਹੈਗੀ ਆ। ਹਾਂਜੀ ਹਾਂਜੀ ਹਾਂਜੀ, ਬਹੁਤ ਖੂਬਸੂਰਤ ਕਵਿਤਾਵਾਂ ਨੇ। ਜੇ ਸਮਾਂ ਬਚਿਆ ਤਾਂ ਆਪਾਂ ਉਹਨਾਂ ਬਾਰੇ ਵੀ ਜ਼ਰੂਰ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਕੁਝ ਜਿਹੜੀਆਂ ਹੋਰ ਗੱਲਾਂ ਇੱਕ ਦੋ ਮੈਂ ਤੁਹਾਡੇ ਕੋਲ ਜ਼ਰੂਰ ਪੁੱਛਣਾ ਚਾਹੁੰਦੀ ਹਾਂ ਜੀ।
ਤੁਸੀਂ ਥੋੜ੍ਹਾ ਆਪ ਹੀ ਜ਼ਿਕਰ ਕੀਤਾ, ਤੁਸੀਂ ਕਿਹਾ ਵੀ ਅਸੀਂ ਤਾਂ ਤਕਰੀਬਨ ਅੱਧੀ ਸਦੀ ਤੋਂ ਵੱਧ ਦਾ ਸਮਾਂ ਦੇਖ ਲਿਆ, ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹੈਗੀਆਂ। ਹਾਂਜੀ ਹਾਂਜੀ, ਉਹੀ ਗੱਲ ਹੈ ਕਿ ਇੱਕ ਮੈਨੂੰ ਫਿਰ ਕਿਸੇ ਦੀ ਉਹੀ ਗੱਲ ਯਾਦ ਆ ਰਹੀ ਹੈ ਜਿਹਦੇ ਵਿੱਚ ਇਹ ਲਿਖਦੇ ਆ, ਆਈ ਐਮ ਨੋਟ ਸ਼ੋਰ ਕਿ ਕਿਹਨਾਂ ਨੇ ਇਹ ਗੱਲ ਲਿਖੀ ਸੀ, ਕਿ ਜੇ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਤੁਹਾਡਾ ਸਮਾਜ ਕਿੰਨਾ ਕੁ ਸੱਭਿਅ ਹੈ, ਅਸੱਭਿਅ ਹੈ ਜਾਂ ਸ਼ਿਸ਼ਟ ਹੈ, ਤਾਂ ਕਹਿੰਦੇ ਇਹ ਦੇਖੋ ਕਿ ਉਹ ਆਪਣੀਆਂ ਔਰਤਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕਰਦਾ ਹੈ। ਇਸ ਵੇਲੇ ਜੇ ਤੁਸੀਂ ਭਾਰਤ ਦੀ ਗੱਲ ਕਰਨੀ ਹੋਵੇ ਹੁਣ ਅੱਜ ਦੇ ਜ਼ਮਾਨੇ ਦੀ, ਤੇ ਉਸ ਜ਼ਮਾਨੇ ਦੇ ਨਾਲ ਜੇ ਕੰਪੇਅਰ ਕਰਦੇ ਹੋ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਸੀ, ਕੀ ਹਾਲਤ ਹੈ, ਕਿਹੋ ਜਿਹਾ ਸਮਾਜ ਹੈ ਸਾਡਾ? ਦੇਖੋ ਬੜੇ ਸਾਰੇ ਕਾਰਨਰ ਤੇ ਉਸ ਤਰ੍ਹਾਂ ਹੀ ਨੇ। ਅੱਛਾ, ਹਾਂਜੀ, ਬੜੇ ਕੁਝ ਕਾਰਨਰ ਐਸੇ ਵੀ ਨੇ ਜਿੱਥੇ ਕੁਝ ਤਬਦੀਲੀਆਂ ਆ ਗਈਆਂ ਨੇ। ਔਰਤਾਂ ਨੇ ਖੁਦ ਆਪਣੇ ਆਪ ਨੂੰ ਕਈ ਥਾਵਾਂ ਤੇ ਅੱਗੇ ਲਿਆਂਦਾ ਹੈ, ਕੰਮ ਕੀਤਾ ਹੈ ਉਹਨਾਂ ਨੇ ਸੰਘਰਸ਼ ਵੀ ਕੀਤਾ ਹੈ। ਲੇਕਿਨ ਸਾਡੇ ਜੋ ਇਹਨਾਂ ਦੇ ਉੱਤੇ ਕੋਈ ਚੈੱਕ ਨਹੀਂ, ਜਿਹੜੇ ਸਾਡੇ ਗਾਇਕ ਨੇ ਜਿਹੜੀ ਉਹ ਪੈਟਰੀਆਰਕੀ ਫੈਲਾ ਰਹੇ ਨੇ, ਉਹ ਬੜੀ ਖਤਰਨਾਕ ਹੈ। ਅੱਛਾ, ਕਿਉਂਕਿ ਉਹ ਨੌਜਵਾਨ ਪੀੜ੍ਹੀ ਨੂੰ ਪ੍ਰਭਾਵਿਤ ਕਰਦੇ ਨੇ। ਇਹ ਜਿਹੜੇ ਸ਼ਬਦ ਨੇ ਉਹਨਾਂ ਦੇ, ਮਤਲਬ ਜੱਟ, ਇਹ ਉਹਦਾ ਇਸਤੇਮਾਲ, ਜੱਟ ਸ਼ਬਦ ਦਾ ਜਿਹੜਾ ਇਸਤੇਮਾਲ ਹੀ ਆਪਣੇ ਆਪ ਚ ਪੈਟਰੀਆਰਕੀ ਹੈ। ਜਿਸ ਤਰੀਕੇ ਨਾਲ ਕੀਤਾ ਜਾਂਦਾ, ਜ਼ਮੀਨ, ਜੱਟ, ਡਾਂਗ, ਇਹ ਸ਼ਬਦ ਨੇ ਨਾ ਜਿਹੜੇ, ਇਹ ਸਾਰੇ ਔਰਤ ਦੇ ਖਿਲਾਫ ਜਿਹੜੇ ਨੇ ਉਹ ਮੈਨੂੰ ਲੱਗਦੇ ਨੇ। ਕਿਉਂਕਿ ਇਹਨਾਂ ਦੇ ਵਿੱਚ ਕਬਜ਼ਾ ਕਰਨਾ, ਅਧਿਕਾਰ ਲੈਣਾ, ਜੱਟ ਦੀ ਪਸੰਦ ਜੱਟ ਨੇ ਵਿਆਹਣੀ ਹੈ, ਜਿਵੇਂ ਕਿਹਾ ਜਾਂਦਾ। ਤਾਂ ਸੋ ਇੱਥੇ ਬਹੁਤ ਕੰਮ ਕਰਨ ਦੀ ਲੋੜ ਹੈ। ਔਰ ਬਸ ਸਾਰੇ ਪਾਸੇ ਜੇ ਅਸੀਂ ਸਿਰਫ ਔਰਤਾਂ ਵੱਲੋਂ ਨਹੀਂ ਵੇਖੀਏ ਤੇ ਸਾਡੇ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਪਿੱਛੇ ਜੇ ਇੱਕ ਸਰਵੇ ਵੀ ਆਇਆ ਕਿ ਹਿੰਦੁਸਤਾਨ ਦੇ ਵਿੱਚ ਔਰਤਾਂ ਜਿਹੜੀਆਂ ਨੇ ਉਹ ਸਭ ਤੋਂ ਵੱਧ ਅਸੁਰੱਖਿਅਤ ਨੇ। ਐਗਜ਼ੈਕਟਲੀ। ਸੋ ਜੇ ਬਲਾਤਕਾਰ ਵੇਖੀਏ ਤੇ ਉਹਨਾਂ ਦੀ ਗਿਣਤੀ ਨਹੀਂ ਘੱਟ ਰਹੀ। ਇੱਥੋਂ ਤੱਕ ਕਿ ਜਿਹੜੇ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ, ਕੁੜੀਆਂ ਨੂੰ ਗਰਭ ਵਿੱਚ ਮਾਰ ਦਿੱਤਾ ਜਾਂਦਾ ਹੈ, ਉਹਨਾਂ ਵਿੱਚ ਵੀ ਸਾਡੇ ਬਹੁਤ ਹਾਲੇ ਉਹਦੇ ਤੇ ਰੋਕ ਨਹੀਂ ਲੱਗ ਪਾਈ, ਉਹ ਵੀ ਬਹੁਤ ਹੈ ਹਾਲੇ ਜੀ। ਸੋ ਮੈਂ ਤਾਂ ਕਈ ਵਾਰੀ ਕਹਿੰਦੀ ਹੁੰਦੀ ਹਾਂ ਵੀ ਉਹ ਆਪਣੀ ਖੱਬਲ ਨਜ਼ਮ ਕਿ ਜੇ ਉਸ ਵੇਲੇ ਇਹ ਅਲਟਰਾਸਾਊਂਡ ਉਸ ਵੇਲੇ ਹੁੰਦਾ ਤੇ ਸਾਡੇ ਵਰਗੀਆਂ ਬਹੁਤ ਸਾਰੀਆਂ ਕੁੜੀਆਂ ਨੇ ਹੋਣਾ ਹੀ ਨਹੀਂ ਸੀ। ਇਹ ਜਿਹੜਾ ਇੰਬੈਲੈਂਸ ਹੋਣਾ ਹੁਣ ਅੱਗੇ ਚੱਲ ਕੇ ਉਹਦੇ ਹੋਰ ਵੀ ਖਤਰਨਾਕ ਨਤੀਜੇ ਹੋਣੇ ਆ, ਜਿਹੜਾ ਇੰਬੈਲੈਂਸ ਬਣ ਜਾ ਰਿਹਾ। ਇਹ ਫਿਲਾਸਫੀਕਲੀ ਅਸੀਂ ਦੇਖੀਏ ਤੇ ਸਾਰੀ ਕੁਦਰਤ ਨਾਲ ਵੀ ਇੰਬੈਲੈਂਸ, ਮਨੁੱਖ ਨੇ ਆਪਣੇ ਨਾਲ ਵੀ ਇੰਬੈਲੈਂਸ ਜਿਹੜਾ ਕ੍ਰੀਏਟ ਕਰ ਲਿਆ ਹੈਗਾ, ਉਹਦੇ ਨਤੀਜੇ ਤੇ ਭੁਗਤਣੇ ਪੈਣੇ ਸਾਨੂੰ। ਡਾਕਟਰ ਪਾਲ ਕੌਰ ਹੁਣੀ ਮੇਰੇ ਨਾਲ ਇਸ ਵੇਲੇ ਟੈਲੀਫੋਨ ਲਾਈਨ ਤੇ ਮੌਜੂਦ ਨੇ। ਉਹਨਾਂ ਦੇ ਨਾਲ ਤੁਸੀਂ ਕੋਈ ਗੱਲ ਕਰਨੀ ਹੈ, ਕੋਈ ਤੁਹਾਡੇ ਮਨ ਦੇ ਵਿੱਚ ਸਵਾਲ ਹੈਗਾ ਤਾਂ ਤੁਰੰਤ ਤੁਸੀਂ ਕਾਲ ਕਰ ਸਕਦੇ ਹੋ 6042040600 ਤੇ 6042040600 ਤੇ। ਨਿਰਮਲ ਜੀ। ਹੈਲੋ ਜੀ ਨਿਰਮਲ ਜੀ। ਨਵਜੋਤ ਜੀ, ਤੁਸੀਂ ਅੱਜ ਵੈਰੀ ਯੂਨੀਕ ਗੈਸਟ ਲੈ ਕੇ ਆਏ ਆ। ਓਕੇ। ਤੇ ਮੈਂ ਪਾਲ ਕੌਰ ਜੀ, ਤੁਹਾਨੂੰ ਮੈਂ ਪੁੱਛਣਾ ਚਾਹੁੰਦੀ ਆ ਕਿ ਤੁਸੀਂ ਕਿਹੜੇ ਸਾਲ ਇੰਡੀਪੈਂਡੈਂਟਲੀ ਰਹਿਣਾ ਸ਼ੁਰੂ ਕਰ ਦਿੱਤਾ ਸੀ? ਮੈਂ 1981 ਚ ਐਮਏ ਕਰਨ ਤੋਂ ਬਾਅਦ। 1981 ਚ? 81। ਹਾਂਜੀ 1981 ਚ ਜੀ? ਹਾਂਜੀ 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 ਹਾਂਜੀ। ਤੇ ਹੁਣ ਸਿਆਸਤ ਤਾਂ ਬਹੁਤ ਤੁਹਾਡੇ ਵਾਸਤੇ ਕਰ ਲਈ ਆ, ਪਰ ਤੁਸੀਂ ਮੇਰੀ ਸਮਾਜ ਤੋਂ ਜਿੱਦਾਂ ਵੀ ਪਛਾਣ ਕਰ ਲਈ ਹੋਣੀ ਆ। ਆਈ ਐਮ ਵੈਰੀ ਪ੍ਰਾਊਡ ਆਫ ਯੂ। ਥੈਂਕ ਯੂ ਜੀ, ਸ਼ੁਕਰੀਆ ਬਹੁਤ ਬਹੁਤ। ਯਾ ਥੈਂਕ ਯੂ। ਜਿਹੜੇ ਤੁਸੀਂ ਸਾਡੇ ਵਰਗਿਆਂ ਨੂੰ ਵੀ ਜਿੱਦਾਂ ਇਨਕਰੇਜਮੈਂਟ ਦਿੱਤੀ ਆ ਵੀ ਇੰਡੀਪੈਂਡੈਂਟਲੀ ਰਹਿਣਾ ਇਹ ਮਾੜੀ ਗੱਲ ਨਹੀਂ ਹੈਗੀ, ਬਹੁਤ ਚੰਗੀ ਗੱਲ ਹੈਗੀ ਆ। ਤੇ ਮੈਂ ਵੀ 1982 ਦੀ ਇੰਡੀਪੈਂਡੈਂਟਲੀ ਰਹਿ ਰਹੀ ਹਾਂ। ਮੈਂ ਤਾਂ ਨਾਲ 5 ਜਮਾਤਾਂ ਇੰਡੀਆ ਕੀਤੀਆਂ ਸੀਗੀਆਂ। ਥੈਂਕ ਯੂ ਸੋ ਮਚ। ਥੈਂਕ ਯੂ ਨਿਰਮਲ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਹਾਂਜੀ ਮਿਸਟਰ ਪਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਕਹਿੰਦਾ ਅੱਜ ਕੱਲ੍ਹ ਜਿਹੜੀਆਂ ਆਈਡੀਓਲੋਜੀਜ਼ ਹੈਗੀਆਂ ਉਹ
5-10 ਮਿੰਟ ਵੀ ਉਹ ਤੁਸੀਂ ਉਹਨਾਂ ਨੂੰ ਵੇਟ ਕਰੋ, ਉਹਨਾਂ 'ਚ ਕੁਛ ਨਹੀਂ ਹੁੰਦਾ ਹੈ ਨਾ। ਉਹ ਬਹੁਤ ਪ੍ਰਵੇਲ ਕਰ ਰਹੀਆਂ। ਅੱਗੇ ਆਪਣੀਆਂ ਗੋਸ਼ਟੀਆਂ ਚੱਲਦੀਆਂ ਸੀ ਸਾਲਾਂ ਬੱਧੀ, ਈਅਰਸ ਜਨਰੇਸ਼ਨ ਦਾ, ਉਹਦੇ 'ਚ ਕੁਛ ਨਾ ਕੁਛ ਆਪਣਾ ਕੱਢਿਆ ਹੁੰਦਾ ਸੀ ਉਹਨੂੰ। ਵੀ ਅੱਜ ਕੱਲ੍ਹ ਜੇ ਮੈਂ ਪੁੱਛਣਾ ਚਾਹੁੰਦਾ, ਜਿਹੜੀ ਵੂਮੈਨ ਆ ਉਹ ਸ਼ੀ ਸਟੇ ਹੋਮ ਐਂਡ ਟੇਕ ਕੇਅਰ ਆਫ ਫੈਮਿਲੀ ਇਜ਼ ਮੋਸਟ ਪਾਵਰਫੁਲ ਐਂਡ ਪ੍ਰੋਡਕਟਿਵ, ਜਾਂ ਜਿਹੜੀ ਹੈਗੀ ਆ ਆਪਣੀ ਕਮਿਊਨਿਜ਼ਮ ਦਾ ਕਾਰਪੋਰੇਟ ਸਿਸਟਮ ਦੀ ਕ੍ਰੀਏਸ਼ਨ ਹੈਗੀ, ਗਰਲਫ੍ਰੈਂਡ, ਮਾਰਕੀਟਿੰਗ, ਐਂਟਰਟੇਨਮੈਂਟ ਟੂ ਕੰਜ਼ਿਊਮਰਸ ਆਫ ਬਾਰਸ, ਕਲੱਬਸ, ਕੰਟਰਸੈਪਸ਼ਨ ਤੇ ਡਿਪਰੈਸ਼ਨ, ਡਰੱਗਸ ਮਾਫੀਆ ਦੀ ਜਿਹੜੀ ਵੂਮੈਨ ਉਹ ਆਜ਼ਾਦ ਹੈਗੀ ਆ। ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਕਾਲ ਦੇ ਵਿੱਚ ਥੋੜ੍ਹੀ ਜਿਹੀ ਡਿਸਟਰਬੈਂਸ ਹੈ, ਇੰਨੀ ਸਾਫ਼ ਆਵਾਜ਼ ਨਹੀਂ ਆ ਰਹੀ। ਪਾਲ ਕੌਰ ਜੀ, ਗੱਲ ਸਮਝ ਲੱਗੀ ਸੀ ਇਹਨਾਂ ਦੀ? ਨਹੀਂ, ਤੁਸੀਂ ਥੋੜਾ ਮੈਨੂੰ। ਹਾਂਜੀ, ਇਹਨਾਂ ਨੇ ਕਹਿੰਦੇ ਕਿ ਸਵਾਲ ਨਹੀਂ ਮੈਨੂੰ ਸਮਝ ਆਇਆ ਵੀ ਸਵਾਲ ਕੀਤਾ ਹੈ ਕੋਈ ਕਿ ਵੈਸੀ ਗੱਲ ਕੀਤੀ। ਸਵਾਲ ਕਰ ਰਹੇ ਸੀ, ਕਹਿੰਦੇ ਕਿ ਵੀ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਘਰ ਔਰਤਾਂ ਰਹਿੰਦੀਆਂ ਆ ਉਹ ਜ਼ਿਆਦਾ ਪ੍ਰੋਡਕਟਿਵ ਹੈਗੀਆਂ, ਜਾਂ ਜਿਹੜੀਆਂ ਜਿਸ ਤਰ੍ਹਾਂ ਇਹਨਾਂ ਨੇ ਆਪਣਾ ਇੱਕ ਨੋਸ਼ਨ ਜਿਹੜਾ ਪੇਸ਼ ਕੀਤਾ ਕਿ ਜਿਹੜੀਆਂ ਬਾਹਰ ਕੰਮ ਕਰਦੀਆਂ, ਜਾਂ ਜਿਸ ਤਰ੍ਹਾਂ ਦਾ ਕਹਿੰਦੇ ਕਾਰਪੋਰੇਟ ਕਲਚਰ ਵਾਲੇ ਆ ਉਹ ਪ੍ਰਮੋਟ ਕਰ ਰਹੇ ਆ, ਉਹ ਔਰਤਾਂ ਜ਼ਿਆਦਾ ਪ੍ਰੋਡਕਟਿਵ ਆ? ਨਹੀਂ, ਇਹਦੇ 'ਚ ਕੋਈ ਕੰਪੈਰੀਜ਼ਨ ਨਹੀਂ ਹੈ। ਜੋ ਘਰ ਕੰਮ ਕਰ ਰਹੀਆਂ ਨੇ, ਅਸੀਂ ਅਗਰ ਉਹਨਾਂ ਦੇ ਕੰਮ ਦਾ ਹਿਸਾਬ ਲਗਾਉਣ ਲੱਗੀਏ ਤੇ ਉਹ ਬਹੁਤ ਉਹਨਾਂ ਦਾ ਆਦਮੀ ਅਫੋਰਡ ਨਹੀਂ ਕਰ ਸਕਦਾ ਜਿੰਨਾ ਕੰਮ ਉਹ ਘਰ ਰਹਿ ਕੇ ਕਰਦੀਆਂ ਨੇ। ਆਦਮੀ ਅਗਰ ਉਹ ਕੰਮ ਪੈਸੇ ਦੇ ਕੇ ਕਰਾਏ ਤੇ ਉਹ ਅਫੋਰਡ ਨਹੀਂ ਕਰ ਸਕਦਾ। ਉਹਦੀ ਪ੍ਰਾਈਸ ਜਿਹੜੀ ਹੈ, ਉਹਦਾ ਜਿਹੜੀ ਵੈਲਿਊ ਹੈ ਉਹ ਬਹੁਤ ਜ਼ਿਆਦਾ ਹੈ। ਔਰ ਜੋ ਬਿਲਕੁਲ ਹੀ ਇਹਨਾਂ ਨੇ ਕੰਟਰਾਸਟ ਦੇ ਵਿੱਚ ਜੇ ਕਾਰਪੋਰੇਟ ਵਿੱਚ ਕੰਮ ਕਰ ਰਹੀਆਂ ਔਰਤਾਂ ਨੇ, ਉਹ ਪੈਸਾ ਕਮਾਉਂਦੀਆਂ ਨੇ, ਲੇਕਿਨ ਹਾਂ ਉਹ ਵੀ ਐਕਸਪਲੋਇਟ ਹੋ ਰਹੀਆਂ ਨੇ, ਉਹ ਹੁੰਦੀਆਂ ਵੀ ਨੇ ਖੁਦ ਵੀ। ਉਹ ਇਹਦੇ ਵਾਸਤੇ ਕੁਛ ਨਹੀਂ ਕਰਦੀਆਂ। ਉਹਦੇ ਉੱਤੇ ਵੀ ਸਮਾਜ ਨੂੰ ਕੰਮ ਕਰਨ ਦੀ ਲੋੜ ਹੈ। ਮੈਂ ਬਹੁਤਾ ਨਹੀਂ ਸਮਝਦੀ, ਕਿਉਂਕਿ ਬਹੁਤਾ ਚੰਗਾ ਨਹੀਂ ਸਮਝਦੀ ਵੀ ਕਾਰਪੋਰੇਟ ਦੇ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਜਾਂ ਉਹ ਪ੍ਰੋਡਕਟ ਦੇ ਤੌਰ ਤੇ ਜਦੋਂ ਵਰਤੀਆਂ ਜਾਣ ਲੱਗ ਜਾਂਦੀਆਂ ਨੇ, ਤੇ ਉਹ ਵੀ ਸਾਡੇ ਹੱਕ ਦੀ ਗੱਲ ਨਹੀਂ ਹੈ ਉਹ। ਸੋ ਇਸ ਕਰਕੇ ਵੈਸੇ ਦੋਨਾਂ ਦਾ ਕੰਪੈਰੀਜ਼ਨ ਕੋਈ ਨਹੀਂ ਹੈ। ਠੀਕ ਹੈ, ਉਹ ਆਪਣੀ ਥਾਂ ਤੇ ਨੇ, ਆਪਣੀ ਥਾਂ ਤੇ ਨੇ। ਪਾਲ ਕੌਰ ਜੀ, ਕਟਹਿਰੇ ਵਿੱਚ ਔਰਤ ਦੀ ਆਪਾਂ ਗੱਲ ਕਰਦੇ ਹਾਂ। ਇਹ ਤੁਹਾਡੀ ਜਿਹੜੀ ਕਿਤਾਬ ਹੈ ਅਮ੍ਰਿਤਾ ਪ੍ਰੀਤਮ ਦੇ ਅੰਗ ਸੰਗ, ਇਹਦਾ ਜਿਹੜਾ ਟਾਈਟਲ ਹੈ ਕਟਹਿਰੇ ਵਿੱਚ ਔਰਤ, ਅਮ੍ਰਿਤਾ ਪ੍ਰੀਤਮ ਦੇ ਅੰਗ ਸੰਗ। ਮੈਂ ਇਹ ਕਿਤਾਬ ਪੜ੍ਹੀ ਨਹੀਂ ਹੈ, ਪਰ ਮੈਨੂੰ ਇਹਦਾ ਟਾਈਟਲ ਜਿਹੜਾ ਹੈ ਉਹ ਬਹੁਤ ਸ਼ਾਨਦਾਰ ਲੱਗਦਾ। ਅਮ੍ਰਿਤਾ ਪ੍ਰੀਤਮ ਹੁਣਾਂ ਦੇ ਨਾਲ ਵੀ ਤੁਹਾਡਾ ਸਾਥ ਰਿਹਾ ਹੈ, ਜਾਂ ਸਿਰਫ ਤੁਸੀਂ ਉਹਨਾਂ ਨੂੰ ਪੜ੍ਹਿਆ ਹੀ ਆ? ਨਹੀਂ, ਮੇਰਾ ਸਾਥ ਰਿਹਾ। ਉਹਨਾਂ ਨੂੰ ਬਹੁਤ ਵਾਰੀ ਮਿਲੀ ਹਾਂ। ਉਹਨਾਂ ਦੇ ਜਿਹੜਾ ਇੱਕ ਗਰੁੱਪ ਕਹਿ ਲਓ, ਜਾਂ ਜਿਹੜੇ ਸਾਹਿਤਕਾਰ ਉਹਨਾਂ ਦੇ ਬਹੁਤ ਨੇੜੇ ਸੀਗੇ, ਉਹਨਾਂ ਦੇ ਵਿੱਚ ਨਾਂ ਮੇਰਾ ਲਿਆ ਜਾਂਦਾ ਹੈਗਾ। ਤੇ ਉਹਨਾਂ ਨੂੰ ਬੈਠ ਕੇ ਸੁਣਿਆ ਵੀ, ਪੜ੍ਹਿਆ ਤੇ ਹੈ ਹੀ ਹੈ। ਮੈਂ ਤਾਂ ਬਹੁਤ ਛੋਟੀ ਉਮਰ ਤੋਂ ਪੜ੍ਹਨ ਲੱਗ ਗਈ ਸੀ ਉਹਨਾਂ ਨੂੰ। ਸਾਡੀ ਪੀੜ੍ਹੀ ਨੂੰ ਉਹਨਾਂ ਨੇ ਬਹੁਤ ਪ੍ਰੇਰਿਤ ਕੀਤਾ ਹੈ, ਉਹਨਾਂ ਦੇ ਜੀਵਨ ਨੇ ਔਰ ਉਹਨਾਂ ਦੀਆਂ ਲਿਖਤਾਂ ਨੇ। ਤੇ ਫਿਰ ਉਹਨਾਂ ਨੂੰ ਮਿਲਣ ਦਾ ਵੀ ਮੌਕਾ ਮੈਨੂੰ ਮਿਲਿਆ। ਉਹਨਾਂ ਦੀ ਨਾ ਜ਼ਿੰਦਗੀ ਦੇ ਨਾਲ ਬਹੁਤ ਸਾਰੀਆਂ ਕੰਟਰੋਵਰਸੀਜ਼ ਸੀਗੀਆਂ, ਲੋਕਾਂ ਦੇ ਸਵਾਲ ਸੀਗੇ ਬਹੁਤ ਸਾਰੇ, ਤੇ ਮੈਂ ਇਸ ਕਿਤਾਬ ਦੇ ਵਿੱਚ ਉਹਨਾਂ ਨੂੰ ਡੀਲ ਕਰਨ ਦੀ ਕੋਸ਼ਿਸ਼ ਕੀਤੀ ਹੈ ਸਮਾਜ ਦੇ ਸੰਦਰਭ ਵਿੱਚ, ਕਿ ਵੀ ਔਰਤ ਕੁਛ ਵੀ ਕਰਦੀ ਹੈ ਤੇ ਉਹਨੂੰ ਕਟਹਿਰੇ 'ਚ ਖੜਾ ਕਰ ਦਿੱਤਾ ਜਾਂਦਾ ਹੈ। ਆਪਾਂ ਕੋਸ਼ਿਸ਼ ਕਰਾਂਗੇ ਕਿ ਅਮ੍ਰਿਤਾ ਹੁਣਾਂ ਤੇ ਇੱਕ ਦਿਨ ਆਪਾਂ ਵੱਖਰਾ ਪ੍ਰੋਗਰਾਮ ਜ਼ਰੂਰ ਰੱਖੀਏ। ਮੈਂ ਤੁਹਾਡੇ ਨਾਲ ਉਸ ਦਿਨ ਆਪਾਂ ਉਹਨਾਂ ਤੇ ਹੀ ਫੋਕਸ ਰੱਖਾਂਗੇ ਸਾਰੀ ਹੋਰ ਗੱਲਬਾਤ। ਤੇ ਅਮ੍ਰਿਤਾ ਪ੍ਰੀਤਮ ਹੁਣਾਂ ਤੋਂ ਇਲਾਵਾ ਤੁਸੀਂ ਕਿਹਨਾਂ ਨੂੰ ਪੜ੍ਹਦੇ ਰਹੇ ਹੋ ਤੇ ਜ਼ਿਆਦਾ ਤੁਸੀਂ ਪਸੰਦ ਕਰਦੇ ਹੋ? ਤੁਹਾਡੇ ਕੋਈ ਆਪਣੇ ਵੀ ਇਹੋ ਜਿਹੇ ਫੇਵਰੇਟ ਕਵੀ, ਕਵਿਤਰੀ ਜਾਂ ਕੋਈ ਹੋਰ ਸਾਹਿਤਕਾਰ ਰਹੇ ਨੇ ਜਿਹਨਾਂ ਤੋਂ ਤੁਸੀਂ ਪ੍ਰਭਾਵਿਤ ਰਹੇ ਨੇ? ਹਾਂਜੀ, ਪ੍ਰਭਾਵਿਤ ਰਹੇ ਹੋ। ਪੰਜਾਬੀ ਦੇ ਸਾਰੇ ਸਾਹਿਤਕਾਰਾਂ ਨੂੰ ਮੈਂ ਪੜ੍ਹਿਆ ਛੋਟੀ ਉਮਰ 'ਚ ਹੀ। ਫਿਰ ਉਸ ਤੋਂ ਬਾਅਦ ਰੂਸੀ ਨਾਵਲਕਾਰਾਂ ਨੂੰ ਬਹੁਤ ਪੜ੍ਹਿਆ ਮੈਂ। ਤੇ ਸਾਡੀ ਪੀੜ੍ਹੀ ਨੂੰ ਮੇਰਾ ਦਾਗਿਸਤਾਨ ਕਿਤਾਬ ਬਹੁਤ ਪ੍ਰਭਾਵਿਤ ਕਰਦੀ ਸੀਗੀ, ਸਾਰੇ ਪੜ੍ਹਦੇ ਰਹੇ ਹਾਂ। ਤੇ ਬਾਕੀ ਸਾਰਾ ਸ਼ਗੁਫਤਾ ਪਾਕਿਸਤਾਨ ਦੇ ਰਾਈਟਰਸ ਨੇ ਕੁਛ। ਸੋ ਸਾਹਿਤ ਜੋ ਵੀ ਉਪਲਬਧ ਰਿਹਾ ਹੈਗਾ ਮੈਂ ਪੜ੍ਹਦੀ ਰਹੀ ਹਾਂ। ਉਹ ਬਹੁਤ ਸਾਰੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ ਵਿੱਚੋਂ, ਵੱਖਰੀ ਤਰ੍ਹਾਂ ਨਾਲ। ਪਾਲ ਕੌਰ ਜੀ, ਮੈਂ ਮੁੜ ਕੇ ਓਸ਼ੋ ਨੂੰ ਵੀ ਬਹੁਤ ਪੜ੍ਹਿਆ, ਉਹਨੇ ਵੀ ਬਹੁਤ ਅੱਖਾਂ ਖੋਲਦਾ ਉਹ ਸਮਾਜ ਦੇ ਪ੍ਰਤੀ। ਮੈਂ ਇਹ ਇੱਧਰ ਨੂੰ ਆਉਣ ਲੱਗੀ ਸੀ ਕਿ ਜਿਸ ਵੇਲੇ ਵਿਅਕਤੀ ਇਕੱਲਾ ਰਹਿ ਰਿਹਾ ਆ, ਕੋਈ ਪਰਸਨ, ਤੇ ਬਹੁਤ ਵਾਰੀ ਇਹ ਸਮਝਿਆ ਜਾਂਦਾ ਕਿ ਉਹਦੇ ਲਈ ਰੂਹਾਨੀ ਰਸਤੇ ਦੇ ਉੱਤੇ ਚੱਲਣਾ ਜਾਂ ਅਧਿਆਤਮਕ ਰਾਹ ਦੇ ਉੱਤੇ ਚੱਲਣਾ ਜਾਂ ਉੱਥੇ ਖੋਜ ਕਰਨੀ ਜਾਂ ਕਿਸੇ ਹੱਦ ਤੱਕ ਕਿਸੇ ਲੈਵਲ ਤੱਕ ਪਹੁੰਚ ਜਾਣਾ ਬੜਾ ਸੌਖਾ ਹੁੰਦਾ ਹੈ। ਤੁਸੀਂ ਕੁਝ ਇਸ ਤਰ੍ਹਾਂ ਦੀ ਵੀ ਟਰਾਈ ਕੀਤੀ ਹੈ?
ਮੈਂ ਇੱਕ ਵਕਤ ਆਇਆ ਸੀਗਾ, ਮੈਂ ਥੋੜੀ ਦੇਰ ਬਿਆਸ ਵੀ ਜਾਣ ਲੱਗ ਗਈ ਸੀ, ਤਾਂ ਜਾਂਦੀ ਰਹੀ 2-2.5 ਸਾਲ, ਲੇਕਿਨ ਹਾਂ ਫਿਰ ਉਸ ਤੋਂ ਬਾਅਦ ਮੈਂ ਨਹੀਂ ਗਈ, ਕੁਛ ਰੀਜ਼ਨ ਸੀਗੇ ਉਹਦੇ, ਤੇ ਲੇਕਿਨ ਉਸ ਐਕਸਪੀਰੀਅੰਸ ਨੇ ਮੈਨੂੰ ਰਿਚਨੈਸ ਦਿੱਤੀ। ਮੈਂ ਓਸ਼ੋ ਨੂੰ ਕਾਫੀ ਪੜ੍ਹਿਆ, ਓਸ਼ੋ ਦੇ ਵੀ ਜਾਂਦੀ ਰਹੀ ਹਾਂ, ਓਸ਼ੋ ਦੇ ਆਸ਼ਰਮ ਵਿੱਚ ਜਾਂਦੀ ਰਹੀ ਹਾਂ, ਜਿਹੜੀਆਂ ਉਹਦੀਆਂ ਮੈਡੀਟੇਸ਼ਨਸ ਨੇ ਕੁਛ ਉਹ ਵੀ ਕੀਤੀਆਂ ਮੈਂ, ਲੇਕਿਨ ਮੈਂ ਠਹਿਰੀ ਨਹੀਂ, ਰੁਕੀ ਨਹੀਂ, ਕਿਉਂਕਿ ਕਿਸੇ ਵੀ ਜਗ੍ਹਾ ਤੇ ਜਿਹੜੇ ਜਿੰਨੇ ਵੀ ਸਾਰੇ ਕਹਿ ਲਓ ਕੋਈ ਜਾਂ ਕੋਈ ਡੇਰਾ ਜਾਂ ਕੋਈ ਆਸ਼ਰਮ ਜਾਂ ਕੋਈ ਇਸ ਤਰ੍ਹਾਂ ਦੇ ਹੈਗੇ ਨੇ, ਉਹ ਇਹ ਸੰਸਥਾ ਜਦੋਂ ਬਣ ਜਾਂਦੇ ਨੇ ਤੇ ਸੰਸਥਾ ਦੀਆਂ ਬੁਰਾਈਆਂ ਉਹਨਾਂ 'ਚ ਆ ਜਾਂਦੀਆਂ ਨੇ, ਤੇ ਉਹਨਾਂ ਨੂੰ ਪੜ੍ਹਨਾ ਹੀ ਠੀਕ ਹੈ। ਪੜ੍ਹ ਕੇ ਤੇ ਤੁਸੀਂ ਜਿਹੜੇ ਉਹਦੀ ਅੱਛੀਆਂ ਚੰਗੀਆਂ ਗੱਲਾਂ ਨੇ ਜਿਹੜੀਆਂ ਉਹ ਲੈ ਸਕਦੇ ਹੋ, ਤੇ ਬਾਕੀ ਗੁਰਬਾਣੀ ਤਾਂ ਹੈ ਹੀ ਹੈ ਹਮੇਸ਼ਾ ਤੁਹਾਨੂੰ ਗਾਈਡ ਕਰਨ ਵਾਸਤੇ। ਤੇ ਮੈਂ ਜਿਹੜਾ ਕਹਿ ਰਹੇ ਹੋ ਤੁਸੀਂ ਸਪਿਰਿਚੁਅਲ ਰਸਤਾ, ਮੈਨੂੰ ਇਹ ਲੱਗਦਾ ਹੈ ਕਿ ਜੋ ਮੈਨੂੰ ਐਕਸਪੀਰੀਅੰਸ ਇਹਨਾਂ ਥਾਵਾਂ ਤੇ ਵੀ ਜਾ ਕੇ ਹੋਇਆ ਕਿ ਜਿਹੜੇ ਅਸੀਂ ਲਿਖਦੇ ਹਾਂ, ਜੇ ਅਸੀਂ ਪੂਰੀ ਅੰਦਰਲੀ ਸੱਚਾਈ ਨਾਲ ਪ੍ਰਕਿਰਤੀ ਦੇ ਨੇੜੇ ਹੋ ਕੇ ਔਰ ਅੰਦਰਲੀ ਸੱਚਾਈ ਨਾਲ ਲਿਖਦੇ ਹਾਂ, ਔਰ ਕਿਸੇ ਬਿਨਾਂ ਲਾਲਚ ਦੇ ਲਿਖਦੇ ਹਾਂ, ਤੇ ਇਹ ਆਪਣੇ ਆਪ 'ਚ ਹੀ ਇੱਕ ਮੈਡੀਟੇਸ਼ਨ ਹੈ। ਪਾਲ ਕੌਰ ਜੀ, ਆਪਣੇ ਸੁਭਾਅ ਬਾਰੇ ਥੋੜ੍ਹੀ ਤੁਸੀਂ ਗੱਲ ਕਰਦੇ ਗਏ ਕਿ ਵੀ ਮੈਂ ਜ਼ਿੱਦੀ ਹਾਂ, ਮੈਂ ਡਿਟਰਮਿੰਡ ਹਾਂ, ਮੈਂ ਇਸ ਤੋਂ ਇਲਾਵਾ ਤੁਸੀਂ ਕਿਸੇ ਪਾਸੇ ਜਿਹੜੀ ਇੱਕ ਬਹੁਤ ਖੂਬਸੂਰਤ ਗੱਲ ਕਹੀ ਸੀ, ਤੁਸੀਂ ਕਹਿੰਦੇ ਸੀ ਕਿ ਵੀ ਮੈਂ ਦੋਗਲਾਪਣ ਨਹੀਂ ਰੱਖਿਆ ਹੋਇਆ, ਜਾਂ ਹੁਣ ਜ਼ਰੂਰਤ ਨਹੀਂ ਪੈਂਦੀ, ਥੋੜ੍ਹੀਆਂ ਬਹੁਤ ਗੱਲਾਂ ਜ਼ਰੂਰ ਤੁਹਾਨੂੰ ਕਈ ਵਾਰ ਟਵਿਸਟ ਕਰਨੀਆਂ ਪੈਂਦੀਆਂ। ਜੇ ਪਾਲ ਕੌਰ ਥੋੜ੍ਹਾ ਜਿਹਾ ਆਪਣੇ ਸੁਭਾਅ ਬਾਰੇ ਹੋਰ ਸਾਡੇ ਸੁਣਨ ਵਾਲਿਆਂ ਨੂੰ ਵਾਕਫ ਕਰਾ ਸਕਣ, ਕਦੇ ਜਦੋਂ ਤੁਸੀਂ ਆਪਣੇ ਆਪ ਦੇ ਨਾਲ ਗੱਲਾਂ ਕਰਦੇ ਹੋ, ਉਹ ਗੱਲਾਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਲੋਕ ਤੁਹਾਨੂੰ ਨਹੀਂ ਪੂਰੀ ਤਰ੍ਹਾਂ ਹਾਲੇ ਜਾਣਦੇ, ਸ਼ਾਇਦ ਲੋਕ ਮੈਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ। ਅੱਜ ਅਸੀਂ ਅੰਮ੍ਰਿਤਾ ਪ੍ਰੀਤਮ ਹੋਣਾ ਦੀਆਂ ਗੱਲਾਂ ਕਰਦੇ ਹਾਂ, ਅਸੀਂ ਕਹਿੰਦੇ ਕਿ ਅੰਮ੍ਰਿਤਾ ਪ੍ਰੀਤਮ ਬਾਰੇ ਬਹੁਤ ਸਾਰੇ ਭੁਲੇਖੇ ਸਨ ਲੋਕਾਂ ਦੇ ਮਨਾਂ ਦੇ ਵਿੱਚ। ਅੱਜ ਹੁਣ ਤੁਸੀਂ ਤਾਂ ਸਾਡੇ ਨਾਲ ਹੋ, ਤੁਸੀਂ ਵੀ ਇਹੋ ਜਿਹੇ ਤਜਰਬੇ ਬਹੁਤ ਕੀਤੇ ਹੋਣਗੇ, ਸੁਣੀਆਂ ਹੋਣਗੀਆਂ ਬਹੁਤ ਸਾਰੀਆਂ ਗੱਲਾਂ। ਅੱਜ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਬਾਰੇ ਕੋਈ ਆਲੇ ਦੁਆਲੇ ਇਹੋ ਜਿਹੀ ਗੱਲਬਾਤ ਸੁਣਦੇ ਰਹੇ ਹੋ ਜਾਂ ਕੋਈ ਭੁਲੇਖੇ ਸੁਣਦੇ ਰਹੇ ਹੋ, ਉਹ ਭਰਮ ਜਿਹੜੇ ਆ ਉਹ ਦੂਰ ਕਰ ਸਕੋ। ਦੇਖੋ, ਭੁਲੇਖੇ ਤੇ ਬਹੁਤ ਜ਼ਿਆਦਾ ਇਸ ਵੇਲੇ ਬਹੁਤ ਭੁਲੇਖੇ ਮੇਰੇ ਬਾਰੇ ਨਹੀਂ, ਇੱਕ ਜਨਰਲ ਪਏ ਹੋਏ ਨੇ, ਸ਼ਾਇਦ ਹੋਵਾਂ ਮੈਂ ਵੀ ਕਿਧਰੇ ਉਹਦੇ ਚ ਸ਼ਾਮਲ, ਕਿ ਸਾਹਿਤਕਾਰ ਜਿਹੜੇ ਨੇ ਉਹ ਇਨਾਮਾਂ ਵਾਸਤੇ ਭੱਜੇ ਫਿਰਦੇ ਨੇ, ਇਨਾਮਾਂ ਵਾਸਤੇ ਕੋਈ ਜੁਗਾੜ ਕਰਦੇ ਨੇ, ਕਰਦੇ ਵੀ ਨੇ ਲੋਕ, ਕਰਦੇ ਵੀ ਨੇ। ਤੇ ਮੈਂ ਮਤਲਬ ਇਹ ਸਪਸ਼ਟ ਤੌਰ ਤੇ ਮੈਂ ਕਦੇ ਅਜਿਹਾ ਕਰਨਾ ਬਿਲਕੁਲ ਇਹਦੇ ਖਿਲਾਫ ਹਾਂ। ਤੇ ਮੈਨੂੰ ਇਨਾਮ ਮਿਲੇ ਵੀ ਨੇ, ਲੇਕਿਨ ਉਹ ਜਦੋਂ ਕਿਧਰੇ ਲੱਗਦਾ ਹੈ ਵੀ ਕਿਸੇ ਨੂੰ ਲੱਗਦਾ ਹੈ ਵੀ ਦੇਣਾ ਚਾਹੀਦਾ ਤੇ ਉਹ ਕੋਈ ਦੇ ਦਿੰਦਾ ਹੈ। ਸੋ ਮੈਂ ਕਦੇ ਕਿਸੇ ਜਿਹੜੀਆਂ ਸਾਹਿਤ ਦੀਆਂ ਲੌਬੀਜ਼ ਬਣੀਆਂ ਹੋਈਆਂ ਨੇ ਸਾਹਿਤਕਾਰਾਂ ਦੀਆਂ, ਮੈਂ ਕਦੀ ਉਹਨਾਂ 'ਚ ਸ਼ਾਮਲ ਨਹੀਂ ਹੁੰਦੀ। ਮੈਨੂੰ ਲੱਗਦਾ ਜਿੱਥੇ ਕੋਈ ਚੰਗੀ ਗੱਲ ਹੁੰਦੀ ਹੈ, ਮੈਨੂੰ ਕੋਈ ਬੁਲਾਉਂਦਾ ਤੇ ਮੈਂ ਜਾਂਦੀ ਹਾਂ। ਮੈਂ ਸੋਚਦੀ ਹਾਂ ਕਿ ਵੀ ਮੈਂ ਆਪ ਲਿਖਣਾ, ਆਪ ਪੜ੍ਹਨਾ ਲਿਖਣਾ ਮੇਰਾ ਇਹ ਕੰਮ ਹੈ। ਜੇ ਮੈਨੂੰ ਉਹਨਾਂ ਨੇ ਰਿਕੋਗਨਾਈਜ਼ ਕਰਨਾ ਹੈ ਤੇ ਕਰ ਲੈਣਗੇ, ਨਹੀਂ ਕਰਨਗੇ ਤੇ ਅੱਜ ਨਹੀਂ ਕਰਨਗੇ ਕੱਲ ਕਰ ਲੈਣਗੇ, ਜੇ ਮੇਰੀ ਗੱਲ 'ਚ ਕੋਈ ਦਮ ਹੋਏਗਾ। ਮੇਰੇ ਵਿਚਾਰ ਮੁਤਾਬਕ ਇਹ ਹੈ। ਸੋ ਹਾਂ, ਇਹਦੇ ਬਾਰੇ ਚ ਅਗਰ ਕਿਸੇ ਨੂੰ ਕੋਈ ਭੁਲੇਖਾ ਹੋ ਸਕਦਾ, ਲੇਕਿਨ ਮੈਂ ਕਦੀ ਵੀ ਅਜਿਹਾ ਨਹੀਂ ਸੋਚਦੀ ਕਿ ਮੈਂ ਆਪਣੀ ਪਛਾਣ ਲਈ ਕੁਛ ਏਦਾਂ ਕੁਛ ਕਰਾਂ। ਸੋ ਆਪਣੇ ਆਪ ਹੀ ਮੈਂ ਜਦੋਂ ਜਿਹੜੇ ਬੰਦੇ ਨੇ ਆਪ ਹੀ ਸੋਚ ਲਿਆ ਹੋਵੇ ਕਿ ਵੀ ਉਹਨੇ ਆਪਣੇ ਪੈਰਾਂ ਤੇ ਖੜਾ ਕਰਨਾ, ਸਾਰੀ ਲੜਾਈ ਉਹਦੀ ਇਹੀ ਹੋਵੇ, ਸੋ ਕੋਈ ਵੱਡਾ ਛੋਟਾ ਇਨਾਮ ਤਾਂ ਮੇਰਾ ਕੀ ਸਵਾਰ ਲਏਗਾ, ਜੇ ਨਹੀਂ ਮਿਲਿਆ ਤੇ ਕੀ ਵਿਗਾੜ ਲਏਗਾ। ਮੈਂ ਕੰਮ ਨਿੱਠ ਕੇ ਜਿਹੜੀ ਹੈ ਉਹ ਕਰਨਾ ਚਾਹੁੰਦੀ ਹਾਂ। ਹਾਲੇ ਹੋਰ ਮੇਰੇ ਪ੍ਰੋਜੈਕਟ ਨੇ ਜਿਹੜੇ ਮੈਂ ਪੂਰੇ ਕਰਨੇ ਨੇ, ਉਹ ਕਰਨਾ ਚਾਹੁੰਦੀ ਹਾਂ। ਸਾਨੂੰ ਉਡੀਕ ਰਹੇਗੀ ਤੁਹਾਡੇ ਉਹਨਾਂ ਪ੍ਰੋਜੈਕਟਸ ਦੀ। ਤੇ ਹਾਂਜੀ ਹਾਂਜੀ ਹਾਂ, ਬਾਰਿਸ਼ ਅੰਦਰ ਉਹਦੇ ਲਈ ਤੁਹਾਨੂੰ ਭਾਸ਼ਾ ਵਿਭਾਗ ਵੱਲੋਂ ਪੁਰਸਕਾਰ ਦਿੱਤਾ ਗਿਆ ਸੀ। ਮੇਰੇ ਹੋਰ ਕਿਤਾਬਾਂ ਤੇ ਵੀ ਮਿਲੇ ਨੇ। ਹਾਂਜੀ, ਭਾਈ ਸੰਤੋਖ ਸਿੰਘ ਪੁਰਸਕਾਰ ਇੱਕ ਉਹਦਾ ਵੀ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ। ਹਾਂਜੀ, ਉਹ ਇਸ ਤੋਂ ਇਲਾਵਾ ਕਾਫੀ ਲੰਬੀ ਲਿਸਟ ਹੈਗੀ ਆ ਤੁਹਾਡੇ ਇਹ ਜਿਹੜੇ ਹਾਸਿਲ ਹੈਗੇ ਆ। ਹੁਣ ਇਹ ਹੈ ਕਿ ਬਚਪਨ ਦੇ ਵਿੱਚ
ਐਡ ਕਰਨਾ ਚਾਹੁੰਦੀ ਹਾਂ ਤੁਹਾਡੀ ਗੱਲ 'ਚ ਕਿ ਮੈਂ ਪਿਛਲੇ 10-12 ਸਾਲਾਂ ਤੋਂ ਸਟੱਡੀ ਵੀ ਕਰ ਰਹੀ ਸੀ ਪੰਜਾਬ ਦਾ ਇਤਿਹਾਸ, ਤੇ ਮੈਂ ਪੰਜਾਬ ਦੇ ਇਤਿਹਾਸ ਨੂੰ ਕਵਿਤਾ 'ਚ ਲਿਖ ਰਹੀ ਹਾਂ। ਪੰਜਾਬ ਦੇ ਇਤਿਹਾਸ ਨੂੰ ਕਵਿਤਾ 'ਚ, ਵਾਹ! ਤੁਸੀਂ ਜਦੋਂ ਕਿਹਾ ਨਾ ਪ੍ਰੋਜੈਕਟਸ ਜਿਹੜੇ ਮੈਂ ਕੁਝ ਹੈਗੇ ਨੇ, ਅੱਛਾ। ਇਹ ਮੈਂ ਹੜੱਪਾ ਪੀਰੀਅਡ ਤੋਂ ਸ਼ੁਰੂ ਕਰਕੇ ਅੱਜ ਤੱਕ ਪੂਰਾ ਲਿਖਣਾ ਹੈਗਾ, ਔਰ ਮੈਂ ਇਹ ਮੱਧ ਕਾਲ ਤੱਕ ਲਿਖ ਲਿਆ, ਮਹਾਰਾਜਾ ਰਣਜੀਤ ਸਿੰਘ ਤੱਕ ਲਿਖ ਲਿਆ ਹੈਗਾ, ਔਰ ਛੰਦ 'ਚ ਲਿਖਿਆ। ਮੈਂ ਵੈਸੇ ਖੁੱਲੀ ਕਵਿਤਾ ਲਿਖਦੀ ਹਾਂ, ਪਰ ਕਿਉਂਕਿ ਇਹ ਇਤਿਹਾਸਕ ਕਵਿਤਾ ਹੈ, ਸੋ ਮੈਂ ਇਹਨੂੰ ਛੰਦ 'ਚ ਲਿਖਿਆ। ਸੋ ਇਹ ਮੇਰਾ ਪਹਿਲੀ ਕਿਤਾਬ ਜਿਹੜੀ ਹੈ, ਇਹ ਤਿਆਰ ਕਰੀਬਨ 300 ਸਫ਼ੇ ਦੀ ਕਿਤਾਬ ਮੇਰੀ ਇਹ ਤਿਆਰ ਹੈ, ਜਿਹੜੀ ਹੁਣ ਅਗਸਤ ਤੱਕ, ਜੁਲਾਈ ਅਗਸਤ ਦੇ ਵਿੱਚ ਆ ਜਾਣੀ ਹੈ। ਇਹ ਕਰਕੇ ਆਈ ਹਾਂ ਤਿਆਰ। ਤੇ ਇਸ ਤੋਂ ਅੱਗੇ ਫਿਰ ਦੂਸਰਾ ਬ੍ਰਿਟਿਸ਼ ਪੀਰੀਅਡ ਤੋਂ ਸ਼ੁਰੂ ਹੋ ਕੇ ਅੱਜ ਤੱਕ ਮੈਂ ਪੰਜਾਬ ਨੂੰ ਫਿਰ ਹੋਰ ਅੱਗੇ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ਅੱਛਾ, ਕਵਿਤਾ ਦੇ ਵਿੱਚ ਇਤਿਹਾਸ ਲਿਖਣਾ, ਇਹ ਤਾਂ ਬਹੁਤ ਜ਼ਿਆਦਾ ਇੰਟਰਸਟਿੰਗ ਜਿਹੜੀ ਕੋਈ ਚੀਜ਼ ਆ ਉਹ ਬਣਨ ਜਾ ਰਹੀ ਆ। ਮੈਂ ਕਿਉਂਕਿ ਆਪਣੇ ਕੋਲ ਸਮਾਂ ਹੁਣ ਥੋੜਾ, ਮੈਂ ਮੁੜ ਕੇ ਉੱਥੇ ਆਉਣਾ ਚਾਹੁੰਦੀ ਹਾਂ ਜਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ, ਕਿ ਤੁਹਾਡੇ ਮਨ ਦੇ ਵਿੱਚ ਛੋਟੇ ਹੁੰਦਿਆਂ ਤੋਂ ਸਵਾਲ ਪੈਦਾ ਹੋਣੇ ਸ਼ੁਰੂ ਹੋ ਗਏ ਸੀ। ਇੱਕ ਤੁਹਾਡੀ ਕਵਿਤਾ ਹੈ ਹਾਸਿਲ, ਜਿਹਦੇ 'ਚ ਤੁਸੀਂ ਲਿਖਿਆ, ਦੁਖਾਂਤ ਇਹ ਨਹੀਂ ਸੀ ਕਿ ਸਵਾਲ ਔਖੇ ਸਨ ਤੇ ਉਹਨਾਂ ਦੇ ਹੱਲ ਨਹੀਂ ਲੱਭੇ, ਦੁਖਾਂਤ ਇਹ ਹੋਇਆ ਏ ਕਿ ਰਕਮਾਂ ਲਿਖ ਲਿਖ ਕੇ ਵਹੀ ਭਰ ਚੁੱਕੀ ਸੀ, ਉਦੋਂ ਸਮਝ ਆਏ ਫਾਰਮੂਲੇ, ਕੁਝ ਰਕਮਾਂ ਤਾਂ ਖੌਰੇ ਮੁੱਢੋਂ ਹੀ ਗਲਤ ਸਨ, ਉਹਨਾਂ ਤੇ ਕੋਈ ਫਾਰਮੂਲਾ ਨਹੀਂ ਲੱਗਦਾ, ਬਸ ਵਹੀ ਦੇ ਕਈ ਪੰਨੇ ਮੱਲੀ ਬੈਠੀਆਂ ਨੇ, ਕੁਝ ਰਕਮਾਂ ਲਿਖਣ ਲੱਗੀ ਆਪ ਟਪਲਾ ਖਾ ਗਈ, ਫਾਰਮੂਲਾ ਤਾਂ ਲੱਗਦਾ ਏ ਪਰ ਹਾਸਿਲ ਕੁਝ ਨਹੀਂ ਹੁੰਦਾ, ਬਸ 1-2 ਰਕਮਾਂ ਨੇ ਜਿਨ੍ਹਾਂ ਸਮਝਾਏ ਨੇ ਕਈ ਫਾਰਮੂਲੇ, ਤੇ ਜਿਨ੍ਹਾਂ ਦਾ ਬਸ ਹਾਸਿਲ ਹੀ ਹਾਸਿਲ ਹੈ। ਜਦੋਂ ਵੀ ਕਦੇ ਖੋਲ੍ਹਦੀ ਹਾਂ ਵਹੀ, ਹਰ ਪੰਨੇ ਤੇ ਰੁਕ ਕੇ ਸੋਚਦੀ ਹਾਂ, ਇੱਥੇ ਇਹ ਹੁੰਦਾ ਤਾਂ ਇੰਝ ਹੋ ਜਾਂਦਾ, ਇੱਥੇ ਇੰਝ ਹੀ ਲਿਖਦੀ ਤਾਂ ਇੰਝ ਹੋ ਜਾਂਦਾ, ਤੇ ਹੁਣ 1-2 ਸਫ਼ਿਆਂ ਲਈ ਚੁੱਕਣਾ ਪੈਂਦਾ ਏ, ਐਵੇਂ ਹੀ ਕਾਲੇ ਕੀਤੇ ਸਫ਼ਿਆਂ ਦੀ ਸਾਰੀ ਵਹੀ ਦਾ ਭਾਰ, ਬਸ ਇਹੀ ਹੈ ਹਾਸਿਲ ਸਾਰੀ ਵਹੀ ਦਾ, ਕਿ ਜਦੋਂ ਲੱਭਦੇ ਨੇ ਫਾਰਮੂਲੇ ਤਾਂ ਸਵਾਲ ਹੱਲ ਕਰਨ ਲਈ ਕੋਈ ਸਫ਼ਾ ਖਾਲੀ ਨਹੀਂ ਬਚਦਾ। ਉਹ ਸਵਾਲ ਜਿਹੜੇ ਬਚਪਨ ਦੇ ਵਿੱਚ ਤੁਹਾਨੂੰ ਪਰੇਸ਼ਾਨ ਕਰ ਰਹੇ ਸਨ, ਆਪਣੀ ਹੋਂਦ ਦਾ ਸਵਾਲ ਬਚਪਨ ਦੇ ਵਿੱਚ ਤੁਹਾਡੇ ਮਨ 'ਚ ਆਇਆ ਕਿ ਕੁੜੀ ਦੀ ਹੋਂਦ ਕੀ ਹੈ, ਕੁੜੀ ਦਾ ਘਰ ਕਿਹੜਾ ਹੈ। ਅੱਜ ਸਮੇਂ ਦੇ ਨਾਲ ਤੁਹਾਡਾ ਜਿਹੜਾ ਦਾਇਰਾ ਵੀ ਵੱਡਾ ਹੋਇਆ, ਤੁਹਾਡੀ ਸੋਚ ਵੀ ਵੱਡੀ ਹੋਈ ਹੈ, ਤੁਹਾਨੂੰ ਐਕਸਪੋਜ਼ਰ ਵੀ ਜ਼ਿਆਦਾ ਮਿਲਿਆ, ਬਹੁਤ ਕੁਝ ਤੁਸੀਂ ਦਿੱਤਾ ਸੋਸਾਇਟੀ ਨੂੰ, ਬਹੁਤ ਕੁਝ ਲਿਆ ਵੀ ਹੈਗਾ। ਕੀ ਉਸ ਸਵਾਲ ਦਾ ਜਵਾਬ ਲੱਭ ਗਿਆ ਕਿ ਕੁੜੀ ਦੀ ਹੋਂਦ ਕੀ ਹੈ, ਕੁੜੀ ਦਾ ਘਰ ਕਿਹੜਾ? ਹਾਂ, ਬਿਲਕੁਲ ਜਾਨਣਾ ਚਾਹਾਂਗੇ। ਹਾਂ, ਕੁੜੀ ਮੇਰੇ ਹਿਸਾਬ ਨਾਲ ਤੇ ਕੁੜੀ ਦਾ ਘਰ, ਉਹਦਾ ਆਪਣਾ ਘਰ, ਜੋ ਉਹ ਘਰ ਜਿਹੜਾ ਨਾ, ਘਰ ਇੱਕ ਕੋਈ ਮਿੱਟੀ ਪੱਥਰ ਦਾ ਘਰ ਨਹੀਂ, ਇੱਕ ਸੰਕਲਪ ਹੈ, ਤੇ ਉਹ ਘਰ ਕੁੜੀ ਨੇ ਆਪ ਹੀ ਬਣਾਉਣਾ। ਜੇ ਸਮਾਜ, ਮੇਰਾ ਸੁਨੇਹਾ ਵੀ ਹੈ ਇਹ, ਕਿ ਜੇ ਸਮਾਜ ਕੁੜੀ ਨੂੰ ਉਹਦਾ ਘਰ ਨਹੀਂ ਦੇਗਾ, ਜਿਹੜਾ ਪਿਤਾ ਹੈ ਉਹ ਕੁੜੀ ਨੂੰ ਘਰ ਨਹੀਂ ਦੇ ਸਕਦਾ, ਉਹਨੂੰ ਕਹਿੰਦਾ ਕਿ ਵੀ ਤੂੰ ਦੂਜੇ ਘਰ ਜਾਣਾ, ਤੇ ਜਿਹੜਾ ਪਤੀ ਦਾ ਘਰ ਹੈ ਉਹ ਕਹਿੰਦੇ ਵੀ ਇਹ ਪਰਾਏ ਘਰ ਤੋਂ, ਦੂਜੇ ਘਰ ਤੋਂ ਆਈ ਹੈ। ਤੇ ਜੇ ਮੈਂ ਸਾਰਿਆਂ ਨੂੰ ਲੈ ਰਹੀ ਹਾਂ ਕਿ ਜੇ ਸਮਾਜ ਕੁੜੀ ਨੂੰ ਉਸ ਦੇ ਘਰ ਦਾ ਅਹਿਸਾਸ ਨਹੀਂ ਦੇਗਾ, ਤੇ ਫਿਰ ਕੁੜੀ ਆਪਣਾ ਘਰ ਆਪ ਬਣਾਏਗੀ। ਮੈਂ ਨਾ ਸਮਾਜ ਦੀ ਜੋ ਸੰਸਥਾ ਹੈ, ਵਿਆਹ ਦੀ ਸੰਸਥਾ ਹੈ, ਜੋ ਜਿਹਦੇ ਨਾਲ ਅੱਗੇ ਚੱਲਣਾ ਸਮਾਜ, ਮੈਂ ਉਹਨੂੰ ਰੱਦ ਨਹੀਂ ਕਰ ਰਹੀ, ਮੈਂ ਉਹਨੂੰ ਸਵਾਲ ਕਰ ਰਹੀ ਹਾਂ। ਕਿ ਜੇ ਉਹਨੂੰ ਉਹਦੀ ਪਛਾਣ ਨਹੀਂ ਮਿਲੇਗੀ, ਜੇ ਪਰਿਵਾਰ ਉਹਨੂੰ ਉਹਦੀ ਪਛਾਣ ਨਹੀਂ ਦੇਗਾ, ਜੇ ਸਮਾਜ ਉਹਨੂੰ ਉਹਦੀ ਪਛਾਣ ਨਹੀਂ ਦੇਗਾ, ਜੇ ਸਮਾਜ ਉਹਨੂੰ ਘਰ ਦਾ ਅਹਿਸਾਸ ਨਹੀਂ ਦੇਗਾ, ਤੇ ਫਿਰ ਉਹ ਆਪਣੀ ਪਗਡੰਡੀ ਕੱਢੇਗੀ, ਆਪਣਾ ਰਾਹ ਕੱਢੇਗੀ, ਤੇ ਆਪਣੀ ਛੱਤ ਆਪ ਬਣਾਏਗੀ। ਬਹੁਤ ਖੂਬ। ਆਪਣੇ ਕੋਲ 2 ਮਿੰਟ ਬਾਕੀ ਬਚੇ ਨੇ। ਇੱਕ ਮੈਂ ਬਹੁਤ ਇੰਪੋਰਟੈਂਟ ਹੋਰ ਗੱਲ ਪੁੱਛਣਾ ਚਾਹੁੰਦੀ ਸੀ, ਕਿਉਂਕਿ ਜਦੋਂ ਹੁਣ ਲੋਕ ਸਾਡੇ ਇਹ ਪ੍ਰੋਗਰਾਮ ਸੁਣ ਰਹੇ ਆ, ਖਾਸ ਕਰਕੇ ਔਰਤਾਂ ਸੁਣ ਰਹੀਆਂ ਨੇ, ਬਹੁਤ ਸਾਰੀਆਂ ਮਾਵਾਂ ਹੋਣਗੀਆਂ, ਬਹੁਤ ਸਾਰੀਆਂ ਬੇਟੀਆਂ ਹੋਣਗੀਆਂ। ਇੱਕ ਵਾਰੀ ਫਿਰ ਮੈਨੂੰ ਜ਼ਿਕਰ ਕਰਨਾ ਪੈ ਰਿਹਾ, ਆਈ ਡੋਂਟ ਨੋ ਹੋ ਕਿਹਨਾਂ ਨੇ ਇਹ ਗੱਲ ਕਹੀ ਹੋਈ ਹੈ, ਫਿਰ ਵੀ ਮੇਰੇ ਦਿਮਾਗ 'ਚ ਕੁਝ ਗੱਲਾਂ ਬੈਠੀਆਂ ਹੋਈਆਂ ਨੇ ਜਿਹੜੀਆਂ ਅੱਜ ਮੇਰਾ ਦਿਲ ਕਰਦਾ ਤੁਹਾਡੇ ਨਾਲ ਮੈਂ ਸਾਂਝੀਆਂ ਕਰੀ ਜਾਵਾਂ।
ਕਿਸੇ ਨੇ ਲਿਖਿਆ ਸੀ, ਕਹਿੰਦੇ ਕਿ ਸਾਰੀਆਂ ਔਰਤਾਂ ਇੱਕ ਦਿਨ ਆਪਣੀਆਂ ਮਾਵਾਂ ਵਰਗੀਆਂ ਬਣ ਜਾਂਦੀਆਂ। ਇਹ ਹੀ ਉਹਨਾਂ ਦਾ ਦੁਖਾਂਤ ਹੈ, ਪਰ ਕੋਈ ਬੰਦਾ ਆਪਣੀ ਮਾਂ ਵਰਗਾ ਨਹੀਂ ਬਣ ਸਕਦਾ। ਇਹ ਉਹਨਾਂ ਦਾ ਦੁਖਾਂਤ ਹੈ। ਤੁਹਾਡਾ ਔਰਤ ਹੋਣ ਦੇ ਨਾਤੇ ਅੱਜ ਜਦੋਂ ਤੁਸੀਂ ਇੰਨੀਆਂ ਗੱਲਾਂ ਕੀਤੀਆਂ, ਉਸ ਔਰਤ ਜਿਹਨੇ ਤੁਹਾਨੂੰ ਜਨਮ ਦਿੱਤਾ ਸੀ ਉਹਦੇ ਨਾਲ ਕਿਹੋ ਜਿਹੀ ਸਾਂਝ ਸੀ? ਜੇ ਤੁਸੀਂ 2-4 ਗੱਲਾਂ ਉਹਨਾਂ ਬਾਰੇ ਵੀ ਕਰ ਸਕੋ। ਮੇਰੀ ਸਾਂਝ ਤੇ ਦੇਖੋ ਉਸ ਤਰ੍ਹਾਂ ਹੀ ਸੀ ਜਿਵੇਂ ਮਾਵਾਂ ਨਾਲ ਹੁੰਦੀ ਹੈ, ਪਰ ਮੇਰੀ ਮਾਂ ਵੀ ਉਸ ਜੋ ਸਮਾਜ ਦਾ ਸਿਸਟਮ ਹੈ ਅਚੇਤ ਰੂਪ ਵਿੱਚ ਉਹਦਾ ਹਿੱਸਾ ਸੀ, ਤੇ ਮੈਂ ਮਾਵਾਂ ਨੂੰ ਉਸ ਅਚੇਤ ਰੂਪ ਦੇ ਵਿੱਚ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਵੀ ਸਾਰੀਆਂ ਔਰਤਾਂ ਆਪਣੀਆਂ ਮਾਵਾਂ ਵਰਗੀਆਂ ਬਣ ਜਾਂਦੀਆਂ, ਸਾਡੇ ਅੰਦਰ ਨਾ ਔਰਤ ਨੂੰ ਲੈ ਕੇ ਇੱਕ ਸ਼ਹੀਦੀ ਔਰ ਤਿਆਗ ਦਾ ਜਿਹੜਾ ਪਿਆ ਹੋਇਆ ਕਿ ਵੀ ਆਪਣੇ ਲਈ ਬੋਲਣਾ ਨਹੀਂ, ਆਪਣੇ ਲਈ ਵੀ ਖਾਣਾ ਤੇ ਆਪਣੇ ਲਈ ਰੱਖਣਾ ਨਹੀਂ। ਇਹ ਜਿਹੜਾ ਆਪਣੇ ਆਪ ਨੂੰ ਭੁੱਲ ਜਾਣਾ, ਫਿਰ ਉਹਦਾ ਕੁਛ ਕਿਸੇ ਨੇ ਉਹਦਾ ਜਿਹੜਾ ਕਦਰ ਵੀ ਨਹੀਂ ਪਾਉਣੀ, ਤਾਂ ਇਹਦੇ ਚੋਂ ਉਹਨੂੰ ਨਿਕਲਣਾ ਪਏਗਾ। ਔਰ ਉਹਨਾਂ ਸਾਰੀਆਂ ਮਾਵਾਂ ਨੂੰ ਜੋ ਕਿ ਆਪਣੇ ਪਰਿਵਾਰ 'ਚ ਆਪਣੇ ਪੁੱਤਰਾਂ ਨੂੰ ਜੇ ਨਹੀਂ ਠੀਕ ਤਰ੍ਹਾਂ ਨਾਲ ਉਹਨਾਂ ਦੀ ਪਰਵਰਿਸ਼ ਕਰਨਗੀਆਂ ਕਿ ਉਹ ਔਰਤ ਦੀ ਆਪਣੀਆਂ ਸਾਥੀ, ਆਪਣੀ ਪਤਨੀ, ਆਪਣੀਆਂ ਦੋਸਤਾਂ ਉਹਨਾਂ ਦੀ ਇੱਜ਼ਤ ਕਰਨ, ਇਹਦੇ ਲਈ ਤਿਆਰ ਨਹੀਂ ਕਰਨਗੀਆਂ, ਤੇ ਫਿਰ ਸਮਾਜ ਏਦਾਂ ਹੀ ਚੱਲਦਾ ਰਹੇਗਾ। ਕਿਉਂਕਿ ਜਦੋਂ ਮਾਵਾਂ ਉਹਨਾਂ ਨੂੰ ਤਿਆਰ ਕਰਦੀਆਂ ਨੇ ਤੇ ਪੁੱਤਰਾਂ ਤੇ ਪ੍ਰਭਾਵ ਹੁੰਦਾ ਹੈ। ਪਾਲ ਕੌਰ ਜੀ, ਕੋਈ ਇਹੋ ਜਿਹੀ ਹੋਰ ਗੱਲ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰਨਾ ਚਾਹੋ ਤੁਸੀਂ, ਜਿਹੜੀ ਮੈਂ ਤੁਹਾਨੂੰ ਪੁੱਛ ਨਾ ਸਕੀ ਹੋਵਾਂ? ਦਿਲ ਤਾਂ ਕਰਦਾ ਕਿ ਗੱਲਾਂ ਕਰੀ ਜਾਈਏ, ਪਰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ। ਕੀ ਕਹੋਗੇ ਅਖੀਰ 'ਚ? ਹਾਂ, ਮੈਂ ਬਸ ਮੇਰਾ ਇੱਥੇ ਆ ਕੇ ਮੈਨੂੰ ਇੱਕ ਗੱਲ ਜਿਹੜੀ ਆ ਬੜੀ ਮਹਿਸੂਸ ਹੁੰਦੀ ਹੈ ਕਿ ਸਾਰੇ ਕਹਿੰਦੇ ਨੇ ਵੀ ਇੱਥੇ ਇੱਕ ਸਿਸਟਮ ਹੈ, ਕੈਨੇਡਾ ਦੇ ਵਿੱਚ ਇੱਕ ਸਿਸਟਮ ਹੈ, ਲੋਕ ਡਿਸਿਪਲਿਨ 'ਚ ਨੇ, ਕਾਨੂੰਨ ਨੂੰ ਮੰਨਦੇ ਨੇ, ਤੇ ਮੈਨੂੰ ਇਹ ਚੀਜ਼ ਬੜੀ ਮਹਿਸੂਸ ਹੁੰਦੀ ਹੈ ਕਿ ਉੱਥੇ ਕਿਉਂ ਨਹੀਂ ਮੰਨਦੇ ਅਸੀਂ? ਬੰਦੇ ਤੇ ਉਹੀ ਨੇ ਸਾਰੇ ਜਿਹੜੇ ਉੱਥੋਂ ਇੱਥੇ ਆਏ ਨੇ, ਤੇ ਜੇ ਉੱਥੇ ਮੰਨ ਲੈਣ ਤੇ ਉੱਥੇ ਸਵਰਗ ਬਣ ਜਾਏ। ਭਾਵੇਂ ਇਹਦਾ ਜਵਾਬ ਹੈ ਹੀ ਹੈ ਕਿ ਉੱਥੇ ਜਿਹੜੀ ਕਰਪਸ਼ਨ ਹੈ ਉਹ ਉੱਪਰੋਂ ਚੱਲਦੀ ਹੈ, ਤਦ ਕਰਕੇ ਕਾਨੂੰਨ ਨਹੀਂ ਮੰਨਦੇ, ਪਰ ਜੇ ਆਪਾਂ ਉੱਥੇ ਹੀ ਬਦਲ ਜਾਏ, ਉੱਥੇ ਰਹਿੰਦੇ ਹੋਏ ਸਾਰੀਆਂ ਚੀਜ਼ਾਂ ਨੂੰ ਮੰਨਣ ਲੱਗ ਜਾਈਏ, ਤੇ ਸਾਡਾ ਸਿਸਟਮ ਉੱਥੇ ਵੀ ਠੀਕ ਹੋ ਸਕਦਾ ਹੈ। ਇੱਕ ਸੁਪਨਾ ਹੈ ਇੱਕ ਅੰਦਰ ਮੇਰੇ, ਇੱਥੇ ਆ ਕੇ ਮਹਿਸੂਸ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ ਸਮਾਂ ਕੱਢਣ ਲਈ। ਥੈਂਕ ਯੂ ਸੋ ਮਚ। ਠੀਕ ਹੈ ਜੀ, ਥੈਂਕ ਯੂ, ਸ਼ੁਕਰੀਆ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਮੈਨੂੰ ਇੰਨੇ ਧਿਆਨ ਦੇ ਨਾਲ ਸੁਣਿਆ। ਔਰ ਨਵਜੋਤ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਬਹੁਤ ਲੋਕਾਂ ਦੇ, ਪੰਜਾਬੀਆਂ ਦੇ ਰੂਬਰੂ ਮੈਨੂੰ ਕੀਤਾ ਹੈ। ਖੁਸ਼ ਨਸੀਬੀ ਹੈ ਸਾਡੀ। ਧੰਨਵਾਦ ਤੁਹਾਡਾ। ਇਹ ਸੰਜੀ ਪਾਲ ਕੌਰ, ਤੇ ਮੈਂ ਉਮੀਦ ਕਰਦੀ ਹਾਂ ਕਿ ਅੱਜ ਦੀ ਜਿਹੜੀ ਇਹ ਮੁਲਾਕਾਤ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਕੋਈ ਫੀਡਬੈਕ ਦੇਣੀ ਹੋਵੇ navjot@sherpunjabradio.ca ਤੇ ਤੁਸੀਂ ਮੈਨੂੰ ਈਮੇਲ ਜ਼ਰੂਰ ਕਰ ਸਕਦੇ ਹੋ। This is Sherry Punjab Radio AM 600 Vancouver.